चुके सारे ही परिवार का स्वागत है जी। वाहिगुरू जी का खालसा वाहिगुरू जी की फतेह। सत श्री अकाल, आदाब, नमस्कार। मैं तुहाडा सुखविंदर सिंह चंदी प्रोग्राम लेके हाजिर हाँ। अपना जिहड़ा प्रोग्राम आ 9:30 बजे तो लैके 11 बजे तक आप जुड़े रहांगे जी। अज 30 अप्रैल ते वीरवार आ। टैंपरेचर 11 ते अज जिहड़ा बाहर मींह पै रहा जी, रेन हुंदी रहूगी। दोपहरों बाद तक सूरज 6:10 ते चढ़िया ते 8:20 ते छुपेगा। ਆਪਣੇ ਨਾਲ ਪੰਜਾਬ ਭਾਰਤ ਤੋਂ ਬਖਤੌਰ ਸਿੰਘ ਢਿੱਲੋਂ ਜੁੜ ਚੁੱਕੇ ਆ ਜੀ ਤੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਾਂਗੇ, ਖਬਰਾਂ ਲਵਾਂਗੇ। ਨਾਲ ਹੀ ਹਰਜਿੰਦਰ ਸਿੰਘ ਧਨੋਆ ਵੀ ਅਪਡੇਟ ਦੇਣਗੇ ਤੇ ਆਪਾਂ ਨਾਲ ਤੁਹਾਡੇ ਨਾਲ ਵੀ ਗੱਲਬਾਤ ਕਰਾਂਗੇ ਤੇ ਕੁਝ ਬਿਜ਼ਨਸ ਭਰਾਵਾਂ ਦੇ ਜਿਹੜੇ ਸੰਦੇਸ਼ ਆ ਉਹ ਵੀ ਸਾਂਝੇ ਕਰਾਂਗੇ। ਢਿੱਲੋਂ ਸਾਹਿਬ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ ਧੰਨਵਾਦ ਜੀ, ਮਿਹਰਬਾਨੀ। ਸਾਰੇ ਹੀ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਾਂ, ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਆਪਾਂ ਚੱਲਦੇ ਜੀ ਖਬਰਾਂ ਵਾਲੇ ਬੰਨੇ, ਕਿਉਂਕਿ ਕੱਲ ਆਪਣੀਆਂ ਕਾਫੀ ਖਬਰਾਂ ਰਹਿ ਗਈਆਂ ਸੀਗੀਆਂ। ਬਲਵਿੰਦਰ ਸਿੰਘ ਪੱਖੋਗੇ ਨੂੰ ਲਿਆ ਸੀਗਾ ਨਾਲ ਤੇ ਉਹਦੇ ਲਈ ਤੁਹਾਡੇ ਕੋਲੋਂ ਅਸੀਂ ਮਾਫੀ ਚਾਹੁੰਦੇ ਕਿਉਂਕਿ ਕੱਲ ਤੁਹਾਨੂੰ ਸਮਾਂ ਥੋੜਾ ਦਿੱਤਾ ਗਿਆ। DR ਸ਼ੈਟੀ ਦੀ ਜਾਇਦਾਦ ਤੇ ਖਾਤੇ UAE ਦੀ ਹਕੂਮਤ ਨੇ ਕਿਉਂ ਕੀਤੇ ਸੀਲ? ਕੱਲ ਵੀ ਅਸੀਂ ਜ਼ਿਕਰ ਕੀਤਾ ਸੀ ਜੀ ਤੇ ਪਹਿਲਾਂ ਵੀ ਆਪਾਂ ਜ਼ਿਕਰ ਕਰਦੇ ਰਹੇ ਹਾਂ ਕਿ ਭਾਰਤ ਦੇ ਵਿੱਚ ਘੱਟ ਗਿਣਤੀਆਂ ਦੇ ਪ੍ਰਤੀ ਜੀ ਜੋ ਨਾ ਪੱਖੀ ਵਾਤਾਵਰਨ ਪੈਦਾ ਹੋਇਆ ਹੈ, ਧਰਮ ਦੇ ਆਧਾਰ ਤੇ ਉਹਨਾਂ ਦੇ ਨਾਲ ਵਿਤਕਰੇਬਾਜ਼ੀ ਕੀਤੀ ਜਾ ਰਹੀ ਹੈ ਜੀ। ਇਹਦਾ ਨੋਟਿਸ ਅਮਰੀਕਾ ਦੀ, USA ਦੀ ਜਿਹੜੀ ਕਾਂਗਰਸ ਵੱਲੋਂ ਬਣਾਇਆ ਹੋਇਆ ਕੌਮਾਂਤਰੀ ਜਿਹੜਾ ਹੈਗਾ ਕਮਿਸ਼ਨ ਹੈ, ਜਿਹੜਾ ਘੱਟ ਗਿਣਤੀਆਂ ਨਾਲ ਸੰਬੰਧਿਤ ਜਿਹੜਾ ਕਮਿਸ਼ਨ ਹੈ, ਤੇ ਉਹ ਦੇਖਦਾ ਕਿ ਧਾਰਮਿਕ ਆਧਾਰ ਤੇ ਵਿਤਕਰੇਬਾਜ਼ੀ ਕਿੱਥੇ ਕਿੱਥੇ ਹੁੰਦੀ ਹੈ, ਕਿੰਨਾ ਦੇਸ਼ਾਂ 'ਚ ਹੁੰਦੀ ਹੈ ਜੀ। ਜਿਨ੍ਹਾਂ ਦੇਸ਼ਾਂ ਦੀ ਉਹਨਾਂ ਨੇ ਇੱਕ ਸੂਚੀ ਤਿਆਰ ਕਰਕੇ ਅਮਰੀਕਾ ਦੇ ਪ੍ਰਸ਼ਾਸਨ ਨੂੰ ਦਿੱਤੀ ਹੈ। ਉਹਦੇ ਵਿੱਚ ਵੀ ਇਹ ਜ਼ਿਕਰ ਕੀਤਾ ਗਿਆ ਕਿ ਭਾਰਤ ਦੇ ਵਿੱਚ ਘੱਟ ਗਿਣਤੀਆਂ ਦੇ ਨਾਲ ਧੱਕਾ ਮੁੱਕੀ ਹੁੰਦਾ ਹੈ ਜੀ। ਭਾਵੇਂ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਹੈ ਕਿ ਸ਼ਾਰਜਾ ਜਿਹੜਾ ਅਰਬ ਅਮੀਰਾਤ ਦੀ ਇੱਕ ਸਟੇਟ ਹੀ ਹੈ ਜੀ, ਉਹਦੀ ਰਾਜਕੁਮਾਰੀ ਨੇ ਜਿਹੜੀ ਤਿੱਖੀ ਪ੍ਰਤੀਕਿਰਿਆ ਦਿੱਤੀ ਸੀ, ਉਸ ਤਿੱਖੀ ਪ੍ਰਤੀਕਿਰਿਆ ਦਾ ਜੀ ਇਸ ਕਦਰ ਅਸਰ ਹੋਇਆ ਸੀ ਕਿ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਇਹ ਕਹਿਣ ਲਈ ਮਜਬੂਰ ਹੋਣਾ ਪੈ ਗਿਆ ਸੀ ਕਿ ਕਰੋਨਾ ਕਿਸੇ ਦਾ ਧਰਮ ਨਹੀਂ ਦੇਖਦਾ ਜੀ, ਇਹ ਹਰ ਇੱਕ ਨੂੰ ਚੁੰਬੜ ਜਾਂਦਾ ਹੈ। ਔਰ ਇਹ ਗੱਲ ਉਹਨਾਂ ਨੂੰ ਕਿਉਂ ਕਹਿਣੀ ਪਈ? ਕਿਉਂਕਿ ਉਹ ਤੋਂ ਪਹਿਲਾਂ ਭਾਰਤ ਦੇ ਵਿੱਚ ਇੱਕ ਕੰਪੇਨ ਚੱਲੀ ਸੀ ਜੀ, ਔਰ ਉਹ ਕੰਪੇਨ ਅੱਜ ਵੀ ਜਾਰੀ ਹੈ ਕਿ ਤਬਲੀਗੀ ਜਮਾਤ ਦਾ ਜਿਹੜਾ ਇਕੱਠ ਹੋਇਆ ਸੀ ਨਿਜ਼ਾਮੂਦੀਨ ਮਰਕਜ਼ ਦੇ ਵਿੱਚ ਜੀ, ਉੱਥੇ ਲਾਕਡਾਊਨ ਲੱਗ ਗਿਆ, ਲੋਕ ਫਸ ਗਏ। ਜਦੋਂ ਬਹੁਤ ਸਾਰੇ ਲੋਕ ਇੱਕ ਜਗ੍ਹਾ ਤੇ ਰਹਿਣਗੇ ਤਾਂ ਕਿਸੇ ਨਾ ਕਿਸੇ ਨੂੰ ਲਾਗ ਲੱਗੀ ਹੁੰਦੀ ਹੈ ਤੇ ਉਹ ਲਾਗ ਅੱਗੇ ਫੈਲ ਜਾਂਦੀ ਹੈ। ਉਹਨਾਂ ਦੇ ਵਿੱਚੋਂ ਕਈ ਸਾਰੇ ਬੰਦਿਆਂ ਨੂੰ ਕਰੋਨਾ ਦੀ ਲਾਗ ਲੱਗ ਗਈ ਔਰ ਇਸ ਮਾਮਲੇ ਨੂੰ ਇਸ ਤਰ੍ਹਾਂ ਬਣਾ ਕੇ ਪੇਸ਼ ਕੀਤਾ ਗਿਆ ਜੀ ਕਿ ਸਾਰਾ ਮੁਸਲਿਮ ਭਾਈਚਾਰਾ ਹੀ ਇਹਦੇ ਲਈ ਦੋਸ਼ੀ ਹੈ। ਇੰਨੀਆਂ ਭਿਆਨਕ ਟਿੱਪਣੀਆਂ ਕੀਤੀਆਂ, ਦੋਸ਼ੀ ਬਣਾ ਕੇ ਉਹਨਾਂ ਨੂੰ ਪੂਰੀ ਤਰ੍ਹਾਂ ਖਲਨਾਇਕ ਬਣਾ ਕੇ ਪੇਸ਼ ਕੀਤਾ ਗਿਆ ਜੀ। ਔਰ ਇਸ ਤਰ੍ਹਾਂ ਲੱਗਿਆ ਜਿਵੇਂ ਇਸਲਾਮੋਫੋਬੀਆ ਚੜਿਆ ਹੁੰਦਾ ਸਾਰੇ ਭਾਰਤ ਨੂੰ ਕਿ ਭਾਰਤ ਦੇ ਵਿੱਚ ਇਸਲਾਮ ਪ੍ਰਤੀ ਇੱਕ ਨਫ਼ਰਤ ਹੈ ਜੀ। ਉਹ ਤੋਂ ਪਹਿਲਾਂ 2015 ਚ ਤੇਜਸਵੀ ਸੂਰੀਆ ਨਾਂ ਦਾ ਇੱਕ ਵਿਅਕਤੀ ਹੈ ਜਿਹੜਾ ਅੱਜ ਕੱਲ੍ਹ ਕਰਨਾਟਕਾ ਤੋਂ ਪਾਰਲੀਮੈਂਟ ਦਾ ਮੈਂਬਰ ਹੈ ਜੀ, ਉਹਨੇ ਬੜਾ ਬੇਹੂਦਾ ਬਿਆਨ ਦਿੱਤਾ ਸੀ ਮੁਸਲਮਾਨ ਔਰਤਾਂ ਸੰਬੰਧੀ ਕਿ ਇਹ ਜਿਹੜੇ ਬੱਚੇ ਪੈਦਾ ਕਰਦੀਆਂ ਇਹ ਲਾ ਵਾਸਤੇ, ਪਿਆਰ ਵਾਸਤੇ ਨਹੀਂ, ਸਗੋਂ ਇਹ ਇੱਕ ਜਿਹੜੀ ਹੈਗੀ ਹੈ ਸੈਕਸ ਦੀ ਦੇਣ ਹੈ, ਸੈਕਸ ਦਾ ਨਤੀਜਾ ਹੈ। ਬੱਚੇ ਪੈਦਾ ਕਰਦੀਆਂ, ਇਹਨਾਂ ਨੂੰ ਪਿਆਰ ਨਸੀਬ ਨਹੀਂ ਹੁੰਦਾ ਜੀ। ਇਹ ਟਵੀਟ 2015 ਚ ਕੀਤਾ ਸੀ। ਇਹ ਸਾਰੀਆਂ ਗੱਲਾਂ ਨੇ ਰਲ ਕੇ ਇੱਕ ਐਡਾ ਵੱਡਾ ਵਿਵਾਦ ਖੜਾ ਕਰ ਦਿੱਤਾ ਕਿ ਸ਼ਾਰਜਾ ਦੀ ਪ੍ਰਿੰਸੈਸ ਨੂੰ ਆ ਕੇ ਸ਼ਰੇਆਮ ਟਵੀਟ ਕਰਨਾ ਪਿਆ, ਉਹਨੂੰ ਇਹ ਕਹਿਣਾ ਪਿਆ ਕਿ ਸਾਡੇ ਦੇਸ਼ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਅਸਹਿਣਸ਼ੀਲਤਾ ਬਰਦਾਸ਼ਤ ਨਹੀਂ ਹੋਊਗੀ। ਤੁਸੀਂ ਲੋਕ ਜੇ ਇੱਥੇ ਆਉਣੇ ਹੋ, ਆ ਕੇ ਕੰਮ ਕਰਦੇ ਹੋ, ਕਾਰੋਬਾਰ ਕਰਦੇ ਹੋ, ਉਹ ਮੁਫਤ ਨਹੀਂ ਕਰਦੇ, ਤੁਸੀਂ ਬਹੁਤ ਕਮਾਈ ਕਰਦੇ ਹੋ, ਤੁਹਾਨੂੰ ਪੈਸੇ ਮਿਲਦੇ ਹੈ ਜੀ। ਔਰ ਅਸੀਂ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰਾਂਗੇ। ਨਾਲ ਉਹਨੇ ਕਿਹਾ ਸੀ ਕਿ ਜਿਹੜਾ ਸ਼ਾਹੀ ਪਰਿਵਾਰ ਹੈ ਇਹਦੇ ਭਾਰਤ ਨਾਲ ਸੰਬੰਧ ਭਾਵੇਂ ਚੰਗੇ ਹੈ ਲੇਕਿਨ ਇਸ ਕਿਸਮ ਦੀਆਂ ਜਿਹੜੀਆਂ ਹੈਗੀਆਂ ਸ਼ਰਾਰਤਾਂ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਜੀ। ਫਿਰ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਇਹ ਕਹਿਣਾ ਪਿਆ ਸੀ ਕਿ ਕਰੋਨਾ ਜਿਹੜਾ ਹੈਗਾ ਉਹ ਕਿਸੇ ਦਾ ਧਰਮ ਦੇਖ ਕੇ ਨਹੀਂ ਚੁੰਬੜਦਾ, ਉਹ ਕਿਸੇ ਨੂੰ ਵੀ ਚੁੰਬੜ ਸਕਦਾ ਹੈ ਜੀ। ਬਾਅਦ ਦੇ ਵਿੱਚ ਫਿਰ ਤੁਸੀਂ ਦੇਖਿਆ ਹੋਣਾ ਕਿ RSS ਦੇ ਚੀਫ ਨੂੰ ਵੀ ਇਹ ਗੱਲ ਕਹਿਣੀ ਪੈ ਗਈ ਸੀ ਕਿ ਕਿਸੇ ਕੁਝ ਬੰਦਿਆਂ ਦੀ ਗਲਤੀ ਦੀ ਵਜ੍ਹਾ ਕਾਰਨ ਸਾਰੇ ਭਾਈਚਾਰੇ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਇਹ ਗੱਲਾਂ ਉਦੋਂ ਕਹੀਆਂ ਗਈਆਂ ਸੀ, ਕਹਿਣ ਨੂੰ ਕਹਿਤੀਆਂ
ਲੇਕਿਨ ਅਮਲੀ ਤੌਰ ਦੇ ਉੱਤੇ ਕੀ ਇਹ ਮਾਮਲਾ ਰੁਕਿਆ? ਬਿਲਕੁਲ ਨਹੀਂ ਰੁਕਿਆ। ਪਿਛਲੇ ਦਿਨਾਂ ਦੇ ਵਿੱਚ ਇੱਕ ਸਬਜ਼ੀ ਵਿਕਰੇਤਾ ਨੂੰ ਬੀਜੇਪੀ ਦੇ ਐਮਐਲਏ ਨੇ ਯੂਪੀ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਧਮਕਾਇਆ ਸੀ ਜੀ। ਉਹਦੇ ਖਿਲਾਫ ਕਾਰਵਾਈ ਵੀ ਕੀਤੀ ਗਈ, ਕਿਹਾ ਗਿਆ ਜੀ ਅਸੀਂ ਉਹਨੂੰ ਸਜ਼ਾ ਦੇਵਾਂਗੇ। ਲੇਕਿਨ ਹੁਣ ਸੋਸ਼ਲ ਮੀਡੀਆ ਦੇ ਉੱਤੇ ਵੀ ਔਰ ਇਲੈਕਟ੍ਰੋਨਿਕ ਮੀਡੀਆ ਦੇ ਉੱਤੇ ਵੀ ਇੱਕ ਹੋਰ ਜਿਹੜੀ ਇਨਫੋਰਮੇਸ਼ਨ ਆ ਰਹੀ ਹੈ, ਉਹ ਲਗਾਤਾਰ ਇਨਫੋਰਮੇਸ਼ਨ ਦੱਸਦੀ ਹੈ ਕਿ ਉੱਥੇ ਇਸ ਕਿਸਮ ਦੀਆਂ ਘਟਨਾਵਾਂ ਵਾਪਰ ਰਹੀਆਂ ਜੀ। ਇੱਕ ਹੋਰ ਐਮਐਲਏ ਨੇ, ਭਾਰਤ ਭੂਸ਼ਣ ਸ਼ਰਨ ਜੀ ਦਾ ਨਾਂ ਹੈ, ਉਸ ਬੰਦੇ ਨੇ ਇੱਕ ਵਿਅਕਤੀ ਨੂੰ ਜਿਹੜਾ ਉਹਦੇ ਇਲਾਕੇ ਦੇ ਵਿੱਚ ਫਲ ਵੇਚਣ ਆਇਆ ਸੀ, ਉਹਨੂੰ ਪੁੱਛਦਾ ਤੇਰਾ ਨਾਂ ਕੀ ਹੈ ਜੀ। ਉਹ ਦੱਸਦਾ ਮੇਰਾ ਨਾਂ ਰਾਜਕੁਮਾਰ ਹੈ। ਉਹਨੂੰ ਡਾਂਟਦਾ, ਕਹਿੰਦਾ ਰਾਜਕੁਮਾਰ ਨਹੀਂ, ਤੇਰਾ ਨਾਂ ਕੁਝ ਹੋਰ ਹੋਊਗਾ ਜੀ। ਕਹਿੰਦਾ ਜੀ ਨਹੀਂ ਰਾਜਕੁਮਾਰ ਹੈ। ਉਹਦੇ ਨਾਲ ਉਹਦਾ ਇੱਕ ਛੋਟਾ ਜਿਹਾ ਬੱਚਾ ਹੈ, ਉਸ ਬੱਚੇ ਨੂੰ ਡਾਂਟਦਾ ਕਿ ਤੇਰੇ ਬਾਪ ਨੂੰ ਤਾਂ ਹੁਣ ਅਸੀਂ ਖਤਮ ਕਰ ਦੇਣਾ, ਇਹਨੂੰ ਮਾਰ ਦੇਣਾ। ਜੇ ਆਪਣੇ ਬਾਪ ਦੀ ਤੂੰ ਜਾਨ ਸਲਾਮਤ ਚਾਹੁੰਦਾ ਤਾਂ ਤੈਨੂੰ ਇਹ ਦੱਸਣਾ ਪਊ ਕਿ ਤੇਰੇ ਬਾਪ ਦਾ ਨਾਂ ਕੀ ਹੈ ਜੀ। ਔਰ ਉਸ ਲੜਕੇ ਨੂੰ ਦੱਸਣਾ ਪਏਗਾ ਕਿ ਮੇਰੇ ਬਾਪ ਦਾ ਨਾਮ ਮੁਸਲਮਾਨਾਂ ਵਾਲਾ ਨਾਂ ਹੈ। ਉਹਨੇ ਨਾਂ ਲੈਤਾ। ਉਹ ਤੋਂ ਬਾਅਦ ਫਿਰ ਉਹਨੂੰ ਕਿਹਾ ਕਿ ਤੂੰ ਆਪਣੇ ਆਪ ਨੂੰ ਰਾਜਕੁਮਾਰ ਦੱਸਦਾ, ਤੂੰ ਹੈ ਮੁਸਲਮਾਨ। ਅੱਜ ਤੋਂ ਬਾਅਦ ਇਸ ਗਲੀ ਦੇ ਵਿੱਚ ਨਹੀਂ ਵੜਨਾ। ਔਰ ਉਹਨੂੰ ਪੂਰੀ ਤਰ੍ਹਾਂ ਡਾਂਟ ਰਿਹਾ, ਦਵਲ ਰਿਹਾ, ਉਹਨੂੰ ਭਜਾ ਰਿਹਾ। ਉਹ ਬੰਦਾ ਉੱਥੋਂ ਭੱਜ ਕੇ ਜਾ ਰਿਹਾ। ਸੋ ਇਹ ਸਾਰਾ ਕੁਝ ਚੱਲ ਰਿਹਾ। ਇਹਦੇ ਚੱਲਦਿਆਂ ਹੁਣ ਕੱਲ ਸਾਡੇ ਇੱਕ ਕਾਲਰ ਸਾਹਿਬ ਆਏ ਸੀ, ਉਹਨਾਂ ਨੇ ਕਿਹਾ ਸੀ ਕਿ ਦੁਨੀਆ ਦੇ ਵਿੱਚ ਰੰਗ ਬਦਲ ਰਿਹਾ ਹੈ, ਦੁਨੀਆ ਦੀ ਸਿਆਸਤ ਚੇਂਜ ਹੋ ਰਹੀ ਹੈ। ਭਾਰਤ ਦੇ ਵਿੱਚ ਜੋ ਬੇਨਿਜ਼ਮੀਆਂ ਹੋ ਰਹੀਆਂ, ਘੱਟ ਗਿਣਤੀਆਂ ਪ੍ਰਤੀ ਜਿਹੜੀ ਅਸਹਿਣਸ਼ੀਲਤਾ ਵਾਲੀ ਕੰਪੇਨ ਚੱਲ ਰਹੀ ਹੈ, ਇਹਨੂੰ ਦੁਨੀਆ ਬਰਦਾਸ਼ਤ ਨਹੀਂ ਕਰੂਗੀ। ਉਹਨਾਂ ਨੇ ਇਸ਼ਾਰਾ ਕੀਤਾ ਸੀਗਾ ਅਮਰੀਕਨ ਲੀਡਰਸ਼ਿਪ ਵੱਲ ਕਿ ਅਮਰੀਕਨ ਲੀਡਰਸ਼ਿਪ ਇਹਨੂੰ ਹੱਲ ਬਰਦਾਸ਼ਤ ਨਹੀਂ ਕਰੂਗੀ ਜੀ। ਲੇਕਿਨ ਖਬਰ ਥੋੜੀ ਜੀ ਪਛੜ ਕੇ ਆਈ ਹੈ। ਲਾਈਵ ਟੀਵੀ ਹੈ ਇੱਕ, ਉਹਦੀ ਵੈਬਸਾਈਟ ਤੇ ਮੈਂ ਅੱਜ ਰਿਪੋਰਟ ਇੱਕ ਦੇਖੀ ਹੈ ਤੇ ਇਹ ਖਬਰ ਬੜੀ ਇੰਪੋਰਟੈਂਟ ਹੈ ਜੀ। BR ਸ਼ੈਟੀ ਨਾਂ ਦਾ ਇੱਕ ਵਿਅਕਤੀ ਹੈ ਜਿਹੜਾ 70ਵੇਂ ਦੇ ਵਿੱਚ $8 ਲੈ ਕੇ ਭਾਰਤ ਚੋਂ ਗਿਆ ਸੀ UAE, ਯੂਨਾਈਟਿਡ ਅਰਬ ਅਮੀਰਾਤ ਦੇ ਵਿੱਚ ਗਿਆ ਸੀ। ਔਰ $8 ਤੋਂ ਉਹਨੇ ਆਪਣਾ ਕਾਰੋਬਾਰ ਸ਼ੁਰੂ ਕੀਤਾ ਸੀ। ਪਹਿਲਾਂ ਉੱਥੇ ਉਹ ਬਣਿਆ ਸੀ ਮੈਡੀਕਲ ਰਿਪਰੈਜ਼ੈਂਟੇਟਿਵ ਜੀ, MR ਬਣਿਆ। MR ਬਣਨ ਤੋਂ ਬਾਅਦ ਫਿਰ ਉਹਨੇ ਹੌਲੀ ਹੌਲੀ ਕਮਾਈ ਕਰਦਿਆਂ ਇੱਕ ਹੈਲਥ ਕੰਪਨੀ ਬਣਾ ਲਈ ਜੀ, ਜਿਸ ਹੈਲਥ ਕੰਪਨੀ ਦਾ ਨਾਂ ਹੈ MNC ਜੀ। ਤੇ ਅੱਜ ਇਸ ਹੈਲਥ ਕੰਪਨੀ ਦੀ ਜੇ ਜਾਇਦਾਦ ਦੇ ਉੱਤੇ ਦੇਖਣਾ ਹੋਵੇ ਤਾਂ ਇਹਦੇ ਜੀ ਜਿਹੜੇ 8 ਦੇਸ਼ਾਂ 'ਚ 12 ਸ਼ਹਿਰ ਹੈ। ਦੇਸ਼ ਕਿਹੜੇ ਹੈ? UAE, ਸਪੇਨ, ਇਟਲੀ, ਡੈਨਮਾਰਕ ਵਗੈਰਾ ਜੀ। ਇਹਨਾਂ ਦੇਸ਼ਾਂ ਦੇ ਵਿੱਚ ਇਹਨਾਂ ਦੇ 12 ਸ਼ਹਿਰਾਂ 'ਚ 45 ਹਸਪਤਾਲ ਬਣੇ ਹੋਏ ਹੈ ਜੀ। ਇੰਨਾ ਜ਼ਿਆਦਾ ਪੈਸਾ ਬੰਦੇ ਦੇ ਕੋਲੇ ਕਿ ਖਰਬ ਨਹੀਂ, ਪਤਾ ਨਹੀਂ ਕਿੰਨੇ ਖਰਬਾਂ ਨੂੰ ਖਰਬਾਂ ਨਾਲ ਜਮਾ ਕਰ ਲਈਏ। ਇਹ ਇੰਨਾ ਜ਼ਿਆਦਾ ਅਮੀਰ ਹੈ ਜੀ। ਹੁਣ ਅਚਨਚੇਤ ਹੋਇਆ ਕਿ UAE ਯੂਨਾਈਟਿਡ ਅਰਬ ਅਮੀਰਾਤ ਦੀ ਸਰਕਾਰ ਨੇ ਇਹਦੇ ਜਿੰਨੇ ਬੈਂਕ ਖਾਤੇ ਸੀ, ਜਿੰਨੀਆਂ ਦੀਆਂ ਪ੍ਰਾਪਰਟੀਆਂ ਸੀ, ਸਾਰੀਆਂ ਦੀਆਂ ਸਾਰੀਆਂ ਸੀਲ ਕਰ ਦਿੱਤੀਆਂ ਜੀ। ਔਰ ਸੀਲ ਕੀਤੀਆਂ ਕਿਉਂ? ਕਹਿਣ ਨੂੰ ਇਹ ਕਿਹਾ ਗਿਆ ਕਿ ਇਸ ਕਰਕੇ ਕੀਤੀਆਂ ਗਈਆਂ ਕਿਉਂਕਿ ਜਿਹੜਾ ਇਹਨੇ ਆਪਣਾ ਹਿਸਾਬ ਕਿਤਾਬ ਪੇਸ਼ ਕੀਤਾ, ਉਸ ਹਿਸਾਬ ਕਿਤਾਬ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਗੜਬੜ ਘੁਟਾਲਾ ਹੈ। ਅਸੀਂ ਉਹਦੀ ਪੜਤਾਲ ਕਰ ਰਹੇ ਹਾਂ। ਲੇਕਿਨ ਜਾਣਨ ਵਾਲੇ ਲੋਕ ਜਾਣਦੇ ਆ ਕਿ ਅਸਲ 'ਚ ਕਹਾਣੀ ਇਹ ਨਹੀਂ ਜੀ। ਉਹਨਾਂ ਦਾ ਇਹ ਮੰਨਣਾ ਕਿ ਇਹ ਬੰਦਾ RSS ਦਾ ਬਹੁਤ ਸਟਰਾਂਚ ਵਰਕਰ ਹੈ। ਔਰ ਪਿੱਛੇ ਜੇ RSS ਦੇ ਚੀਫ ਮੋਹਨ ਭਾਗਵਤ ਨੇ, ਇਹ ਕੇਰਲਾ ਨੂੰ ਬਿਲੋਂਗ ਕਰਦਾ ਬੰਦਾ ਜੀ। BR ਸ਼ੈਟੀ ਜਦੋਂ ਇੰਡੀਆ 'ਚ ਗਿਆ ਸੀ ਤੇ ਕੇਰਲਾ ਦੇ ਵਿੱਚ ਇਕੱਲੇ ਬੰਦੇ ਨੇ ਮੁਲਾਕਾਤ ਕੀਤੀ ਜੀ। ਫੇਸ ਟੂ ਫੇਸ 2 ਬੰਦੇ ਹੋਏ, ਮੋਹਨ ਭਾਗਵਤ ਤੇ BR ਸ਼ੈਟੀ ਜੀ। ਘੰਟੇ 1.5 ਘੰਟੇ ਦੀ ਮੀਟਿੰਗ ਦੇ ਵਿੱਚ ਉਹਨੇ ਇਹਨੂੰ ਟਾਰਗੇਟ ਦਿੱਤਾ, ਇੱਕ ਏਜੰਡਾ ਦਿੱਤਾ ਕਿ RSS ਦੇ ਏਜੰਡੇ ਨੂੰ ਜਿਹੜੇ ਇਹ ਖਾੜੀ ਦੇ ਦੇਸ਼ ਹੈ, ਇਹਨਾਂ ਦੇਸ਼ਾਂ ਦੇ ਵਿੱਚ ਤੁਸੀਂ ਲਾਗੂ ਕਰਨਾ। ਤੇ ਫਿਰ ਉਹ ਲਾਗੂ ਕਰਨ ਲੱਗਿਆ। ਇਹ ਦੱਸਦੇ ਕਿ 1972-73 ਦੇ ਵਿੱਚ RSS ਦੇ ਨਾਲ ਹੁੰਦਾ ਹੋਇਆ, ਕਿਉਂਕਿ ਮੁੱਢਲਾ ਸਕੂਲ RSS ਉਹ ਤੋਂ ਬਾਅਦ ਫਿਰ ਇਹ ਉਸ ਜਿਹੜਾ BJP ਦਾ ਪਹਿਲਾ ਅਵਤਾਰ ਹੈ, ਜਿਹਨੂੰ ਅਸੀਂ ਜਨਸੰਘ ਪਾਰਟੀ ਕਹਿੰਦੇ ਨੇ, ਇਹ ਜਨਸੰਘ ਦੇ ਵਿੱਚ ਸਰਗਰਮ ਹੁੰਦਾ ਸੀ ਜੀ। ਜਨਸੰਘ ਦੇ ਵਿੱਚੋਂ ਫਿਰ ਇਹ UAE ਦੇ ਵਿੱਚ ਆਇਆ ਤੇ UAE ਦੇ ਵਿੱਚ ਆ ਕੇ ਇਹਨੇ ਵੱਡਾ ਸਾਮਰਾਜ ਖੜਾ ਕਰਕੇ ਉੱਥੇ ਇਹਨੇ RSS ਦੀਆਂ ਜੜ੍ਹਾਂ ਲਵਾਉਣ ਵਾਸਤੇ, RSS ਦੀ ਪੋਲਿਟਿਕਸ, ਉਹਦਾ ਏਜੰਡਾ ਜਿਹੜਾ ਉਹਨੂੰ ਲਵਾਉਣ ਵਾਸਤੇ ਇਸ ਬੰਦੇ ਨੇ ਪੂਰੀ ਸਰਗਰਮੀ ਦੇ ਨਾਲ ਕੰਮ ਕੀਤਾ। ਔਰ ਉਹਦੇ ਵਿੱਚ ਕਾਫੀ ਕਾਮਯਾਬ ਹੋਇਆ ਜੀ। ਤੁਸੀਂ ਦੇਖਿਆ ਹੋਣਾ ਕਿ ਅਬੂ ਧਾਬੀ ਦੇ ਵਿੱਚ ਨਰਿੰਦਰ ਮੋਦੀ ਸਾਹਿਬ ਗਏ ਸੀ।
ਉੱਥੇ ਵੀ ਉਹਨਾਂ ਨੇ ਜਿਵੇਂ ਕਿ ਆਮ ਉਹ ਵਿਦੇਸ਼ਾਂ ਦੇ ਵਿੱਚ ਜਾਂਦੇ ਆ, ਜਦੋਂ ਸਾਡੇ ਪ੍ਰਧਾਨ ਮੰਤਰੀ ਸਾਹਿਬ ਤੇ ਉੱਥੇ ਜਾ ਕੇ ਉਹ ਭਾਰਤੀਆਂ ਨੂੰ ਇਕੱਠੇ ਕਰਕੇ ਜੀ ਉਹਨਾਂ ਨੂੰ ਸੰਬੋਧਨ ਕਰਦੇ ਆ ਤੇ ਉੱਥੋਂ ਫਿਰ ਉਹ ਆਪਣੇ ਹੱਕ ਦੇ ਵਿੱਚ ਹਵਾ ਬਣਾਉਂਦੇ ਆ। ਇਹ ਸਾਬਤ ਕਰਦੇ ਆ ਭਾਰਤ ਦੇ ਅੰਦਰ ਆ ਕੇ ਕਿ ਵਿਦੇਸ਼ਾਂ ਦੇ ਵਿੱਚ ਮੇਰੀ ਬਹੁਤ ਵਾਹ ਸਾਡਾ ਭਾਈਚਾਰਾ ਵੀ ਕਰਦਾ ਹੈ। ਉੱਥੋਂ ਦੀ ਜਿਹੜੀ ਲੀਡਰਸ਼ਿਪ ਹੈ ਉਹ ਵੀ ਮੈਨੂੰ ਕਰਦੇ ਆ। ਟਰੰਪ ਬਾਰੇ ਵੀ ਉਹ ਇਦਾਂ ਕਹਿੰਦਾ ਰਿਹਾ, ਔਰ ਜਿਹੜੇ ਪਹਿਲਾਂ ਸੀ ਓਬਾਮਾ ਸਾਹਿਬ ਉਹਨਾਂ ਬਾਰੇ ਵੀ ਇਦਾਂ ਕਹਿੰਦਾ ਰਿਹਾ। ਖਾੜੀ ਦੇ ਜਿੰਨੇ ਦੇਸ਼ ਹੈ, ਇਹਨਾਂ ਦੇਸ਼ਾਂ ਦੇ ਜਿਹੜੇ ਬਾਦਸ਼ਾਹ ਹੈ ਜਾਂ ਇਹਨਾਂ ਦੇ ਜਿਹੜੇ ਇਲੈਕਟਡ ਪ੍ਰੈਜ਼ੀਡੈਂਟ ਹੈ, ਉਹਨਾਂ ਬਾਰੇ ਵੀ ਇਹੀ ਕਹਿੰਦਾ ਰਿਹਾ। ਤੇ ਨਾਲ ਜਿਹੜੇ ਲੋਕ ਭਾਰਤ ਦੇ ਉੱਥੇ ਬੈਠੇ ਆ, RSS ਕਿਉਂਕਿ ਉਹਨਾਂ 'ਚ ਕੰਮ ਕਰਦੀ ਹੈ, ਉਹਨਾਂ ਨੂੰ ਇਕੱਠਿਆਂ ਕਰਕੇ ਜਦੋਂ ਫਿਰ ਉਹ ਜਲਸਾ ਕਰਦੇ ਆ ਤੇ ਮੋਦੀ ਦੇ ਆਵਾਜ਼ੇ ਉਹਦੇ ਵਿੱਚ ਕੱਸੇ ਜਾਂਦੇ ਆ। ਉਹਨਾਂ ਦੇਸ਼ਾਂ ਦੇ ਵਿੱਚ ਵੀ ਇਹ ਪ੍ਰਭਾਵ ਦੇਣ ਦਾ ਯਤਨ ਕੀਤਾ ਜਾਂਦਾ ਕਿ ਮੈਂ ਭਾਰਤ ਦਾ ਬਹੁਤ ਹੀ ਹਰਮਨ ਪਿਆਰਾ ਲੀਡਰ ਹਾਂ ਜੀ। ਔਰ ਇਹ ਜੋ ਕੁਝ ਹੋਇਆ ਸੀ ਸਾਊਦੀ ਅਰਬ ਦੇ ਵਿੱਚ, ਅਬੂ ਧਾਬੀ ਦੇ ਵਿੱਚ, ਇਹਨੂੰ ਸਾਰੇ ਨੂੰ ਜਿਹੜਾ ਜਥੇਬੰਦ ਕੀਤਾ ਸੀ, ਉਹ ਜਥੇਬੰਦ ਕੀਤਾ ਸੀ ਜੀ ਇਸੇ BR ਸ਼ੈਟੀ ਨੇ। ਹੁਣ ਕਿਉਂਕਿ BR ਸ਼ੈਟੀ ਜਿਹੜਾ ਐਡਾ ਅਮੀਰ ਆਦਮੀ ਸੀ, ਉਹਨੂੰ ਜਿਵੇਂ ਆਪਾਂ ਦੇਸੀ ਭਾਸ਼ਾ 'ਚ ਕਹੀਏ ਤਾਂ ਉਹਨੂੰ ਕੱਖੋਂ ਹੌਲਾ ਕਰਤਾ UAE ਦੀ ਲੀਡਰਸ਼ਿਪ ਨੇ। ਔਰ ਉਹ ਇਸ ਵੇਲੇ ਭਗੌੜਾ ਹੈ। ਪਤਾ ਲੱਗਿਆ ਕਿ ਉਹ ਭਾਰਤ ਦੇ ਵਿੱਚ ਆਇਆ ਹੋਇਆ ਔਰ ਭਾਰਤ 'ਚੋਂ ਵਾਪਸ ਨਹੀਂ ਜਾ ਰਿਹਾ UAE। ਉਹਨੂੰ ਇਸ ਗੱਲ ਦਾ ਪਤਾ ਕਿ ਜੇ ਮੈਂ ਭਾਰਤ ਦੇ ਵਿੱਚ ਚਲਾ ਗਿਆ ਤੇ ਸਾਰਾ ਜਿਹੜਾ ਮੇਰਾ ਇਹ ਕਾਲਾ ਮਾਲਾ ਹੈ, ਇਹ ਕਾਲਾ ਮਾਲਾ ਨੰਗਾ ਹੋਊ ਤੇ ਹੋ ਸਕਦਾ ਉੱਥੋਂ ਦੇ ਕਾਨੂੰਨ ਮੁਤਾਬਕ ਮੈਨੂੰ ਕੋਈ ਸਖਤ ਸਜ਼ਾ ਮਿਲੇ। ਆਮ ਤੌਰ ਦੇ ਉੱਤੇ ਮੰਨਿਆ ਇਹ ਜਾਂਦਾ ਹੈ, ਜਿਹੜੀ ਬਾਹਰ ਜ਼ਾਹਰਾ ਤੌਰ ਦੇ ਉੱਤੇ ਇਹ ਕਿਹਾ ਜਾਂਦਾ ਹੈ ਕਿ ਇਹਨੇ ਗੜਬੜ ਘੁਟਾਲਾ ਕੀਤਾ, ਆਰਥਿਕ ਗੜਬੜ ਘੁਟਾਲਾ ਹੈ। ਪਰ ਮੇਰਾ ਮੰਨਣਾ ਹੈ, ਕੁਝ ਹੋਰ ਸਿਆਸੀ ਪੜਤਾਂ ਦਾ ਵੀ ਮੰਨਣਾ ਹੈ ਵੀ ਜੇ ਗੜਬੜ ਘੁਟਾਲਾ ਕੀਤਾ ਉਹ ਇੱਕ ਦਿਨ ਤੱਕ ਕੀਤਾ ਨਹੀਂ। ਜਦੋਂ ਐਡੇ ਲੰਬੇ ਸਮੇਂ ਤੋਂ ਕਰ ਰਿਹਾ ਸੀ ਇਹ ਸਾਰਾ ਕੁਝ, ਤੇ ਉਹਦਾ ਨੋਟਿਸ ਉਦੋਂ ਕਿਉਂ ਨਹੀਂ ਲਿਆ ਉੱਥੋਂ ਦੀ ਸਰਕਾਰ ਨੇ? ਬਿਲਕੁਲ। ਅਸਲ ਦੇ ਵਿੱਚ ਜਿਹੜਾ ਭਾਰਤ ਦਾ ਵਾਤਾਵਰਨ ਗੰਧਲਾ ਹੋਇਆ, ਭਾਰਤ ਦੇ ਵਾਤਾਵਰਨ ਦੇ ਵਿੱਚ ਫਿਰਕੂ ਜ਼ਹਿਰ ਘੋਲਿਆ ਜਾ ਰਿਹਾ ਹੈ। ਇਸ ਜ਼ਹਿਰ ਦਾ ਭਾਰਤ ਤੋਂ ਬਾਹਰ ਵੀ ਅਸਰ ਹੋਣਾ ਸ਼ੁਰੂ ਹੋ ਗਿਆ ਹੈ। ਔਰ ਜਿਵੇਂ ਕਿ ਅਸੀਂ ਪਹਿਲਾਂ ਕਹਿੰਦੇ ਸੀ ਕਿ ਅਰਬ ਦੇਸ਼ਾਂ ਨੂੰ ਇਹਨਾਂ ਨੇ ਅਹਿਸਾਸ ਕਰਾਤਾ ਕਿ ਭਾਰਤ ਦੇ ਵਿੱਚ ਮੁਸਲਮਾਨਾਂ ਦੇ ਲਈ ਹਾਲਾਤ ਜਿਹੜੇ ਸੁਖਾਨੇ ਨਹੀਂ, ਔਰ ਮੁਸਲਮਾਨਾਂ ਨੂੰ ਇੱਕ ਟਾਰਗੇਟ ਕੀਤਾ ਜਾ ਰਿਹਾ ਉਹਨਾਂ ਦੇ ਧਰਮ ਵਿਸ਼ੇਸ਼ ਕਰਕੇ, ਤਾਂ ਫਿਰ ਇਹ ਦੇਖਣਾ ਪਊ ਕਿ ਦੁਨੀਆ ਦੇ ਵਿੱਚ ਕਿੰਨੇ ਜਿਹੜੇ ਹੈਗੇ ਮੁਸਲਮਾਨ ਦੇਸ਼ ਹੈ। ਤੇ ਜਦੋਂ ਫਿਰ ਉਹਨਾਂ ਦੀ ਜਿਹੜੀ ਹੈਗੀ ਹੈ ਗੈਰਤ ਜਾਗੂਗੀ, ਉਹ ਗੈਰਤ ਭਾਰਤ ਲਈ ਕਿੰਨੀ ਮਹਿੰਗੀ ਪਊਗੀ। ਉਹਦੀ ਸਭ ਤੋਂ ਵੱਡੀ ਮਿਸਾਲ ਜਿਹੜੀ ਸ਼ੁਰੂ ਦੀ ਮਿਸਾਲ ਹੈ ਜੀ, ਉਹ BR ਸ਼ੈਟੀ ਦੀ ਹੈ, ਜਿਹੜਾ RSS ਦਾ ਬੰਦਾ ਹੈ, RSS ਦੇ ਏਜੰਡੇ ਨੂੰ ਲਾਗੂ ਕਰਦਾ ਹੈ। ਔਰ $8 ਨਾਲ ਜਿਹਨੇ ਆਪਦਾ ਕੰਮ ਸ਼ੁਰੂ ਕਰਕੇ ਐਡਾ ਵੱਡਾ ਸਾਮਰਾਜ ਬਣਾਇਆ, ਉਹਨੂੰ ਇਸ ਵੇਲੇ ਕੱਖੋਂ ਹੌਲਾ ਕਰਦਾ ਤੇ ਉਹ UAE ਦੇ ਵਿੱਚੋਂ ਭਗੌੜਾ ਹੋ ਕੇ ਭਾਰਤ ਦੇ ਵਿੱਚ ਲੁਕਿਆ ਹੋਇਆ ਜੀ। ਬਿਲਕੁਲ ਜੀ ਢਿੱਲੋਂ ਸਾਹਿਬ, ਵਾਕਿਆ ਗੱਲ ਸਹੀ ਹੈ। ਆਪਾਂ ਦੂਸਰੀਆਂ ਖਬਰਾਂ ਤੇ ਵੀ ਚੱਲਦੇ, ਆਪਣੇ ਨਾਲ ਕਾਲਰ ਜੁੜੇ ਜੀ, ਪਹਿਲਾਂ ਕਾਲ ਲੈ ਲਈਏ। ਹਾਂਜੀ, ਸਵਾਗਤ ਹੈ ਜੀ ਤੁਹਾਡਾ PTN 24 ਤੇ। ਹੈਲੋ। ਹਾਂਜੀ ਸਵਾਗਤ ਹੈ ਭੈਣ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਭ ਤੋਂ ਪਹਿਲਾਂ ਤਾਂ ਚੰਦੀ ਸਾਹਿਬ ਤੇ ਢਿੱਲੋਂ ਸਾਹਿਬ ਆਪ ਨੂੰ ਤੇ PTN 24 ਦੇ ਸਾਰੇ ਦਰਸ਼ਕਾਂ ਸਰੋਤਿਆਂ ਨੂੰ ਨਿੱਘੀ ਜਿਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਢਿੱਲੋਂ ਸਾਹਿਬ ਤੁਹਾਨੂੰ ਵੀ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ। ਤੇ ਮੈਂ ਇਹ ਕਹਿਣਾ ਚਾਹੁੰਦੀ ਕਿ ਸਭ ਤੋਂ ਪਹਿਲਾਂ ਤਾਂ ਅੱਜ 30 ਅਪ੍ਰੈਲ ਦਾ ਦਿਹਾੜਾ ਜੀ, ਆਪਣਾ ਹਰੀ ਸਿੰਘ ਨਲੂਆ ਜਿਹੜੇ ਇੱਕ ਮਹਾਨ ਜਰਨੈਲ ਹੋਏ ਨੇ ਆਪਣੇ ਸਿੱਖ ਰਾਜ ਦੇ ਵਿੱਚ ਜੀ, ਅੱਜ ਉਹਨਾਂ ਦਾ ਸ਼ਹੀਦੀ ਦਿਹਾੜਾ ਹੈਗਾ। ਅਸੀਂ ਉਹਨਾਂ ਨੂੰ ਵੀ ਸ਼ਰਧਾ ਦੇ ਜਿਹੜੇ ਫੁੱਲ ਆ ਉਹ ਭੇਟ ਕਰਦੇ ਹਾਂ ਜੀ। ਇੱਕ ਇਹ ਅਤਕਥਨੀ ਕੋਈ ਨਹੀਂ ਹੋਵੇਗੀ ਕਿ ਇੱਕ ਬੜੇ ਹੀ ਮਹਾਨ ਸੂਰਵੀਰ ਜਰਨੈਲ ਹੋਏ ਨੇ ਜੀ। ਉਹਨਾਂ ਨੇ ਬਹੁਤ ਹੀ ਵੱਡੀਆਂ ਆਪਣੇ ਸਮੇਂ ਦੇ ਵਿੱਚ ਉਹਨਾਂ ਨੇ ਬਹੁਤ ਵੱਡਾ ਰੁਤਬਾ ਤੇ ਮੁਕਾਮ ਹਾਸਲ ਕੀਤਾ ਸੀਗਾ, ਤੇ ਉਹਨਾਂ ਨੇ ਉੱਥੇ ਜਮਰੌਦ ਦੇ ਸਥਾਨ ਤੇ ਉਹਨਾਂ ਦੀ ਸ਼ਹੀਦੀ ਹੋਈ ਸੀਗੀ ਜੀ। ਅੱਜ ਉਹਨਾਂ ਨੂੰ ਅਸੀਂ ਨਤਮਸਤਕ ਹੁੰਦੇ ਹਾਂ ਜੀ, ਉਹਨਾਂ ਨੂੰ ਵੀ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ। ਦੂਜਾ ਮੈਂ ਇਹ ਕਹਿਣਾ ਚਾਹੁੰਦੀ ਸੀ ਕਿ ਉਹਨਾਂ ਦਾ ਇੰਨਾ ਬੋਲਬਾਲਾ ਸੀਗਾ ਹਰੀ ਸਿੰਘ ਨਲੂਆ ਜੀ ਦਾ ਕਿ ਜਦੋਂ ਕੋਈ ਬੱਚਾ ਰਾਤ ਨੂੰ ਰੋ ਰਿਹਾ ਹੁੰਦਾ ਸੀ, ਕਦੀ ਸੌਂਦੇ ਵੀ ਨਹੀਂ ਸੀ, ਤਾਂ ਹਮੇਸ਼ਾ ਉਹਨਾਂ ਨੂੰ ਇਹ ਡਰਾਵਾ ਦਿੱਤਾ ਜਾਂਦਾ ਸੀ ਕਿ ਚੁੱਪ ਕਰਕੇ ਸੌਂ ਜਾ, ਨਲੂਆ ਆ ਗਿਆ। ਤੇ ਉਹਨਾਂ ਨੇ ਬਹੁਤ ਹੀ ਇੱਕ ਧਾਰਮਿਕ ਰੁਚੀ ਦੇ ਵਿਅਕਤੀ ਸੀਗੇ ਤੇ ਉਹਨਾਂ ਨੇ ਬਹੁਤ ਸਿੱਖ ਰਾਜ ਨੂੰ ਮਜ਼ਬੂਤ ਕਰਨ 'ਚ ਉਹਨਾਂ ਦਾ ਹੱਥ ਸੀਗਾ ਜੀ। ਤੇ ਨਾਲ ਮੈਂ ਇਹ ਕਹਿਣਾ ਚਾਹੁੰਦੀ ਕਿ ਆਪਣਾ ਫਿਲਮੀ ਜਗਤ ਨੂੰ ਬਹੁਤ ਵੱਡਾ ਘਾਟਾ ਪੈ ਗਿਆ। 24 ਘੰਟਿਆਂ ਦੇ ਵਿੱਚ ਸਾਡੇ 2 ਮਸ਼ਹੂਰ ਜਿਹੜੇ ਫਿਲਮੀ ਐਕਟਰ ਸੀਗੇ ਉਹਨਾਂ ਦੀ ਮੌਤ ਹੋ ਗਈ। ਤੇ ਇੱਕ ਦਿਨ ਪਹਿਲਾਂ ਇਰਫਾਨ ਖਾਨ ਜਿਹੜੇ ਸੀਗੇ ਉਹ 54 ਸਾਲ ਦੇ ਸੀਗੇ, ਉਹਨਾਂ ਦੀ ਕੋਰੋਨਾ ਕੈਂਸਰ ਨਾਲ ਮੌਤ ਹੋ ਗਈ। ਤੇ ਉਸ ਤੋਂ 24 ਘੰਟਿਆਂ ਦੇ ਅੰਦਰ ਹੀ 30 ਅਪ੍ਰੈਲ ਨੂੰ 67 ਸਾਲ ਦੇ ਰਿਸ਼ੀ ਕਪੂਰ ਜੀ ਸੀਗੇ, ਉਹਨਾਂ ਦੀ ਡੈਥ ਹੋ ਗਈ। ਲਕੀਮੀਆ ਦੇ ਕੈਂਸਰ ਦੇ ਉਹ ਮਰੀਜ਼ ਸੀਗੇ ਜੀ, 2 ਸਾਲ ਤੋਂ ਜੂਝ ਰਹੇ ਸੀ ਕੈਂਸਰ ਨਾਲ। ਤੇ ਉਹਨਾਂ ਨੇ ਬਹੁਤ ਹੀ ਵਧੀਆ ਮੂਵੀਆਂ ਦਿੱਤੀਆਂ ਜੀ, ਬੌਬੀ, ਨਗੀਨਾ, ਲੈਲਾ ਮਜਨੂ, ਅਮਰ ਅਕਬਰ, ਐਂਥਨੀ,
ਤੇ ਉਹਨਾਂ ਦੇ ਪ੍ਰੇਮ ਰੋਗ ਤੇ ਕੁਲੀ ਉਹਨਾਂ ਨੇ ਬਹੁਤ ਬਹੁਤ ਜਿਹੜੀਆਂ ਮੂਵੀਆਂ 'ਚ ਵਧੀਆ ਅਦਾਕਾਰੀ ਕੀਤੀ। 3 ਪੀੜ੍ਹੀਆਂ ਤੋਂ ਉਹ ਫਿਲਮੀ ਦਾਇਰੇ ਦੇ ਨਾਲ ਜੁੜੇ ਹੋਏ ਆ ਜੀ। ਤੇ ਬਾਕੀ ਮੈਂ ਇਹ ਵੀ ਕਹਿਣਾ ਚਾਹੁੰਦੀ ਕਿ ਉਹ ਪਹਿਲੀ ਮੂਵੀ ਬੌਬੀ 'ਚ ਉਹਨਾਂ ਦੀ ਪਹਿਚਾਣ ਬਣੀ ਸੀ, ਲੋਕਾਂ ਨੇ ਆਪਣੇ ਬੱਚਿਆਂ ਦੇ ਨਾਂ ਤੱਕ ਵੀ ਬੌਬੀ ਰੱਖੇ ਸੀਗੇ। ਸੋ ਇਹ ਇਦਾਂ ਦੇ ਜਿਹੜੇ ਵਧੀਆ ਕਲਾਕਾਰੀ, ਜਿਹੜੇ ਫਿਲਮ ਅਦਾਕਾਰ ਜਿਹੜੇ ਵਧੀਆ ਆਪਣਾ ਕਾਰਗੁਜ਼ਾਰੀ ਕਰਦੇ ਨੇ ਤੇ ਜਦੋਂ ਇਸ ਦੁਨੀਆ ਤੋਂ ਜਾਂਦੇ ਨੇ ਜੀ ਫਿਰ ਬਹੁਤ ਵੱਡਾ ਘਾਟਾ ਵੀ ਪੈਂਦਾ ਜੀ। ਇਹ 24 ਘੰਟਿਆਂ ਦੇ ਵਿੱਚ ਜੋ ਜਿਹੜੇ ਸੀਗੇ 2 ਜਿਹੜੇ ਫਿਲਮੀ ਅਦਾਕਾਰ ਸੀਗੇ ਉਹ ਸਾਡੇ ਤੋਂ ਸਦੀਵੀ ਵਿਛੜ ਗਏ ਆ। ਅਸੀਂ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦੇ ਕਿ ਉਹਨਾਂ ਨੂੰ ਪਰਮਾਤਮਾ ਆਪਣੇ ਚਰਨਾਂ 'ਚ ਨਿਵਾਸ ਦੇਣ। ਤੇ ਚੰਦੀ ਸਾਹਿਬ ਬਾਕੀ ਕਾਲਰਸ ਨੂੰ ਵੀ ਟਾਈਮ ਦੇਣਾ। ਬਸ ਮੈਂ ਹੀ ਤੁਹਾਡੇ ਨਾਲ 2-3 ਗੱਲਾਂ ਸ਼ੇਅਰ ਕਰਨੀਆਂ ਸੀਗੀਆਂ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਹਾਂ, ਧੰਨਵਾਦ ਭੈਣ ਜੀ ਕਾਲ ਕਰਨ ਲਈ ਤੇ ਇੰਨੀ ਜਾਣਕਾਰੀ ਦੇਣ ਵਾਸਤੇ ਵੀ। ਵਾਕਿਆ ਹੀ ਰਿਸ਼ੀ ਕਪੂਰ ਹੁਣੀ ਵੀ ਚਲੇ ਗਏ ਜੀ ਅੱਜ, ਤੇ ਬੜੀਆਂ ਵਧੀਆ ਫਿਲਮਾਂ ਆਈਆਂ। ਮੇਰਾ ਨਾਮ ਜੋਕਰ ਦੇ ਵਿੱਚ ਜਿਹੜਾ ਉਹਨਾਂ ਨੇ ਰਾਜ ਕਪੂਰ ਜਾਣੀ ਕਿ ਆਪਣੇ ਪਿਤਾ ਦਾ ਜਿਹੜਾ ਰੋਲ ਆ ਬਚਪਨ ਦਾ ਰੋਲ ਉਹਨਾਂ ਨੇ ਆਪ ਕੀਤਾ ਸੀਗਾ। ਜਿਹੜੀ ਛੋਟੀ ਉਮਰ ਦੇ ਵਿੱਚ ਜਿਹੜਾ ਰੋਲ ਕੀਤਾ ਸੀ ਰਿਸ਼ੀ ਕਪੂਰ ਦਾ ਸੀਗਾ। ਢਿੱਲੋਂ ਸਾਹਿਬ ਤੁਸੀਂ ਕੁਝ ਕਹਿਣਾ ਚਾਹੋਗੇ? ਮੈਂ ਭੈਣ ਜੀ ਨੂੰ ਪਹਿਲਾਂ ਤਾਂ ਫਤਿਹ ਅਰਜ਼ ਕਰਦਾ ਹੋਇਆ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਉਹਨਾਂ ਦਾ ਕਿ ਇਤਿਹਾਸ ਦੇ ਪੰਨੇ ਜੀ ਜਿਹਦੇ ਚ ਕਸੂਰ, ਜਿਹਦੇ ਵਿੱਚ ਗਲਤੀ ਸਾਡੀ ਰਹਿ ਜਾਂਦੀ ਹੈ, ਮੇਰੀ ਵੀ ਇਤਿਹਾਸ ਦੇ ਵਿੱਚ ਉਨੀ ਪਕੜਨੀ ਚੰਦੀ ਸਾਹਿਬ ਜੀ ਕਿ ਇਹ ਚੀਜ਼ਾਂ ਅਸਲ ਦੇ ਵਿੱਚ ਜਿਹੜੀਆਂ ਸਿੱਖ ਹਿਸਟਰੀ ਨਾਲ ਚੀਜ਼ਾਂ ਸੰਬੰਧਿਤ ਹੈ, ਇਹਨਾਂ ਨੂੰ ਸਾਨੂੰ ਸ਼ੁਰੂ ਦੇ ਵਿੱਚ ਹੀ ਗੱਲ ਕਹਿਣਾ ਚਾਹੀਦੀ ਹੈ। ਜੀ ਪਰ ਕਿਉਂਕਿ ਮੇਰੀ ਜਾਣਕਾਰੀ ਉਨੀ ਨਹੀਂ, ਤੁਸੀਂ ਵੀ ਮੇਰਾ ਖਿਆਲ ਵੀ ਆਪਣੇ ਰੁਝੇਵਿਆਂ ਦੇ ਵਿੱਚੋਂ ਕਈ ਵਾਰੀ ਦਿਮਾਗੀ ਤੌਰ ਤੇ ਵਿੱਚੋਂ ਨਿਕਲ ਜਾਂਦੀ ਹੈ ਗੱਲ, ਤੁਸੀਂ ਵੀ ਨਹੀਂ ਕਰ ਸਕੇ। ਤੇ ਇਹ ਸ਼ੁਕਰਗੁਜ਼ਾਰ ਹੁੰਦੇ ਆ ਭੈਣ ਜੀ ਹੋਣਾ ਦਾ ਕਿ ਜਿਨ੍ਹਾਂ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਰਦਾਰ ਹਰੀ ਸਿੰਘ ਨਲੂਆ, ਜਥੇਦਾਰ ਜਰਨੈਲ ਨਲੂਆ, ਸਿੱਖ ਜਰਨੈਲ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੇ ਬਾਰੇ ਅਸੀਂ ਬਹੁਤ ਕੁਝ ਜਾਣਦੇ ਹਾਂ, ਲੇਕਿਨ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਸਿੱਖ ਰਾਜ ਹੈ ਉਹਨੂੰ ਸਥਾਪਿਤ ਕਰਨ ਦੇ ਵਿੱਚ ਜੋ ਰੋਲ ਜਿਹੜਾ ਹੈਗਾ, ਸਿੱਖ ਰਾਜ ਨਹੀਂ, ਵੈਸੇ ਮੈਂ ਇਹਨੂੰ ਸੈਕੂਲਰ ਰਾਜ ਸਮਝਦਾ, ਕਿਉਂਕਿ ਉਸ ਰਾਜ ਦੇ ਵਿੱਚ ਮੁਸਲਮਾਨਾਂ ਤੇ ਹਿੰਦੂਆਂ ਨੂੰ ਉਹਨਾਂ ਨੇ ਆਪਣੀਆਂ ਵਜ਼ੀਰੀਆਂ ਵੱਧ ਦਿੱਤੀਆਂ ਹੋਈਆਂ ਸੀ। ਉਸ ਰਾਜ ਦੀ ਸਥਾਪਤੀ ਦੇ ਵਿੱਚ ਤੇ ਉਹਨੂੰ ਕਾਇਮ ਮੁਕਾਮ ਰੱਖਣ ਦੇ ਵਿੱਚ ਹਰੀ ਸਿੰਘ ਨਲੂਆ ਦਾ ਬਹੁਤ ਵੱਡਾ ਯੋਗਦਾਨ ਹੈ। ਭੈਣ ਜੀ ਨੇ ਇੱਕ ਬੜੀ ਵਿਲੱਖਣ ਗੱਲ ਮੇਰੇ ਯਾਦ ਕਰਵਾਤੀ, ਉਹ ਵੀ ਇਤਿਹਾਸ ਦੇ ਵਰਕਿਆਂ ਨਾਲ ਸੰਬੰਧਿਤ ਹੈ, ਮੈਂ ਦੱਸਣੀ ਚਾਹੂੰਗਾ। ਜਦੋਂ ਰਿਸ਼ੀ ਕਪੂਰ ਦਾ ਜ਼ਿਕਰ ਕਰਦੇ ਆ ਤੇ ਫਿਲਮ ਬੌਬੀ ਦਾ ਜ਼ਿਕਰ ਕਰਦੇ ਆ, ਬਹੁਤ ਪਹਿਲਾਂ ਮੈਂ ਬਾਦਲ ਪਿੰਡ ਦੇ ਵਿੱਚ ਗਿਆ ਸੀ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਜਿਹੜੇ ਸਿਆਸੀ ਗੁਰੂ ਹੁੰਦੇ ਸੀ, ਸਰਦਾਰ ਤੇਜਾ ਸਿੰਘ ਬਾਦਲ, ਉਹਨਾਂ ਦੇ ਘਰ ਬੈਠੇ ਗੱਲਾਂ ਬਾਤਾਂ ਕਰ ਰਹੇ ਸੀ ਕੁਝ ਲੋਕਾਂ ਨਾਲ, ਤੇ ਉਹਨਾਂ ਦੇ ਇੱਕ ਸੇਵਾਦਾਰ ਹੁੰਦਾ ਸੀ। ਸੇਵਾਦਾਰ ਤੋਂ ਭਾਵ ਇਹ ਕਿ ਬੰਦਾ ਉਹ ਸਰਕਾਰੀ ਨੌਕਰੀ ਕਰਦਾ ਹੁੰਦਾ ਸੀਗਾ, ਰੂਰਲ ਡਿਵੈਲਪਮੈਂਟ ਡਿਪਾਰਟਮੈਂਟ ਦੇ ਵਿੱਚ ਗ੍ਰਾਮ ਸੇਵਕ ਹੁੰਦਾ ਸੀ, ਨਾ ਸੀ ਉਹਦਾ ਮਿੱਤ ਸੀ, ਤੇ ਉਹ ਬੰਦਾ, ਉਹਦੀ ਡੈਥ ਵੀ ਉਹਨਾਂ ਦੇ ਘਰ ਦੇ ਵਿੱਚ ਹੀ ਹੋਈ ਸੀ, ਉਹ ਰਿਹਾ ਠੀਕ ਠਾਕ ਉੱਥੇ ਹੀ ਰਿਹਾ ਸੀ ਰਿਟਾਇਰ ਹੋਣ ਤੋਂ ਬਾਅਦ ਵੀ। ਉਹ ਗੱਲਾਂ ਕਰਨ ਲੱਗੇ ਇੱਕ ਵਾਰੀ ਵੀ ਕੀ ਹੈ, ਕਿਵੇਂ ਹੈ, ਪੋਲੀਟੀਕਲ ਬੰਦਿਆਂ ਦੇ ਸ਼ੌਕ ਕੀ ਹੁੰਦੇ ਹੈ। ਮੈਂ ਵੈਸੇ ਉਹਨੂੰ ਕਹਿ ਦਿੱਤਾ, ਮੈਂ ਕਿਹਾ ਯਾਰ ਪੋਲੀਟੀਕਲ ਬੰਦਿਆਂ ਕੋਲ ਤਾਂ ਟਾਈਮ ਹੀ ਨਹੀਂ ਹੁੰਦਾ, ਨਾ ਇਹ ਮੂਵੀਜ਼ ਦੇਖ ਸਕਦੇ ਹੈ, ਲਿਖਣ ਪੜ੍ਹਨ ਦੇ ਵਿੱਚ ਮਸਰੂਫ ਰਹਿੰਦੇ ਹੈ, ਆਪਣੇ ਕਾਰੋਬਾਰੀ ਕੰਮਾਂ 'ਚ ਮਸਰੂਫ ਰਹਿੰਦੇ ਹੈ। ਉਹ ਮੈਨੂੰ ਕਹਿੰਦਾ ਨਹੀਂ ਇਹੋ ਜਿਹੀ ਗੱਲ ਨਹੀਂ। ਮੈਂ ਕਿਹਾ ਕੀ ਗੱਲ? ਕਹਿੰਦੇ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਬਾਰੇ ਤੁਸੀਂ ਕੀ ਸੋਚਦੇ ਹੋ ਕਿ ਕਦੇ ਇਹਨਾਂ ਨੇ ਮੂਵੀ ਦੇਖੀ ਹੋਣੀ ਹੈ? ਮੈਂ ਕਿਹਾ ਮੈਂ ਤਾਂ ਇਹਨਾਂ ਦੀ ਗੱਲ ਹੀ ਕਰਦਾ ਵੀ ਇਹਨਾਂ ਨੇ ਕਦੇ ਮੂਵੀ ਦੇਖੀ ਨਹੀਂ ਹੋਣੀ, ਤਾਂ ਆਪਣੀ ਰਾਜਨੀਤੀ ਦੇ ਵਿੱਚ ਇੰਨੇ ਗਲਤਾਨ ਹੈ, ਇੰਨੇ ਰੁੱਝੇ ਹੋਏ ਹੈ, ਪੰਥਕ ਆਗੂ, ਇਹਨਾਂ ਨੇ ਕੀ ਇਹ ਗੱਲ ਪੜ੍ਹੀ ਹੈ? ਤੇ ਫਿਰ ਉਹਨੇ ਮੈਨੂੰ ਦੱਸੀ ਕਿ ਬੌਬੀ ਫਿਲਮ ਦੇਖਣ ਵਾਸਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੈਨੂੰ ਨਾਲ ਲੈ ਕੇ ਗਏ ਸੀ, ਮੈਂ ਗੱਡੀ ਚਲਾਈ ਸੀ ਤੇ ਅਸੀਂ ਉਹ ਬੌਬੀ ਫਿਲਮ ਦਿੱਲੀ ਦੇਖ ਕੇ ਆਏ ਸੀ। ਇਹ ਹੁਣ ਭੈਣ ਜੀ ਨੇ ਜ਼ਿਕਰ ਕਰਤਾ ਜਦੋਂ ਫਿਲਮਾਂ ਦਾ, ਰਿਸ਼ੀ ਕਪੂਰ ਦੀਆਂ ਦਾ ਤੇ ਬੌਬੀ ਦਾ। ਬੌਬੀ ਉਸ ਸਮੇਂ ਦੀ ਬੜੀ ਪਾਪੂਲਰ ਫਿਲਮ ਸੀ, ਜਿਸ ਫਿਲਮ ਨੇ ਰਿਸ਼ੀ ਕਪੂਰ ਨੂੰ ਇੱਕ ਵੱਖਰੀ ਪਛਾਣ ਦਵਾਈ ਸੀ, ਜਿਹੜੀ ਹੈ ਇਹਦੇ ਚ ਅਦਾ ਦੇ ਖੇਤਰ ਵਿੱਚ, ਕਿ ਅਦਾਕਾਰੀ ਕੀ ਚੀਜ਼ ਹੁੰਦੀ ਹੈ, ਕਿਵੇਂ ਹੈ, ਕਿਸ ਤਰ੍ਹਾਂ ਉਹਨਾਂ ਨੇ ਆਪਦਾ ਬਣਾਇਆ ਸੀ। ਸੋ ਸ਼ੁਕਰਗੁਜ਼ਾਰ ਹਾਂ ਜੀ ਭੈਣ ਜੀ ਬਹੁਤ ਬਹੁਤ ਜੀ। ਚੱਲਦੇ ਆਪਾਂ ਨੈਕਸਟ ਕਾਲ ਤੇ। ਹਾਂਜੀ ਵੀਰ ਜੀ, ਸਵਾਗਤ ਹੈ ਤੁਹਾਡਾ 0190। ਸਤਿ ਸ੍ਰੀ ਅਕਾਲ ਚੰਨੀ ਸਾਹਿਬ, ਸਤਿ ਸ੍ਰੀ ਅਕਾਲ ਢਿੱਲੋਂ ਸਾਹਿਬ। ਸਤਿ ਸ੍ਰੀ ਅਕਾਲ ਜੀ ਬਿਲਕੁਲ ਸਾਹਿਬ। ਸਭ ਤੋਂ ਪਹਿਲੇ ਤਾਂ ਆਪਾਂ ਜਿਹੜੀ ਗੱਲ ਹੋਈ ਕੱਲ ਜੀ ਇਰਫਾਨ ਖਾਨ ਦੀ, ਤੇ ਅੱਜ ਰਿਸ਼ੀ ਕਪੂਰ ਦਾ ਸੁਣ ਆਇਆ, ਉਹ ਛੱਡ ਗਏ ਇਹਨਾਂ ਦੇ ਸਾਨੂੰ, ਤੇ ਕਹਿਣ ਦਾ ਮਤਲਬ ਆਪਣੀ ਸ਼ਰਧਾਂਜਲੀ ਅਰਪਣ ਕਰ ਸਕਦੇ ਹਾਂ ਦੋਨਾਂ ਮਹਾਨ ਕਲਾਕਾਰਾਂ ਨੂੰ। ਤੇ ਬਾਕੀ ਜਿੱਦਾਂ ਗੱਲ ਹੋ ਰਹੀ ਸੀ ਹੁਣ ਇਹਨਾਂ ਦੀ ਸਰਦਾਰ ਹਰੀ ਸਿੰਘ ਨਲਵਾ ਦੀ, ਕਮਾਂਡਰ ਇਨ ਚੀਫ ਸਿੱਖ ਫੌਜ ਦੇ ਸੀ ਕਿ ਨਹੀਂ, ਦੇਖੋ ਇਹਨਾਂ ਨੇ ਕਿੰਨੀਆਂ ਲੜਾਈਆਂ ਜਿੱਤੀਆਂ, ਕਸ਼ਮੀਰ ਵੀ ਇਹਨਾਂ ਨੇ ਜਿੱਤਿਆ ਉਸ ਟਾਈਮ, ਮੁਲਤਾਨ, ਅਟਕ ਵਗੈਰਾ, ਇਹ ਕਸ਼ਮੀਰ ਦੇ ਗਵਰਨਰ ਵੀ ਰਹੇ। ਤੇ ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਕਸ਼ਮੀਰ ਵੀ ਸਿੱਖ ਰਾਜ ਦਾ ਹਿੱਸਾ ਰਿਹਾ, ਪਰ ਮਹਾਰਾਜਾ ਰਣਜੀਤ ਸਿੰਘ ਜਾਣ ਤੋਂ ਬਾਅਦ ਜਿਹੜੀ ਫੁੱਟ ਪਈ ਆਪਸ ਦੇ ਵਿੱਚ, ਉਹ ਵੀ ਸਾਡੇ ਹੱਥੋਂ ਨਿਕਲ ਗਿਆ। ਬਿਲਕੁਲ ਜੀ। ਤੇ ਬਾਕੀ ਢਿੱਲੋਂ ਸਾਹਿਬ ਕੋਲੋਂ ਇੱਕ ਸਵਾਲ ਹੈ ਵੀ ਜਿਹੜਾ ਹਜ਼ੂਰ ਸਾਹਿਬ ਹੁਣ ਯਾਤਰੀ ਆਏ ਨੇ, ਪਹਿਲੇ ਅਸੀਂ
ਕਹਿ ਰਹੇ ਸੀ ਵੀ ਉਹਨਾਂ ਨੂੰ ਲੈ ਕੇ ਆਓ ਇੱਥੇ। ਹੁਣ ਉਹ ਕਹਿ ਰਹੇ ਨੇ ਵੀ ਸਾਨੂੰ ਲਿਆਏ ਕਿਉਂ? ਅਸੀਂ ਤਾਂ ਉੱਥੇ ਬੜੇ ਵਧੀਆ ਸੀ, ਸਾਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਸੀ, ਅਸੀਂ ਸਭ ਕੁਝ ਠੀਕ ਠਾਕ ਸੀ, ਸਾਨੂੰ ਇਹ ਜ਼ਬਰਦਸਤੀ ਬੱਸਾਂ 'ਚ ਬਿਠਾ ਕੇ ਲਿਆਏ ਨੇ। ਤੇ ਹੁਣ ਉਹਨਾਂ ਦੇ ਵਿੱਚ ਇਦਾਂ ਦੀ ਜਿਹੜੇ ਕੇਸਿਸ ਨਿਕਲ ਰਹੇ ਨੇ, ਇਹ ਗਲਤੀ ਮਹਾਰਾਸ਼ਟਰ ਗਵਰਨਮੈਂਟ ਦੀ ਹੈ ਕਿ ਪੰਜਾਬ ਗਵਰਨਮੈਂਟ ਦੀ ਹੈ? ਕਿਉਂਕਿ ਜੋ ਦਿਖਾਈ ਦੇ ਰਿਹਾ ਵੀ ਲੱਗਦੀ ਦੋਨਾਂ ਹੀ ਗਵਰਨਮੈਂਟਾਂ ਵੱਲੋਂ ਕੁਝ ਹੋਇਆ, ਕਿਉਂਕਿ ਇਹਨਾਂ ਨੇ ਵੀ ਸ਼ੁਰੂ ਦੇ ਵਿੱਚ ਆ ਕੇ ਉਹਨਾਂ ਨੂੰ ਕੁਆਰੰਟਾਈਨ ਨਹੀਂ ਕੀਤਾ ਕਿ ਨਹੀਂ, ਤੇ ਜਿਹੜੇ ਚੈੱਕ ਕਰਨੇ ਸੀ ਉਹ ਨਹੀਂ ਕੀਤੇ ਗਏ ਪ੍ਰੋਪਰ ਢੰਗ ਨਾਲ। ਇਹਨੂੰ ਪੰਜਾਬ ਗਵਰਨਮੈਂਟ ਵੀ ਇਸ ਮਾਮਲੇ ਨੂੰ ਨਹੀਂ ਸੰਭਾਲ ਪਾਈ, ਤੇ ਹੁਣ ਪੰਜਾਬ ਗਵਰਨਮੈਂਟ ਕਹਿੰਦੀ ਮੈਂ ਬਾਹਰੋਂ ਵੀ ਲਿਆ ਰਹੀ ਹਾਂ ਕੋਈ ਵਰਕਰ ਜਿਹੜੇ ਪੰਜਾਬ ਦੇ ਬਾਹਰ ਰਹਿ ਗਏ ਨੇ। ਤੇ ਉਹ ਵੀ ਖਬਰ ਸੁਣੀ ਵੀ ਕੋਈ 100-150 ਦੇ ਕਰੀਬ ਵਰਕਰ ਕੋਈ ਆਇਆ, ਤੇ ਹੁਣ ਉਹਨਾਂ ਦਾ ਅਤਾ ਪਤਾ ਹੀ ਨਹੀਂ ਲੱਗ ਰਿਹਾ ਉਹ ਕਿੱਧਰ ਚਲੇ ਗਏ ਨੇ। ਤੇ ਕੁਝ ਪੰਜਾਬ ਗਵਰਨਮੈਂਟ ਦੀ ਅਣਗਹਿਲੀਆਂ ਤਾਂ ਹੋ ਰਹੀਆਂ ਜੀ, ਇਸ ਬਾਰੇ ਢਿੱਲੋਂ ਸਾਹਿਬ ਪੁੱਛਣਾ ਚਾਹੁੰਦੇ। ਥੈਂਕ ਯੂ। ਧੰਨਵਾਦ ਜੀ ਢਿੱਲੋਂ ਸਾਹਿਬ। ਆਪਾਂ ਖਬਰ ਵੀ ਇਹ ਸਾਂਝੀ ਕਰਨੀ ਸੀ, ਹਜ਼ੂਰ ਸਾਹਿਬ ਤੋਂ ਵਾਪਸ ਆਏ ਸ਼ਰਧਾਲੂਆਂ ਚੋਂ 84 ਜਿਹੜੇ ਕਰੋਨਾ ਦੇ ਪੋਜ਼ਿਟਿਵ ਪਾਏ ਗਏ ਆ ਜੀ। ਬਿਲਕੁਲ ਜੀ, ਜਿਵੇਂ ਭਾਈ ਸਾਹਿਬ ਨੇ ਗੱਲ ਕੀਤੀ ਹੈ ਜੀ, ਹੁਣ ਆਪਾਂ ਇਹਨੂੰ ਸ਼ੁਰੂ ਤੋਂ ਗੱਲ ਉੱਥੋਂ ਹੀ ਕਰ ਲਈਏ, ਸ਼ੁਰੂ ਜਿੱਥੋਂ ਇਹਨਾਂ ਨੇ ਕੀਤੀ ਹੈ ਜੀ। ਕਿ ਬਹੁਤ ਸਾਰੇ ਲੋਕ ਸਾਡੇ ਹਜ਼ੂਰ ਸਾਹਿਬ ਗਏ ਹੋਏ ਸੀ, ਜਿਨ੍ਹਾਂ ਦੀ ਗਿਣਤੀ ਕੋਈ 3000 ਕਹਿ ਦਿੰਦਾ ਹੈ, ਲੇਕਿਨ ਮੇਰੇ ਖਿਆਲ ਮੁਤਾਬਕ ਉਹ 3500 ਤੋਂ ਲੈ ਕੇ 4000 ਦੇ ਦਰਮਿਆਨ ਜੀ। ਜਦੋਂ ਲਾਕਆਊਟ ਲੱਗ ਗਿਆ ਉਹ ਲੋਕ ਸਾਰੇ ਉੱਥੇ ਫਸ ਗਏ। ਫਸਣ ਤੋਂ ਬਾਅਦ ਕਿਉਂਕਿ ਅੱਗੇ ਹਾੜੀ ਦੀ ਫਸਲ ਆ ਗਈ ਸੀ ਜੀ, ਹਾਲਾਂਕਿ ਉਹਨਾਂ ਦੇ ਰਹਿਣ ਸਹਿਣ ਦੀ ਉੱਥੇ ਕੋਈ ਸਮੱਸਿਆ ਨਹੀਂ। ਮੈਂ ਵੀ ਹਜ਼ੂਰ ਸਾਹਿਬ ਜਾ ਕੇ ਆਇਆ, ਸਾਡੇ ਬਹੁਤ ਸਾਰੇ ਦਰਸ਼ਕ ਸਰੋਤੇ ਜਾ ਕੇ ਆਏ ਹੋਣਗੇ, ਉਹਨਾਂ ਨੇ ਦੇਖਿਆ ਹੋਣਾ ਹਜ਼ੂਰ ਸਾਹਿਬ ਦੇ ਵਿੱਚ ਸਰਾਵਾਂ ਵੀ ਬਹੁਤ ਹੈ, ਸਾਡੇ ਜਿਹੜੇ ਹੈ ਬਾਬੇ ਵੀ ਹੈ, ਸਿੱਖ ਬਾਬੇ ਹੈ, ਉਹਨਾਂ ਨੇ ਵੀ ਪ੍ਰਬੰਧ ਕੀਤਾ। ਖਾਸ ਕਰਕੇ ਬਾਬਾ ਬਲਵਿੰਦਰ ਸਿੰਘ ਹੈ ਜਿਹੜੇ, ਉਹਨਾਂ ਦਾ ਜਿਹੜਾ ਤਖਤ ਸਾਹਿਬ ਤੋਂ ਥੋੜਾ ਜਿਹਾ ਲਾਂਭੇ ਹੈ ਗੁਰੂ ਘਰ, ਉਸ ਗੁਰੂ ਘਰ ਦੇ ਵਿੱਚ ਬਹੁਤ ਸੋਹਣਾ ਪ੍ਰਬੰਧ ਹੈ, ਲੰਗਰ ਵੀ ਬੜਾ ਸ਼ਾਨਦਾਰ ਹੈ, ਕਮਰੇ ਵਗੈਰਾ ਸਭ ਕੁਛ ਹੈਗੇ ਆ, ਪੈਰ ਰਹਿਣ ਦੀ ਕੋਈ ਸਮੱਸਿਆ ਨਹੀਂ। ਲੇਕਿਨ ਜਦੋਂ ਅਸੀਂ ਆਪਣੇ ਘਰ ਤੋਂ ਦੂਰ ਹੋਈਏ ਤਾਂ ਸਾਡੀ ਲਿਲ ਹੁੰਦੀ ਹੈ ਕਿ ਅਸੀਂ ਆਪਣੇ ਘਰ ਨੂੰ ਜਾਈਏ, ਅਦਰੇਮਾ ਹੁੰਦਾ ਹੈ। ਅੱਜ ਭਾਵੇਂ ਜਿਵੇਂ ਵੀਰ ਜੀ ਕਹਿੰਦੇ ਆ ਕਿ ਉਹਨਾਂ ਚ ਬਹੁਤ ਸਾਰੇ ਲੋਕ ਇਹ ਕਹਿੰਦੇ ਆ ਕਿ ਅਸੀਂ ਉੱਥੇ ਸੌਖੇ ਸੀ, ਇੱਥੇ ਕਿਉਂ ਆ ਗਏ? ਕਿਉਂਕਿ ਕੁਆਰੰਟੀਨ ਉਹਨਾਂ ਦੀ 21 ਦਿਨਾਂ ਦੀ ਕਰਤੀ, ਪਰ ਉਹਨਾਂ ਨੂੰ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਰੱਖਿਆ ਹੋਇਆ ਹੈ। ਲੇਕਿਨ 21 ਦਿਨਾਂ ਦੀ ਕੁਆਰੰਟੀਨ ਕਰ ਦਿੱਤੀ ਹੈ। ਹੁਣ ਤਾਂ ਉਹ ਕਹਿੰਦੇ ਆ ਕਿ ਅਸੀਂ ਉੱਥੇ ਚੰਗੇ ਸੀ। ਫਿਰ ਉਸ ਜ਼ਮਾਨੇ ਦੇ ਵਿੱਚ ਜਦੋਂ ਫਸੇ ਹੋਏ ਸੀ, ਉਤੋਂ ਵੀਡੀਓ ਪਾ ਰਹੇ ਸੀਗੇ ਵਾਰ-ਵਾਰ ਕਿ ਜੀ ਸਾਨੂੰ ਕੱਢਣ ਵਾਸਤੇ ਕੁਝ ਪ੍ਰਬੰਧ ਕਰੋ, ਕੁਛ ਨਾ ਕਰੋ। ਇਸ ਮਾਮਲੇ ਤੇ ਮੈਂ ਪਹਿਲਾਂ ਵੀ ਗੱਲ ਕਰ ਚੁੱਕਿਆ, ਮੈਂ ਦੱਸਿਆ ਕਿ ਸਭ ਤੋਂ ਪਹਿਲਾਂ ਇਸ ਮਾਮਲੇ ਨੂੰ ਬਿਕਰਮ ਸਿੰਘ ਮਜੀਠੀਆ ਨੇ ਚੱਕਿਆ ਸੀ। ਬਿਕਰਮਜੀਤ ਮਜੀਠੀਆ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖੀ ਕਿ ਤੁਸੀਂ ਮੁੱਖ ਮੰਤਰੀ ਹੋ ਤੇ ਕਿਰਪਾ ਕਰਕੇ ਇਹਨਾਂ ਲੋਕਾਂ ਨੂੰ ਉੱਥੋਂ ਕਢਾਓ, ਤੁਹਾਡੀ ਇਹ ਜ਼ਿੰਮੇਵਾਰੀ ਬਣਦੀ ਹੈ ਮੁੱਖ ਮੰਤਰੀ ਦੀ। ਉਹਨੇ ਆਪਣੀ ਲਿਖਤ ਪੜ੍ਹ ਸ਼ੁਰੂ ਕਰਤੀ ਤੇ ਫਿਰ ਇਹਦੇ ਵਿੱਚ ਸਿਆਸੀ ਜਿਹੜੀ ਹੈਗੀ ਹੈ ਲੜਾਈ ਸ਼ੁਰੂ ਹੋ ਗਈ। ਬੀਬੀ ਹਰਸਿਮਰਤ ਕੌਰ ਬਾਦਲ ਨੇ ਇੱਕ ਚਿੱਠੀ ਲਿਖਤੀ, ਉਹ ਕਹਿੰਦੀ ਜੀ ਪੰਜਾਬ ਦਾ ਮੁੱਖ ਮੰਤਰੀ ਕਰਦਾ ਕੁਛ ਨਹੀਂ, ਅਸੀਂ ਕਰ ਰਹੇ ਹਾਂ ਸਾਰਾ ਕੁਛ। ਕਿਉਂਕਿ ਜਿਹੜੀ ਮਹਾਰਾਸ਼ਟਰ ਦੀ ਸਰਕਾਰ ਹੈਗੀ, ਉਹ ਮਹਾਰਾਸ਼ਟਰ ਦੀ ਸਰਕਾਰ ਦਾ ਮੁੱਖ ਮੰਤਰੀ ਭਾਵੇਂ ਉਧਮ ਠਾਕਰੇ ਹੈ, ਲੇਕਿਨ ਉਹ ਜਿਹੜੀ ਹੈਗੀ ਆ ਬਗਾਨੀਆਂ ਵਿਸਾਖੀਆਂ ਤੇ ਚੱਲ ਰਹੀ ਹੈ ਸਰਕਾਰ। ਇੱਕ ਪਾਸੇ ਸ਼ਰਦ ਪਵਾਰ ਦੀ ਕਾਂਗਰਸ ਪਾਰਟੀ ਹੈ, ਦੂਜੇ ਪਾਸੇ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਦੀ ਕਾਂਗਰਸ ਪਾਰਟੀ ਹੈ। ਦੋ ਵਿਸਾਖੀਆਂ ਜਿਨ੍ਹਾਂ ਦੇ ਸਹਾਰੇ ਤੇ ਉਹ ਸਰਕਾਰ ਖੜੀ ਹੈ। ਇਸ ਲਈ ਕਾਂਗਰਸ ਪਾਰਟੀ ਦਾ ਅਕਾਲੀ ਦਲ ਦੇ ਨਾਲੋਂ ਉਸ ਸਰਕਾਰ ਦੇ ਉੱਤੇ ਜ਼ਿਆਦਾ ਅਸਰ ਸੀ। ਉਸ ਸਰਕਾਰ ਨੇ ਚਿੱਠੀ ਭਾਰਤ ਸਰਕਾਰ ਨੂੰ ਲਿਖੀ, ਭਾਰਤ ਸਰਕਾਰ ਨੇ ਪ੍ਰਵਾਨਗੀ ਦੇਤੀ। ਰਸਤੇ ਦੇ ਵਿੱਚ ਕੁਛ ਹੋਰ ਸਟੇਟਾਂ ਆਉਂਦੀਆਂ, ਉਹਨਾਂ ਸਟੇਟਾਂ ਦੇ ਵਿੱਚ ਦੀ ਰਾਹ ਮਿਲਣ ਦੀ ਗੱਲ ਸ਼ੁਰੂ ਹੋ ਗਈ। ਇੱਥੇ ਫਿਰ ਇਹ ਗੱਲ ਹੋ ਗਈ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਟਵੀਟ ਕਰਤਾ ਸੀ ਕਿ ਮੈਂ ਆਪਣੇ ਚੀਫ ਸੈਕਟਰੀ ਨੂੰ ਹੁਕਮ ਦਿੱਤਾ ਹੈ ਉਹਨਾਂ ਨੂੰ ਲਿਆਉਣ ਦੇ ਪ੍ਰਬੰਧ ਕਰੋ, ਸਾਰਾ ਖਰਚਾ ਪੰਜਾਬ ਸਰਕਾਰ ਉਠੂਗੀ। ਫਿਰ ਤੁਸੀਂ ਕੱਢ ਕੇ ਦੇਖੋ ਬੀਬੀ ਹਰਸਿਮਰਤ ਕੌਰ ਬਾਦਲ ਦੇ ਟਵੀਟ ਪਏ ਹੈ, ਜੇ ਨਹੀਂ ਤਾਂ ਮੈਂ ਭੇਜ ਵੀ ਦੇਣਾ, ਜਿਹਦੇ ਵਿੱਚ ਬੀਬੀ ਹਰਸਿਮਰਤ ਕੌਰ ਬਾਦਲ ਕਹਿੰਦੀ ਹੈ ਕਿ ਅਕਾਲੀ ਦਲ ਦਾ ਜਿਹੜਾ ਯੂਨਿਟ ਹੈ ਮਹਾਰਾਸ਼ਟਰ ਦਾ, ਬੰਬੇ ਦੇ ਯੂਨਿਟ ਨੇ ਪ੍ਰਬੰਧ ਕੀਤਾ ਗੱਡੀਆਂ ਦਾ, ਔਰ ਗੱਡੀਆਂ ਦੇ ਜ਼ਰੀਏ ਉਹਨਾਂ ਲੋਕਾਂ ਨੂੰ ਅਸੀਂ ਪੰਜਾਬ ਦੇ ਵਿੱਚ ਭੇਜ ਰਹੇ ਹਾਂ, ਲੈ ਕੇ ਆ ਰਹੇ ਹਾਂ। ਨਾਲ ਹੀ ਇਹ ਵੀ ਗੱਲ ਆ ਗਈ ਸੀ ਕਿ ਜਿਹੜੀ ਮੈਨੇਜਮੈਂਟ ਹੈ ਬੋਰਡ ਦੀ, ਜਿਹੜਾ ਤਖਤ ਸਾਹਿਬ ਦਾ ਦੇਖਭਾਲ ਕਰਨ ਵਾਲਾ ਬੋਰਡ ਹੈ, ਉਸ ਮੈਨੇਜਮੈਂਟ ਨੇ ਕੁਝ ਗੱਡੀਆਂ ਦਾ ਪ੍ਰਬੰਧ ਕੀਤਾ ਹੈ। ਪਹਿਲੇ ਪੜਾਅ ਦੇ ਵਿੱਚ ਕੁਝ ਲੋਕ ਆਏ ਹੈ ਟੈਂਪੂ ਟਰੈਵਲਾਂ ਤੇ, ਛੋਟੀਆਂ ਗੱਡੀਆਂ ਤੇ, ਇੱਕ ਦੋ ਬੱਸਾਂ ਦੇ ਰਾਹੀਂ। ਉਹ ਜਿਹੜੇ ਆਏ ਹੈ ਉਹ ਬੰਦੇ ਬਿਲਕੁਲ ਅਨਰਜਿਸਟਰਡ ਸੀ, ਉਹਨਾਂ ਨੇ ਕਿਸੇ ਨੂੰ ਦੱਸਿਆ ਨਹੀਂ ਕਿ ਅਸੀਂ ਇੱਥੇ ਆ ਰਹੇ ਹਾਂ, ਚੁੱਪ ਚੁਪੀਤੇ ਉਹ ਪੰਜਾਬ ਚ ਆ ਗਏ। ਪੰਜਾਬ ਚ ਆ ਕੇ ਉਹ ਆਪੋ ਆਪਣੇ ਘਰਾਂ ਚ ਚਲੇ ਗਏ। ਜਿਹੜੇ ਸਭ ਤੋਂ ਪਹਿਲੇ 5-6 ਬੰਦੇ ਪੋਜ਼ਿਟਿਵ ਆਏ ਹੈ ਉਹ ਆਏ ਹੈ ਤਰਨਤਾਰਨ ਸਾਹਿਬ ਤੋਂ, ਕਿਉਂਕਿ ਤਰਨਤਾਰਨ ਦੇ ਵਿੱਚ
ਇੱਕ ਵੀ ਜਿਹੜਾ ਹੈਗਾ ਕੇਸ ਨਹੀਂ ਸੀ। ਤਰਨਤਾਰਨ ਬਿਲਕੁਲ ਗ੍ਰੀਨ ਜ਼ੋਨ ਸੀ ਔਰ ਉਹ ਗ੍ਰੀਨ ਜ਼ੋਨ ਤੋਂ ਔਰੇਂਜ ਜ਼ੋਨ ਦੇ ਵਿੱਚ ਤਬਦੀਲ ਹੋ ਗਿਆ। 6 ਬੰਦੇ ਉਹ ਆਏ ਜੀ, 3 ਬੰਦੇ ਫਗਵਾੜੇ ਦੇ ਸੀ ਜਿਹਨੂੰ ਅਸੀਂ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਲੈਨੇ ਆ ਜੀ, ਉੱਥੋਂ ਦੇ ਸੀ, ਉਹ ਵੀ ਆ ਗਏ। ਸ਼ੁਰੂ ਦੇ ਵਿੱਚ ਉਹ ਆਏ ਹੈ। ਫਿਰ ਪੰਜਾਬ ਸਰਕਾਰ ਨੇ 80 ਬੱਸਾਂ ਇੱਕ ਭੇਜੀਆਂ, ਕੁਝ ਬੱਸਾਂ ਫੇਰ ਭੇਜੀਆਂ ਤੇ ਉਹ ਬੰਦੇ ਕੱਲ ਦੇ ਆਉਣੇ ਸ਼ੁਰੂ ਹੋਏ ਹੈ ਜੀ। ਕੱਲ ਤੋਂ ਜਿਹੜੇ ਬੰਦੇ ਆ ਰਹੇ ਆ ਉਹਨਾਂ ਬੰਦਿਆਂ ਨੂੰ ਬਕਾਇਦਾ ਕੁਆਰੰਟੀਨ ਕੀਤਾ ਜਾ ਰਿਹਾ ਹੈ। ਉਹਨਾਂ ਨੂੰ ਕਿਸੇ ਨੂੰ ਕੋਈ ਛੱਡਿਆ ਨਹੀਂ ਜਾ ਰਿਹਾ। ਜਿਹੜੇ ਬੰਦੇ ਪਹਿਲਾਂ ਪੰਜਾਬ ਸਰਕਾਰ ਦੀ ਨਿਗਰਾਨੀ ਤੋਂ ਬਗੈਰ ਹੋਰ ਆਏ ਆ, ਸਿਰਫ ਸਮੱਸਿਆ ਉੱਥੋਂ ਆਈ ਹੈ ਜੀ, ਉਹ ਪਹਿਲਾਂ ਆ ਗਏ। ਜਿਹੜੇ ਹੁਣ ਮਗਰੋਂ ਆਏ ਆ ਉਹਨਾਂ ਨੂੰ ਜਦੋਂ ਕੁਆਰੰਟੀਨ ਕੀਤਾ ਗਿਆ, ਕੁਆਰੰਟੀਨ ਦੇ ਵਿੱਚ ਨਾਲ ਦੀ ਨਾਲ ਉਹਨਾਂ ਦੇ ਜਿਹੜੇ ਕੋਈ ਲੱਛਣ ਦਿਖਦੇ ਆ ਉਹਦੇ ਸੈਂਪਲ ਲਏ ਜਾਂਦੇ ਆ ਤੇ ਜਿਵੇਂ ਕਿ ਆਪਣੀ ਖਬਰ ਦੇ ਵਿੱਚ ਆ ਗਿਆ 84 ਦੇ ਕਰੀਬ ਬੰਦੇ ਹੁਣ ਸਾਹਮਣੇ ਆ ਗਏ ਆ ਕਿ ਜਿਹੜੇ ਕਰੋਨਾ ਤੋਂ ਪੀੜਤ ਹੈ ਜੀ। ਬਾਬਾ ਬਲਵਿੰਦਰ ਸਿੰਘ ਹੋਰਾਂ ਦੀ ਇੱਕ ਵੀਡੀਓ ਤੁਸੀਂ ਦੇਖਦੀ ਹੋਣੀ ਆ ਗਈ ਹੈ। ਉਹਦੇ ਵਿੱਚ ਉਹ ਕਹਿੰਦੇ ਆ ਕਿ ਮਹਾਰਾਸ਼ਟਰ ਦੀ ਸਰਕਾਰ ਨੇ ਇਹਨਾਂ ਦੀ ਪੂਰੀ ਦੇਖਭਾਲ ਕੀਤੀ ਹੈ। ਇਹ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਜੀ। ਲੇਕਿਨ ਮੈਨੂੰ ਇਹ ਕਹਿਣ ਦੇ ਵਿੱਚ ਕੋਈ ਇਤਰਾਜ਼ ਨਹੀਂ ਕਿ ਸਾਡੇ ਬੰਦੇ ਆਪ ਆ ਗਏ ਹੈ। ਪਹਿਲਾਂ ਉਹ ਕਹਿੰਦੇ ਸੀ ਸਾਨੂੰ ਲੈ ਕੇ ਜਾਓ, ਉਹਨਾਂ ਨੂੰ ਕੱਢ ਲਿਆ। ਕੱਢਣ ਤੋਂ ਬਾਅਦ ਹੁਣ ਉਹਨਾਂ ਚ ਕੁਝ ਲੋਕ ਕਹਿੰਦੇ ਜੀ ਇਸ ਤਾਂ ਬੜੇ ਔਖੇ, ਇਹਦੇ ਨਾਲ ਤਾਂ ਅਸੀਂ ਉੱਥੇ ਹੀ ਸੌਖੇ ਸੀ, ਸਾਨੂੰ ਅਲੱਗ ਥਲੱਗ ਕਰ ਦਿੱਤਾ। ਲੇਕਿਨ ਜਿਨ੍ਹਾਂ ਲੋਕਾਂ ਨੂੰ ਅਲੱਗ ਥਲੱਗ ਵੀ ਕੀਤਾ, ਮੈਂ ਤੁਹਾਨੂੰ ਹੁਣ ਬਠਿੰਡੇ ਦੀ ਮਿਸਾਲ ਦਿੰਦਾ। ਬਠਿੰਡੇ ਦੇ ਵਿੱਚ ਇੱਕ ਵੀ ਕੇਸ ਨਹੀਂ ਸੀ। ਕੱਲ ਸਵੇਰੇ 2 ਕੇਸ ਆ ਗਏ, ਬਾਅਦ ਦੁਪਹਿਰ ਤੱਕ 2 ਆ ਗਏ, ਸ਼ਾਮ ਨੂੰ ਲੇਟ ਨਾਈਟ 2 ਹੋਰ ਆ ਗਏ। ਹੁਣ ਇੱਥੇ ਟੋਟਲ 4 ਕੇਸ ਹੈ ਜੀ। 4 ਦੇ ਵਿੱਚੋਂ ਇੱਕ ਸ਼ਖਸ ਦਾ ਨਾਮ ਬਲਵਿੰਦਰ ਸਿੰਘ ਹੈ, ਉਹ ਪਰਸ਼ਰਾਮ ਨਗਰ ਦਾ ਰਹਿਣ ਵਾਲਾ ਹੈ ਜੀ। ਇੱਕ ਬੀਬੀ ਸੀ ਜਿਹੜੀ ਉਹ ਦਿੱਲੀ ਤੋਂ ਸੀ, ਉਹ ਇੱਥੇ ਆਈ ਸੀ, ਆ ਗਈ ਇਹਨਾਂ ਦੇ ਨਾਲ ਕਿ ਮੈਂ ਬਠਿੰਡੇ ਤੋਂ ਹੀ ਵਾਪਸ ਚਲੀ ਜਾਊਂਗੀ। ਉਹਨਾਂ ਨੂੰ ਜਦੋਂ ਲਿਆ ਕੇ ਉਹਨੂੰ ਕੁਆਰੰਟੀਨ ਕੀਤਾ, ਬਲਵਿੰਦਰ ਸਿੰਘ ਨੂੰ, ਜਿਹਨੂੰ ਅਸੀਂ ਕਹਿ ਦਿੰਦੇ ਆ ਫਲੂ ਕਾਰਨਰ ਜੀ, ਜਿੱਥੇ ਹਸਪੀਟਲ ਦੇ ਵਿੱਚ ਉਹਨਾਂ ਨੂੰ ਰੱਖਿਆ ਜਾਂਦਾ, ਉਹਨੇ ਨਾਲ ਦੀ ਨਾਲ ਆਪਣੇ ਘਰਦਿਆਂ ਨੂੰ ਸੁਨੇਹਾ ਭੇਜਿਆ। ਘਰ ਦੇ ਆ ਗਏ ਜੀ, ਘਰ ਦੇ ਆ ਗਏ। ਘਰਦਿਆਂ ਨੇ ਆ ਕੇ ਉਹਨਾਂ ਦੇ ਨਾਲ ਤਸਵੀਰਾਂ ਖਿਚਾਈਆਂ, ਬੱਚੇ ਔਰਤਾਂ ਨਾਲ ਲੈ ਕੇ ਤਸਵੀਰਾਂ ਖਿਚਾ ਰਹੇ ਆ ਬੜੇ ਚਾਅ ਦੇ ਨਾਲ। ਔਰ ਉਸ ਬੰਦੇ ਨੇ ਜਿਹੜਾ ਹਜੂਰ ਸਾਹਿਬ ਤੋਂ ਪ੍ਰਸ਼ਾਦ ਲੈਂਦਾ ਸੀ, ਆਪਦੇ ਘਰਦਿਆਂ ਨੂੰ ਪ੍ਰਸ਼ਾਦ ਫੜਾਤਾ। ਉਹ ਪ੍ਰਸ਼ਾਦ ਉਹਨਾਂ ਨੇ ਜਾ ਕੇ ਸਾਰਾ ਮਹੱਲੇ 'ਚ ਵੰਡਤਾ, ਪਰਸ਼ਰਾਮ ਨਗਰ 'ਚ ਵੰਡਤਾ। ਹੁਣ ਤੁਸੀਂ ਦੇਖੋ ਪ੍ਰਸ਼ਾਦ ਨੂੰ ਵੀ ਹੱਥ ਲੱਗੇ ਹੋਣਗੇ ਕਿਉਂਕਿ ਵਾਇਰਸ ਤਾਂ ਦੇਖਦਾ ਨਹੀਂ, ਇਹ ਪਵਿੱਤਰ ਥਾਂ ਤੋਂ ਆਇਆ ਵਾ ਪ੍ਰਸ਼ਾਦ ਹੈ ਕਿ ਕੀ ਹੈ, ਵਾਇਰਸ ਤਾਂ ਵਾਇਰਸ ਹੈ, ਉਹ ਤਾਂ ਕੁਰਸੀਆਂ ਮੇਜ਼ਾਂ ਨੂੰ ਵੀ ਚੁੰਬੜ ਜਾਂਦਾ। ਔਰ ਉਹ ਵਾਇਰਸ ਵਾਲਾ ਪ੍ਰਸ਼ਾਦ ਵੀ ਉੱਥੇ ਵੰਡਿਆ ਗਿਆ। ਨਾਲ ਅਗਲੀ ਜਿਹੜੀ ਥੋੜੀ ਜੀ ਪੁਲਿਸ ਪ੍ਰਸ਼ਾਸਨ ਤੋਂ ਤੇ ਡਾਕਟਰਾਂ ਤੋਂ ਗਲਤੀ ਹੋਈ ਹੈ ਜੀ। ਉਹਨਾਂ ਨੇ ਕੀ ਕੀਤਾ ਕਿ 6-7 ਬੰਦਿਆਂ ਨੂੰ ਇੱਕ ਥਾਂ ਦੇ ਉੱਤੇ ਰੱਖਿਆ ਸੀ, ਇੱਕ ਪੋਜ਼ਿਟਿਵ ਆ ਗਿਆ, ਉਹਨੂੰ ਤਾਂ ਫਲੂ ਕਾਰਨਰ ਚ ਲੈ ਗਏ ਤੇ ਬਾਕੀਆਂ ਨੂੰ ਘਰੋਂ ਘਰੀ ਭੇਜਤਾ। ਜਦੋਂ ਉਹ ਬੰਦਾ ਫਲੂ ਕਾਰਨਰ ਚ ਲੈ ਗਏ, ਜਦੋਂ ਪੋਜ਼ਿਟਿਵ ਆ ਗਿਆ ਤੇ ਫਿਰ ਭਾਜਣਾ ਪੈ ਗਈਆਂ, ਕਹਿੰਦੇ ਜੀ ਉਹਨਾਂ ਬੰਦਿਆਂ ਨੂੰ ਵੀ ਲੱਭੋ ਕਿਤੇ ਉਹਨਾਂ ਤੋਂ ਨਾ ਹੋ ਜੇ। ਬੱਲਾਰਾਮ ਨਗਰ ਹੈ, ਭਾਈ ਰੂਪਾ ਪਿੰਡ ਹੈ, ਵਗੈਰਾ ਵਗੈਰਾ, ਉਹ ਵੀ ਲੱਭਣੇ ਸ਼ੁਰੂ ਹੋ ਗਏ। ਸੋ ਇਹ ਕੁਦਰਤੀ ਗੱਲ ਹੈ ਵੀ ਜੇ ਤਾਂ ਸਾਰਾ ਕੁਝ ਹੋ ਜੇ ਜੀ ਵਧੀਆ, ਫਿਰ ਤਾਂ ਅਗਲਾ ਕਹਿੰਦਾ ਮੇਰੀ ਕਿਸਮਤ ਮੈਂ ਚੰਗਾ ਸੀ। ਜੇ ਮਾੜਾ ਹੋ ਜੇ ਤਾਂ ਫਿਰ ਜਿਹੜਾ ਲਿਆਉਣ ਵਾਲਾ ਹੁੰਦਾ ਮਾੜਾ ਉਹ ਹੈ। ਇਹਦੇ ਵਿੱਚ ਬਲੇਮ ਅਸੀਂ ਨਾ ਹਰਸਿਮਰਤ ਕੌਰ ਬਾਦਲ ਨੂੰ ਕਰ ਸਕਦੇ ਹਾਂ, ਨਾ ਅਸੀਂ ਪੰਜਾਬ ਸਰਕਾਰ ਨੂੰ ਕਰ ਸਕਦੇ ਹਾਂ। ਉਹਨਾਂ ਨੇ ਆਪਣੀ ਰਾਜਨੀਤੀ ਜ਼ਰੂਰ ਕੀਤੀ ਹੈ, ਕਹਿੰਦਾ ਮੈਂ ਲੈ ਲਾਂ ਸ਼ਾਬਾਸ਼, ਮੈਂ ਲੈ ਲਾਂ, ਕਿਉਂਕਿ ਸਾਡੇ ਇੱਕ ਗੱਲ ਹੈ ਕਿ ਹਰ ਕੰਮ ਚਾਹੇ ਬੰਦਾ ਭਾਵੇਂ ਵਿਧਾਨਕ ਕੁਰਸੀ ਤੇ ਬੈਠਾ ਹੋਵੇ, ਉਹ ਇਹ ਨਹੀਂ ਕਹਿੰਦਾ ਕਿ ਮੈਂ ਆਪਣੀ ਵਿਧਾਨਕ ਡਿਊਟੀ ਨਿਭਾਈ ਆ, ਲੋਕਾਂ ਤੇ ਅਹਿਸਾਨ ਕਰਦਾ ਕਿ ਮੈਂ ਤੁਹਾਡੇ ਤੇ ਅਹਿਸਾਨ ਕੀਤੀ, ਤੁਸੀਂ ਹੁਣ ਵੋਟਾਂ ਮੈਨੂੰ ਪਾਓਗੇ। ਇਹ ਆਪਦੀ ਥਾਂ ਤੇ ਇਹ ਬਿਮਾਰੀ ਹੈ। ਲੇਕਿਨ ਜਿਹੜੀ ਕਮੀ ਪੇਸ਼ੀ ਰਹੀ ਹੈ, ਕਮੀ ਪੇਸ਼ੀ ਜ਼ਰੂਰ ਟੈਸਟਿੰਗ ਦੇ ਵਿੱਚ ਵੀ ਹੋ ਸਕਦੀ ਹੈ। ਪਹਿਲਾਂ ਗੜਬੜ ਕਿਤੇ ਜਿਹੜੀ ਮਹਾਰਾਸ਼ਟਰ ਦੀ ਸਰਕਾਰ ਨੇ ਟੈਸਟਿੰਗ ਕੀਤੀ ਹੈ ਉਹ ਪ੍ਰੋਪਰ ਤਰੀਕੇ ਨਾਲ ਨਾ ਹੋਈ ਹੋਵੇ, ਜਾਂ ਜਿਹੜੀ ਹੁਣ ਸਾਡੇ ਪੰਜਾਬ ਦੇ ਵਿੱਚ ਟੈਸਟਿੰਗ ਕਰਦੇ ਇਹਦੇ ਵਿੱਚ ਕੋਈ ਗੜਬੜ ਹੈ। ਔਰ ਇਹ ਵੀ ਇੱਕ ਗੱਲ ਫੈਕਟ ਹੈ ਕਿ ਕਈ ਵਾਰੀ ਜਿਹਨੂੰ ਨੈਗੇਟਿਵ ਕਰਾਰ ਦਿੰਦੇ ਆ, ਇੱਕ ਵਾਰੀ ਨੈਗੇਟਿਵ ਹੋ ਗਿਆ, ਦੂਜੀ ਵਾਰੀ ਨੈਗੇਟਿਵ ਹੋ ਗਿਆ, ਤੀਜੀ ਵਾਰੀ ਉਹਦਾ ਪੋਜ਼ਿਟਿਵ ਹੋ ਜਾਂਦਾ ਹੈ। ਇਹ ਤਾਂ ਹੁਣ ਆਪਣੇ ਸਾਹਮਣੇ ਆਈ ਗਈ ਹੈ, ਜਿੰਨਾਂ ਦੀਆਂ ਮਿਸਾਲਾਂ ਸਾਹਮਣੇ ਆ ਗਈਆਂ। ਸੋ ਇਹ ਇੱਕ ਕਿਸਮ ਦੀ ਸਾਡੇ ਉੱਤੇ ਮੁਸੀਬਤ ਪਈ ਹੋਈ ਹੈ ਜੀ। ਪਰ ਮੈਂ ਨਾਲ ਇੱਕ ਗੱਲ ਹੋਰ ਜੋੜਨੀ ਚਾਹੂੰਗਾ, ਜਿਹੜੇ ਸਮਾਜ ਵਿਰੋਧੀ ਤੱਤ ਹੈ, ਮੈਂ ਉਹਨਾਂ ਨੂੰ ਸਮਾਜ ਵਿਰੋਧੀ ਤੱਤ ਕਹੂੰਗਾ, ਚਾਹੇ ਉਹ ਸਿੱਖਾਂ ਚੋਣ, ਚਾਹੇ ਉਹ ਮੁਸਲਮਾਨਾਂ ਚੋਣ, ਚਾਹੇ ਉਹ ਹਿੰਦੂਆਂ ਚੋਣ, ਜਿਹੜੇ ਲੋਕ ਭਾਈਚਾਰਕ ਏਕੇ ਦੇ ਵਿੱਚ ਜ਼ਹਿਰ ਪਾਉਂਦੇ ਹੈ। ਜਿਵੇਂ ਪਹਿਲਾਂ ਤਬਲੀਗੀ ਜਮਾਤ ਵਾਲਿਆਂ ਨੂੰ ਬਦਨਾਮ ਕੀਤਾ ਗਿਆ ਸੀ ਜੀ, ਸਾਰਾ ਕੁਝ ਮੁਸਲਮਾਨਾਂ ਦੀ ਵਜ੍ਹਾ ਕਾਰਨ ਹੋ ਗਿਆ। ਅੱਜ ਮੈਨੂੰ ਬੜੀ ਅਫਸੋਸ ਨਾਲ ਇਹ ਗੱਲ ਕਹਿਣੀ ਪੈਂਦੀ ਹੈ ਕਿ ਮੈਂ ਸੋਸ਼ਲ ਮੀਡੀਆ ਬਹੁਤਾ ਫੋਲੋ ਨਹੀਂ ਕਰਦਾ, ਲੇਕਿਨ ਮੈਂ ਕਿਸੇ ਹੋਰ ਰੇਡੀਓ ਦੇ ਉੱਤੇ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਗਿਆ ਸੀ, ਉੱਥੇ ਮੇਰੇ ਸਹਿਯੋਗੀ ਨੇ ਮੈਨੂੰ ਪੜ੍ਹ ਕੇ ਸੁਣਾਈ ਇੱਕ ਪੋਸਟ। ਇੱਕ ਸਿਆਣਾ ਬਿਆਣਾ ਬੰਦਾ ਲਿਖਦਾ, ਇੱਕ ਪੋਸਟ ਪਾਉਂਦਾ ਹੈ, ਕਹਿੰਦਾ ਜੀ ਜਿਹੜੇ ਲੋਕ ਪਹਿਲਾਂ ਕਹਿੰਦੇ ਸੀਗੇ ਵੀ ਸਾਨੂੰ ਕੱਢੋ ਕੱਢੋ, ਉਹ ਹਜੂਰ ਸਾਹਿਬ ਤੋਂ ਆਏ ਹੈ ਤੇ ਹਜੂਰ ਸਾਹਿਬ ਤੋਂ ਆ ਕੇ ਉਹਨਾਂ ਨੇ ਪੰਜਾਬ ਦੇ ਵਿੱਚ ਵੰਡਤਾ ਪ੍ਰਸ਼ਾਦ ਕਰੋਨਾ ਦਾ। ਤੁਸੀਂ ਇਸ ਤਰ੍ਹਾਂ ਦੀ ਗੱਲ ਹੈ ਕਿ ਮੁਸੀਬਤ ਪੈ ਗਈ। ਧਾਰਮਿਕ ਮਾਮਲਾ ਹੈ, ਹਜੂਰ ਸਾਹਿਬ ਜਿਹੜਾ ਹੈਗਾ ਬਹੁਤ ਇਤਿਹਾਸਕ ਥਾਂ ਹੈ। ਉਹ ਥਾਂ ਹੈ ਜਿੱਥੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਨੂੰ ਸਾਡਾ 11ਵਾਂ ਗੁਰੂ ਡਿਕਲੇਅਰ ਕੀਤਾ ਸੀ।
ਗੁਰਗੱਦੀ ਦੇਣ ਵਾਲੀ ਗੱਲ ਉਹਨਾਂ ਨੇ ਕੀਤੀ ਔਰ ਉਹ ਜਗ੍ਹਾ ਜਿੱਥੇ ਉਹਨਾਂ ਨੇ ਆਪਣਾ ਮਤਲਬ ਜਿਹੜਾ ਹੈਗਾ ਸਰੀਰ ਤਿਆਗਿਆ ਸੀ, ਇਹੋ ਜਿਹੇ ਥਾਵਾਂ ਦੇ ਉੱਤੇ ਸਾਡੇ ਲਈ ਉਹ ਬੜਾ ਪਵਿੱਤਰ ਥਾਂ। ਅਸੀਂ ਗਏ ਆ, ਉੱਥੇ ਲੋਕ ਜਾਂਦੇ ਆ, ਨਤਮਸਤਕ ਹੁੰਦੇ ਆ, ਸਰਕਾਰਾਂ ਉਹਨੂੰ ਡਿਵੈਲਪ ਕਰਦੀਆਂ। ਡਾਕਟਰ ਮਨਮੋਹਨ ਸਿੰਘ ਦੇ ਜ਼ਮਾਨੇ 'ਚ 4-5 ਹਜ਼ਾਰ ਕਰੋੜ ਰੁਪਇਆ ਸੈਂਟਰ ਗਵਰਨਮੈਂਟ ਨੇ ਖਰਚਿਆ ਸੀ। ਸਾਡੇ ਮਿਸਟਰ ਪਸਰੀਚਾ ਜਿਹੜੇ ਬਠਿੰਡੇ ਦੇ ਰਹਿਣ ਵਾਲੇ ਹੁੰਦੇ ਸੀ, ਹਰਿਆਣੇ DGP ਰੈਂਕ ਦੇ ਆਫੀਸਰ ਸੀਗੇ ਮਹਾਰਾਸ਼ਟਰ ਦੇ, ਉਹਨਾਂ ਦੀ ਅਗਵਾਈ ਦੇ ਵਿੱਚ ਆਪਣਾ ਬੋਰਡ ਨੇ ਕੰਮ ਕਰਵਾਇਆ ਸਾਰਾ ਕੁਛ। ਇਹ ਜਿੱਥੇ ਕੋਈ ਤੁਸੀਂ ਮਤਲਬ ਕਿਸੇ ਇੱਕ ਭਾਈਚਾਰੇ ਨੂੰ, ਮੈਂ ਇਹ ਨਹੀਂ ਕਹਿੰਦਾ ਕਿ ਪਹਿਲਾਂ ਮੁਸਲਮਾਨਾਂ ਨੂੰ ਕਿਹਾ ਹੁਣ ਸਿੱਖਾਂ ਨੂੰ ਕਿਉਂ ਲਿਆ, ਕੱਲ ਨੂੰ ਜੇ ਹਿੰਦੂਆਂ ਦਾ ਵੀ ਕੋਈ ਇਸ ਕਿਸਮ ਦਾ ਕੋਈ ਹੈਗਾ ਕੱਟ, ਤੱਕ ਕਦੇ ਵੀ ਧਾਰਮਿਕ ਤੌਰ ਤਰੀਕੇ ਦੇ ਉੱਤੇ ਇਹੋ ਜਿਹੀ ਜਿਹੜੀ ਹੈਗੀ ਹੈ ਗਲਤ ਬਿਆਨਬਾਜ਼ੀ, ਗਲਤ ਬੋਲਬਾਣੀ ਨਹੀਂ ਇਸਤੇਮਾਲ ਕਰਨੀ ਚਾਹੀਦੀ। ਇਹ ਦੇਸ਼ਾਂ ਵਾਸਤੇ, ਕੌਮਾਂ ਵਾਸਤੇ ਬਹੁਤ ਖਤਰਨਾਕ ਸਾਬਤ ਹੁੰਦੀ ਹੈ, ਤੋਂ ਬਚਣਾ ਚਾਹੀਦਾ ਜੀ। ਬਿਲਕੁਲ ਜੀ, ਅਸੀਂ ਇਸ ਨੂੰ ਸਪਾਂਸਰ ਕੀਤਾ ਕਿਰਨ ਕੋਰਪਡਾ ਨੇ। ਜੇ ਤੁਸੀਂ ਫਸਟ ਜਾਂ ਸੈਕੰਡ ਮਾਰਗੇਜ ਲੈਣੀ ਚਾਹੁੰਦੇ ਹੋ ਤਾਂ ਨੰਬਰ 416-710-20 4167102020 ਤੇ 416-710-2020। ਇਸ ਦੇ ਨਾਲ ਹੀ ਜੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਘੜੀ ਠੀਕ ਕਰਾਉਣੀ ਹੈ ਜਾਂ ਬਾਈ ਕਰਨੀ ਹੈ, ਸੋਮਲ ਵਾਚ ਕਲੌਕ ਐਂਡ ਪਾਰਟਸ 905-790-2188। ਸੋਫਾ ਸਟੂਡੀਓ ਤੋਂ ਸ਼ਗਨਦੀਪ ਹੋਣਾ ਦਾ ਦਾਅਵਾ ਜੀ, ਜੇ ਤੁਸੀਂ ਐਲ ਸ਼ੇਪ ਕਸਟਮ ਮੇਡ ਰਾਉਂਡ ਸੋਫਾ ਬੈਸਟ ਕੁਆਲਿਟੀ ਦੇ ਵਿੱਚ ਕੋਈ ਵੀ ਸੋਫਾ ਬਣਾਉਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ 905-799-8877। ਕਿਸੇ ਤਰ੍ਹਾਂ ਦੀ ਰੈਨੋਵੇਸ਼ਨ ਕਰਾਉਣੀ ਹੈ ਜੀ, ਹਰਦਿਆਲ ਸਿੰਘ ਝੀਤੇ ਦਾ ਨਾਂ ਯਾਦ ਰੱਖੋ, 647-409-9915। ਤੇ ਇਸ ਦੇ ਨਾਲ ਹੀ ਆਪਾਂ ਚੱਲਦੇ ਜੀ ਨੈਕਸਟ ਕਾਲ ਤੇ। ਹਾਂਜੀ ਵੀਰ ਜੀ, ਤੁਸੀਂ WhatsApp ਤੇ ਕਾਲ ਕਰ ਰਹੇ ਹੋ 0111। ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ ਭਾਈ ਸਾਹਿਬ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਫਤਿਹ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ। ਹਾਂਜੀ, ਮੈਂ ਲੰਡਨ ਤੋਂ ਬੋਲਦਾ, UK। ਜੀ ਜੀ, ਵੈਲਕਮ ਜੀ। ਪ੍ਰੋਬਲਮ ਕੀ ਹੈ ਕਿ ਜਿਸ ਤਰ੍ਹਾਂ ਭਾਈ ਸਾਹਿਬ ਨੇ ਕਿਹਾ all the thing against the community ਜਾਂ ਐਕਸੈਕਟਰਾ ਯੂ ਨੋ, ਪਰ ਉਹ ਰੋਂਗ ਗੱਲ ਕਰਦੇ ਪਏ ਨੇ। ਇਹਨਾਂ ਨੂੰ ਇੰਨਾ ਪਤਾ ਹੋਣਾ ਚਾਹੀਦਾ ਹੈ when the government become an instrument of discrimination, it is a highly improper। ਉਹਦਾ ਮਤਲਬ ਹੈ ਕਿ ਕੋਈ ਉਹ ਚਰਾਜ ਨਹੀਂ ਹੋਣੀ ਚਾਹੀਦੀ। ਗਵਰਨਮੈਂਟ ਜੇ ਤੁਹਾਡੇ ਨਾਲ ਡਿਸਕ੍ਰਿਮੀਨੇਸ਼ਨ ਕਰਦੀ ਹੈ, that's down to the government of the country। ਓਕੇ ਜੀ, ਮੈਂ ਨਾ ਕਾਨੂੰਨ ਪਾਣਾ ਚਾਹੁੰਦਾ, ਨੰਬਰ 1। ਨੰਬਰ 2 ਸਾਡੀ ਹਿਸਟਰੀ ਬਣੀ ਹੋਈ ਹੈ, ਪ੍ਰੈਜ਼ੈਂਟ ਗਵਰਨਮੈਂਟ ਜਿਹੜੀਆਂ ਨੇ ਇਹਨਾਂ ਸਾਰਾ ਕੀਤਾ ਉਲਟਾ ਕੰਮ ਅਪ ਟੂ ਨਾਓ। ਜੋ ਚੈਰਿਟੀ ਤੁਹਾਨੂੰ ਦਿੰਦੇ ਪਏ ਨੇ 5000 ਕਰੋੜ ਤੇ ਤੁਹਾਡਾ 5000 ਤੋਂ ਬਜਾਏ 50000 ਕਰੋੜ ਲੈ ਕੇ ਹੋਣਗੇ। ਇਹ ਜੋ ਤੁਸੀਂ ਨਾ ਸੁਣੋ, ਇੰਟਰਨੈਸ਼ਨਲ ਲਾਅ ਨੇ, ਅਸੀਂ ਕਿ ਜੰਗਲਾਂ ਹੀ ਰਹਿੰਦੇ ਅੱਜ ਕੱਲ, ਠੀਕ ਹੈ। ਇੰਟਰਨੈਸ਼ਨਲ ਲਾਅ ਨੇ, ਯੂਨਾਈਟਿਡ ਨੇਸ਼ਨ ਦੇ ਲਾਅ ਨੇ, ਤੇ ਜੇ ਖਾਲਿਸਤਾਨੀ ਲੋਕ ਆਪਣਾ ਅਡਾਪਟ ਕਰਨਾ ਚਾਹੁੰਦੇ ਨੇ ਯੂਨਾਈਟਿਡ ਨੇਸ਼ਨ ਦੇ ਚਾਰਟਰ ਦੇ ਹਿਸਾਬ ਨਾਲ ਉਹ ਲਾਅ ਅਡਾਪਟ ਕਰਨਾ ਚਾਹੁੰਦੇ ਨੇ ਤੇ ਉਹਦੇ ਨਾਲ ਆਪਣੀਆਂ ਕੰਟੀਨਿਊ ਕਰਨਾ ਚਾਹੁੰਦੇ ਨੇ। ਦੇਖੋ ਇਹਨਾਂ ਨੂੰ ਅਕਲ ਹੋਣੀ ਚਾਹੀਦੀ। ਗੱਲ ਹੈ ਵੀ ਕਿਸੇ ਕਰਦੇ ਨੇ ਲੋਕੀ ਬੇਵਕੂਫ ਹੱਕਨ। ਦੇਖੋ ਯੂਰਪ ਹੈ, ਸਾਰਾ ਈਸਟਰਨ ਯੂਰਪ ਦੇਖੋ, ਹੁਣ ਇਹ ਰਸ਼ੀਆ ਅੰਡਰ ਸੀ ਇੱਕ ਜ਼ਮਾਨੇ 'ਚ, ਉਹ ਬਦਮਾਸ਼ੀ ਕਰਦੇ ਰਸ਼ੀਅਨ ਤੇ ਐਕਸੈਕਟਰਾ, ਉਹ ਕਹਿੰਦੇ ਠੀਕ ਹੈ ਅਸੀਂ ਰਸ਼ੀਅਨ ਬੋਲ ਲਾਂਗੇ, ਜੋ ਮਰਜ਼ੀ ਕਹਿੰਦੇ ਬੋਲ ਲਾਂਗੇ। ਉਹ ਰਹਿ ਰੁਕ ਕੇ ਹੁਣ ਜਿਹੜਾ ਨਾ ਉਹ ਆਜ਼ਾਦ ਹੋ ਗਏ ਸਾਰੇ ਈਸਟਰਨ ਯੂਰਪੀਅਨ, ਠੀਕ ਹੈ ਨਾ ਜੀ। ਉਹਨਾਂ ਕਈ ਕੰਟਰੀ ਹਾਲੇ ਵੀ ਹੁੰਦੇ ਨੇ। ਉਹਨਾਂ ਧਰਮ ਕੀ, ਉਹਨਾਂ ਪੁੱਛੋ ਇਹਨਾਂ ਨੂੰ ਬੇਵਕੂਫਾਂ ਨੂੰ, ਉਹਨਾਂ ਧਰਮ ਸਾਰਾ ਕ੍ਰਿਸਚਨ ਹੈ, ਠੀਕ ਹੈ ਜੀ। ਰੰਗ ਉਹਨਾਂ ਸਾਰੇ ਚਿੱਟੇ ਨੇ, ਉਹਨਾਂ ਖਾਣਾ ਵੀ ਇੱਕੋ ਵੇ। ਸਾਡੀਆਂ ਬੋਲੀਆਂ ਇੰਡੀਆ 'ਚ ਬੋਲੀਆਂ ਕਿੰਨੀਆਂ ਨੇ, ਕਿੰਨੀਆਂ ਡਿਫਰੈਂਟ ਬੋਲੀਆਂ ਨੇ। ਉਹਨਾਂ ਦੇ ਧਰਮ ਵੱਖਰੇ ਨੇ, ਉਹਨਾਂ ਦਾ ਖਾਣਾ ਪੀਣਾ ਵੱਖਰਾ ਹੈ, ਉਹਨਾਂ ਸੋਚ ਸਮਝ ਵੱਖਰੀ ਹੈ, ਲੈਣਾ ਖਾਣਾ ਪੀਣਾ ਸਭ ਚੀਜ਼ ਲੈਂਗੁਏਜ ਹੈ। ਫਿਰ ਸਾਡੇ 'ਚ ਕੀ ਹੋਈ ਹੈ, ਸਿੱਖਾਂ 'ਚ ਕੀ ਯੂਨਿਕ ਚੀਜ਼ ਹੋ ਗਈ ਹੈ। ਗੁਰੂ ਗੋਬਿੰਦ ਸਿੰਘ ਤੇ ਲੈ ਕੇ ਗੁਰੂ ਨਾਨਕ ਤੇ ਲੈ ਗੁਰੂ ਗੋਬਿੰਦ ਸਿੰਘ ਵੈਰੀ ਯੂਨਿਕ ਥਿੰਗ ਹੋਈ ਹੈ ਕਿ ਦੇਖੋ ਗੁਰੂ ਨਾਨਕ ਦੇਵ ਸਿੱਧਾ ਕਿਹਾ ਨਾ ਤਾਂ ਮੈਂ ਹਿੰਦੂ ਹਾਂ ਤੇ ਨਾ ਮੈਂ ਮੁਸਲਮਾਨ ਹਾਂ। ਉਹਨਾਂ ਪਤਾ ਹਿੰਦੂ ਵਰਡ ਜਿਹੜਾ ਹੈ ਨਾ ਆਇਆ ਫਰੋਮ ਇਸਲਾਮ ਤੋਂ। ਉਹਦਾ ਮਤਲਬ ਹੈ ਕਿ ਕੁੱਤੇ ਬਿੱਲੀਆਂ ਗੰਦੇ ਲੋਕੀ, ਹਰਾਮੀ ਲੋਕੀ, ਕੰਜਰ ਲੋਕੀ, ਬਦਮਾਸ਼ ਲੋਕੀ, ਉਹਨੂੰ ਕਹਿੰਦੇ ਨੇ, ਉਹ ਕਹਿੰਦੇ ਹਿੰਦੂ ਕਹਿੰਦੇ ਹੁੰਦੇ ਸੀ। ਕਿਉਂਕਿ ਕੋਈ ਵੀ ਕੋਈ ਰਾਜ ਕਰਨ ਆਉਂਦਾ ਨਾ, ਉਹ ਲੋਕਲ ਲੋਕਾਂ ਨੂੰ ਗੰਦਾ ਹੀ ਸਮਝ ਆਉਂਦਾ, ਠੀਕ ਹੈ ਨਾ। ਕੁੱਤੇ ਬਿੱਲੀਆਂ ਵਗੈਰਾ ਸੋਚਦਾ, ਕਿਉਂਕਿ ਉਹਨਾਂ ਮਾਰਨਾ, ਉਹਨਾਂ ਕੱਟਣਾ ਇਹਨਾਂ ਨੂੰ, ਠੀਕ ਹੈ ਨਾ ਜੀ। ਐਸਾ ਕਿ ਗੁਰੂ ਗੋਬਿੰਦ ਸਿੰਘ, ਗੁਰੂ ਨਾਨਕ ਨੇ ਪਹਿਲੇ ਪਤਾ ਬਚਪਨ ਤੋਂ ਹੀ ਕਿ ਇਹ ਮੈਨੂੰ ਕਿਉਂ ਕਹਿੰਦੇ ਨੇ ਹਿੰਦੂ, ਮੈਂ ਤਾਂ ਹਿੰਦੂ ਹੈ ਨਹੀਂ ਆ। ਉਹ ਜਦੋਂ ਫਿਰ ਜਨਾਊ ਬਣਾਇਆ ਤਾਂ ਉਹਨਾਂ ਨੇ ਆਬਜੈਕਟ ਕੀਤਾ, ਕਿਉਂਕਿ ਉਹ ਤਾਂ ਕਰਨੀ ਵਾਲੇ ਆਦਮੀ ਨੇ, ਕਰਨੀ ਵਾਲੇ ਪੈਦਾ ਹੋਏ ਨੇ, ਠੀਕ ਹੈ। ਉਹਨਾਂ ਨੇ ਉਦੋਂ ਹੀ ਸਵੀਕਾਰ ਨਹੀਂ ਕੀਤਾ। ਕਿਉਂ? ਕਿਉਂਕਿ ਮੈਂ ਨਾ ਹਿੰਦੂ ਆ ਨਾ ਮੁਸਲਮਾਨ ਆ, ਤੁਸੀਂ ਦੋਨੋਂ ਦਫਾ ਹੋ। ਕਿਉਂਕਿ ਮੈਨੂੰ, ਮੈਂ ਨਾ ਮੁਸਲਮਾਨ ਮੈਂ ਹਿੰਦੂ ਆ, ਮੈਂ ਤਾਂ ਇਨਸਾਨ ਪੈਦਾ ਹੋਇਆ, ਠੀਕ ਹੈ, ਪਰਮਾਤਮਾ ਦਾ, ਤੇ ਮੈਨੂੰ ਤੀਰਾਂ ਤੋਂ ਵੱਖਰਾ।
ਉਹਨਾਂ ਨੇ ਇੱਥੋਂ ਤੱਕ ਵੀ ਕਿਹਾ ਕਿ ਮੇਰੀ ਭੈਣ ਨੂੰ, ਜੋ ਪੰਡਤ ਬੋਲਣ ਲੱਗਾ, ਕਹਿੰਦਾ ਮੇਰੀ ਭੈਣ ਨੂੰ ਤੇ ਨਾ ਬੁਲਾਇਆ, ਕਹਿੰਦਾ ਨਹੀਂ ਉਹਨੂੰ ਜ਼ਰੂਰਤ ਨਹੀਂ, ਉਹ ਕਹਿੰਦਾ ਫਿਰ ਉਹ ਹਿੰਦੂ ਨਹੀਂ ਹੈ, ਉਹ ਫਿਰ ਉਹ ਚੁੱਪ ਕਰ ਗਿਆ। ਮਤਲਬ ਲੈ ਕਿ ਇਹ ਬੇਵਕੂਫ ਜਿਹੜੀ ਹੈ ਨਾ, ਅਸੀਂ ਇੰਟਰਪ੍ਰੀਟ ਕਰਦੇ ਹਾਂ ਕੋਈ ਛੋਟੇ ਗਰੁੱਪ ਨੇ, ਉਹ ਨੋ, ਇਟਸ ਨੋਟ ਅ ਗਰੁੱਪ, ਇਟ ਇਜ਼ ਐਕਚੁਅਲੀ ਇੰਟੈਂਸ਼ਨ ਆਫ ਬ੍ਰਾਹਮਣ ਥਾਟ ਹੈ। ਅੱਛਾ, ਫਿਰ ਪ੍ਰੋਬਲਮ ਕਿ ਇਹ ਪੰਜਵੇਂ ਗੁਰੂਆਂ ਤੋਂ ਇਹਨਾਂ ਕਿਉਂ ਪ੍ਰੋਬਲਮ ਹੋਈ ਹੈ? ਕਿਉਂਕਿ ਪੰਜਵੇਂ ਗੁਰੂ ਨੇ ਆਪਣੀ ਜਿਹੜੀ ਲਿਪੀ ਬਣਾ ਦਿੱਤੀ। ਵੀਰ ਜੀ ਮਾਫ ਕਰਨਾ, ਆਪਣਾ ਵਿਸ਼ਾ ਇਹ ਨਹੀਂਗਾ, ਤੁਸੀਂ ਦੂਸਰੇ ਬੰਨੇ ਨੂੰ ਲੈ ਗਏ, ਕਿਉਂਕਿ ਕਾਲਾਂ ਸਾਰੀਆਂ ਤੁਸੀਂ ਲੰਬਾ ਹੋ ਗਿਆ ਕਾਫੀ ਜ਼ਿਆਦਾ ਨਾ, ਮਾਫ ਕਰਨਾ ਜੀ। ਨਹੀਂ ਵੀਰ ਜੀ ਮਾਫ ਕਰਨਾ, ਕਿਉਂਕਿ ਜੀ ਬਿਲਕੁਲ ਜੀ ਮਾਫ ਕਰਨਾ, ਮੈਂ ਇਹ ਵਿਸ਼ਾ ਡਿਫਰੈਂਟ ਸੀਗਾ, ਆਪਣੀਆਂ ਕਾਲਾਂ ਸਾਰੀਆਂ ਹੋਲਡ ਕਰ ਰਹੀਆਂ। ਹਾਂਜੀ ਵੀਰ ਜੀ ਸਵਾਗਤ ਹੈ ਤੁਹਾਡਾ। ਧੰਨਵਾਦ ਸਾਹਿਬ, ਮਾਫ ਕਰਨਾ ਤੁਸੀਂ ਹੋਲਡ ਰੱਖਿਓ ਤੇ ਕਾਲਾਂ, ਕਿਉਂਕਿ ਆਪਾਂ ਪਹਿਲਾਂ ਥੋੜ੍ਹੀਆਂ ਔਨ 에ਅਰ ਕਰ ਲਈਏ, ਫਿਰ ਤੁਹਾਨੂੰ ਨਾਲ ਤੋਂ ਜੁੜਦੇ ਹਾਂ। ਹਾਂਜੀ ਵੀਰ ਜੀ ਸਵਾਗਤ ਹੈ ਤੁਹਾਡਾ। 6693 ਸਤਿ ਸ੍ਰੀ ਅਕਾਲ, ਜਗਰਾਜ ਗਿੱਲ USA ਤੋਂ ਜੀ। ਜੀ ਜਗਰਾਜ ਜੀ ਸਤਿ ਸ੍ਰੀ ਅਕਾਲ। ਹਾਂ, ਮੈਂ ਦੱਸਣਾ ਚਾਹੁੰਦਾ ਸੁਖਬੀਰ ਬਾਦਲ ਨੇ ਸ਼ਹੀਦੇ ਮੁਕਤ ਬੂਟਾ ਸਿੰਘ ਜਿਹੜੀ ਗੁਰਦਾਸ ਮਾਨ ਦੀ ਫਿਲਮ ਸੀ, ਸਪੈਸ਼ਲ ਮਲੋਟ ਸਿਨੇਮਾ ਖਲਵਾ ਕੇ ਇਕੱਲੇ ਬੰਦੇ ਨੇ ਫਿਲਮ ਦੇਖੀ ਸੀ, ਕਿਉਂਕਿ ਉਹਦੇ 'ਚ ਵਿਖਾਇਆ ਗਿਆ ਸੀ ਵੀ ਸ਼ਰਨਾਰਥੀ ਜਿਹੜੇ ਅਸੀਂ ਮਾਝੇ ਵਾਲੇ ਪਾਕਿਸਤਾਨ ਤੋਂ ਆਏ ਆ, ਇਹਨਾਂ ਨੂੰ ਪਨਾਹਗੀਰ ਜਾਂ ਸ਼ਰਨਾਰਥੀ ਕਿਉਂ ਕਿਹਾ ਜਾਂਦਾ? ਸਿਰਫ ਇਹੀ ਮਤਲਬ ਲੱਭਣ ਲਈ, ਤੇ ਕਿਉਂਕਿ ਇੱਕ ਸ਼ਰਨਾਰਥੀ ਟਰਾਂਸਪੋਰਟ 40-45 ਬੱਸਾਂ ਦੀ ਹੈਗੀ ਅਬੋਹਰ, ਤੇ ਇਹਨਾਂ ਦੀ ਟਰਾਂਸਪੋਰਟ ਦਾ ਮੁਕਾਬਲਾ ਸੀ ਉਹਨਾਂ ਨਾਲ, ਤੇ ਇੱਕ ਫਾਈਲ ਕੱਢਾ ਵਾਲੀ ਇਹਨਾਂ ਨੇ ਆਪਦਾ ਨਾਲ ਡਬਲ ਟਰਾਂਸਪੋਰਟ ਰੱਖ ਲਿਆ। ਦੂਜਾ ਇਹ ਵੀ 28 ਵਾਰਾਂ ਫਿਲਮ ਦੇਖੀ ਸੀਗੀ ਇੱਕ ਮੁੰਡੇ ਨੇ ਬੌਬੀ, ਤੇ ਉਹ ਪਾਗਲ ਹੋ ਗਿਆ ਸੀ, ਜਦਕਿ ਧਰਮਿੰਦਰ ਨੇ 45 ਵਾਰਾਂ ਫਿਲਮ ਬੌਬੀ ਦੇਖੀ ਸੀ ਤੇ ਉਹਨੂੰ ਕੁਛ ਨਹੀਂ ਹੋਇਆ ਜੀ। ਹਾਂ ਜੀ, ਬਸ ਇਹੀ ਗੱਲ ਹੈ। ਧੰਨਵਾਦ ਜੀ। ਹਾਂਜੀ ਵੀਰ ਜੀ ਸਵਾਗਤ ਹੈ ਤੁਹਾਡਾ। 8416 ਸਤਿ ਸ਼੍ਰੀ ਅਕਾਲ ਜੀ। ਢਿੱਲੋਂ ਸਾਹਿਬ ਚੰਡੀਗੜ੍ਹ। ਸਤਿ ਸ਼੍ਰੀ ਅਕਾਲ ਵੀਰ ਜੀ। ਬਿਲਗਾ ਸਾਹਿਬ ਬੜੇ ਸਾਡੇ ਸੁਲਝੇ ਹੈਗੇ ਆ ਜੀ ਕਾਲਰ, ਤੇ ਕਈ ਵਾਰੀ ਨਾ ਇਹਨਾਂ ਦੇ ਵਿੱਚੋਂ ਪਤਾ ਨੀਗਾ ਵੀ ਕਿਉਂ ਇਹ ਇਸ ਤਰ੍ਹਾਂ ਦਾ ਕਰ ਜਾਂਦੇ ਨੇ ਵੀ ਸਰਕਾਰ ਨੇ ਕੀਤੇ ਨੀ ਗੇ। PRTC ਦੀਆਂ ਬੱਸਾਂ ਗਈਆਂ ਜੀ ਪੰਜਾਬ ਤੋਂ ਉੱਥੋਂ ਸ਼ਰਧਾਲੂਆਂ ਨੂੰ ਲੈਣ ਵਾਸਤੇ, ਤੇ ਉਹਨਾਂ ਦੇ ਵਿੱਚ ਮੇਰੇ ਆਪਣੇ ਕਲੋਜ਼ ਰਿਲੇਟਿਵ, ਮੇਰੀ ਸਾਲੀ, ਮੇਰਾ ਸੰਧੂ, ਉਹਨਾਂ ਦੇ ਬੱਚੇ 11 ਜੀ ਉਹ ਆਏ ਨੇ। ਉਹ ਦਸੂਹੇ ਦੇ ਲਾਗੇ ਉਹਨਾਂ ਦਾ ਪਿੰਡ ਹੈਗਾ ਜੀ, ਤੇ ਉਹਨਾਂ ਨੂੰ ਲੁਧਿਆਣੇ ਪਰਸੋਂ ਦਾ ਉਹਨਾਂ ਨੇ ਰੱਖਿਆ ਹੋਇਆ ਉੱਥੇ ਕੁਆਰੰਟਾਈਨ ਕਰਕੇ ਵੱਖਰਾ ਜੀ। ਤੇ ਇਹ ਜਿਹੜੇ ਤੇ ਪ੍ਰੋਪਰ ਵੇ ਦੇ ਨਾਲ ਲੋਕ ਆਏ ਨੇ ਉਹਨਾਂ ਨੂੰ ਤਾਂ ਸਰਕਾਰ ਨੇ ਪੂਰਾ ਵੱਲ ਕੇਅਰ ਉਹਨਾਂ ਦੀ ਕਰ ਰਹੀ ਹੈਗੀ ਹੈ। ਤੇ ਜਿਹੜੇ ਚੋਰ ਮੋਰੀਆਂ ਥਾਣੀ ਤੇ ਟੈਂਪੂ ਟਰੈਵਲਰਾਂ ਥਾਣੀ ਆਏ ਨੇ, ਜਿਹੜੇ ਸੁਰ ਸਿੰਘ ਆਏ ਸੀਗੇ, ਜਿਹੜੇ ਉੱਥੇ ਪੋਜ਼ਿਟਿਵ ਨਿਕਲੇ ਨੇ, ਉਹ ਕਿੱਦਣ ਦੇ ਆਏ ਨੇ ਪਹਿਲਾਂ। ਇਹ ਬਿਲਗਾ ਸਾਹਿਬ ਇਹ ਨਹੀਂ ਵੀ ਇਹਨਾਂ ਨੇ ਮਾੜੀ ਜੀ ਗੱਲ ਸੁਣ ਕੇ ਗੱਲ ਕੀਤੀ, ਇਹ ਪੂਰੀ ਨਜ਼ਰ ਰੱਖਦੇ ਨੇ ਹਰ ਇੱਕ ਪਾਸੇ। ਪਰ ਇੰਨੀ ਵੀ ਜਿਹੜੀ ਸਰਕਾਰ ਦੀ ਗਲਤੀ, ਸਾਡੀ ਆਪਣੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ। ਅਸੀਂ ਕੈਨੇਡਾ ਤੋਂ ਬੈਠੇ ਉਹਨਾਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਕਹਿੰਦੇ ਰਹੇ ਹਾਂ ਕਿ ਤੁਸੀਂ ਹਿੱਲਣਾ ਨੀ ਗਾ, ਤਾਂ ਤੁਸੀਂ ਜਾਣਾ ਨੀ ਗਾ ਕਿਸੇ ਪਾਸੇ। ਈਵਨ ਤੁਹਾਨੂੰ ਇਹ ਵੀ ਕਿਹਾ ਹੋਇਆ ਵੀ ਤੁਸੀਂ ਆਪਣੇ ਘਰ ਵੀ ਨੀ ਗਾ ਆਉਣਾ, ਜੇ ਆਉਣਾ ਤਾਂ ਇਕੱਲਿਆਂ ਨੇ ਰਹਿਣਾ, ਕਿਸੇ ਨੂੰ ਮਿਲ ਨਹੀਂ ਆਉਣ ਦੇਣਾ। ਸਾਡੀ ਵੀ ਕੋਈ ਜ਼ਿੰਮੇਵਾਰੀ ਹੈਗੀ ਉੱਥੇ ਲੋਕਾਂ ਨੂੰ ਕਰਨ ਦੀ, ਜਾਂ ਲੋਕਾਂ ਨੂੰ ਕਾਨੂੰਨ ਮੰਨਣ ਦੀ ਵੀ ਕੋਈ ਹੈਗੀ ਕਿ ਸਾਰਾ ਕੁਝ ਸਰਕਾਰ ਨੇ ਹੁਣ ਇਕੱਲੇ ਦੇ ਉੱਤੇ ਤੋਂ ਜਿੰਨੇ ਲੋਕ ਪਬਲਿਕ ਹੈ ਉਨੀ ਪੁਲਿਸ ਤਾਂ ਲਾ ਨਹੀਂ ਸਕਦੇ। ਬਾਕੀ ਢਿੱਲੋਂ ਸਾਹਿਬ ਦੱਸ ਦੇਣ ਵੀ ਇਸ ਤਰ੍ਹਾਂ ਪੁਲਿਸ ਲੱਗ ਸਕਦੀ, ਕੈਨੇਡਾ 'ਚ ਲੱਗ ਗਈ ਇਸ ਤਰ੍ਹਾਂ, ਨਹੀਂ ਲੱਗਦੀ, ਅਮਰੀਕਾ 'ਚ ਲੱਗ ਗਈ ਇਸ ਤਰ੍ਹਾਂ। ਜੀ ਧੰਨਵਾਦ ਵੀਰ ਜੀ। ਸਾਨੂੰ ਆਪਣੀ ਵੀ ਰਿਸਪੌਂਸਿਬਿਲਿਟੀ ਲੈਣੀ ਚਾਹੀਦੀ ਜੀ। ਹਾਂ ਬਿਲਕੁਲ ਜੀ, ਬਿਲਕੁਲ ਧੰਨਵਾਦ ਵੀਰ ਜੀ। ਹਾਂਜੀ ਵੀਰ ਜੀ ਸਵਾਗਤ ਹੈ ਤੁਹਾਡਾ। 2831 ਹੈਲੋ ਬਾਈ ਜੀ, ਸਤਿ ਸ਼੍ਰੀ ਅਕਾਲ ਦੋਨੇ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਆਪਾਂ ਗੱਲ ਕਰ ਰਹੇ ਸੀ ਨਾ ਵੀ ਜਿਹੜਾ ਉੱਥੇ UAE ਵਾਲਿਆਂ ਨੇ ਵੀ ਹੁਣ RSS ਦੇ ਚਲੋ ਮਤਲਬ ਇੱਕ ਆਈਡੀਆ ਲਾਇਆ ਆਪਾਂ ਨੇ ਜੀ। ਤੇ ਬਾਈ ਜੀ ਪਰ ਜਿਵੇਂ ਆਪਾਂ ਦੇਖੀਏ ਨਾ, ਜਿਹੜੇ ਸਾਰੇ ਦੇਸ਼ ਨੇ ਇਹਨਾਂ ਦਾ ਸੋਚਣ ਦਾ ਤਰੀਕਾ ਧਰਮ ਧੁਰਮ ਵਾਲਾ ਤਾਂ ਮੈਨੂੰ ਲੱਗਦਾ ਸੈਕਿੰਡ ਰੱਖਦੇ ਨੇ, ਦੂਜੇ ਨੰਬਰ ਤੇ ਇਹ। ਹੁਣ ਤੁਸੀਂ ਦੇਖੋ ਚਾਈਨਾ ਨਾਲ ਕੈਨੇਡਾ ਸਭ ਤੋਂ ਵੱਧ ਮਨੁੱਖੀ ਅਧਿਕਾਰਾਂ ਦਾ ਕਹਿੰਦਾ ਵੀ ਅਸੀਂ ਲੋਕਾਂ ਨੂੰ ਬਚਾਉਣਾ ਚਾਹੁੰਦੇ ਹਾਂ, ਅਸੀਂ ਐਂ ਕਰਾਂਗੇ। ਪਰ ਸਾਰੀ ਦੁਨੀਆ ਦੇ 124 ਖਣੀ 25 ਦੇਸ਼ਾਂ ਨਾਲ ਚਾਈਨਾ ਦਾ ਵਪਾਰ ਚੱਲਦਾ, ਔਰ ਸਭ ਤੋਂ ਵੱਧ ਉੱਥੇ ਮਤਲਬ ਲੋਕਾਂ ਦੇ ਨਾਲ ਆਪਾਂ ਦੇਖਦੇ ਹਾਂ ਇੱਕ ਪਿੰਡ ਛੱਡ ਕੇ ਦੂਏ ਪਿੰਡ ਜਾ ਕੇ ਕੰਮ ਕਰਨ ਦੀ ਆਜ਼ਾਦੀ ਨਹੀਂ ਹੈਗੀ ਉੱਥੇ ਨਾ ਜੀ। ਤੇ ਸਾਰਾ ਕੁਛ ਉਹਨਾਂ ਦਾ, ਤੇ ਉਹੀ ਦੇਸ਼ਾਂ ਤੋਂ ਸਾਰੇ ਲੋਕ ਸਮਾਨ ਲੈ ਰਹੇ ਨੇ, ਕਿਉਂਕਿ ਪਦਾਰਥਵਾਦੀ ਯੁੱਗ 'ਚ ਹਰੇਕ ਬੰਦਾ ਬਿਜ਼ਨਸ ਪ੍ਰੋਫਿਟ ਸਾਰਾ ਚੀਜ਼ਾਂ ਇਹ ਦੇਖਦਾ ਨਾ ਜੀ। ਤੇ ਹੁਣ ਇਹੀ ਆਪਾਂ ਦੇਖਿਆ ਜਾਵੇ ਵੀ ਆਹ ਦੂਸਰੇ ਦੇਸ਼ ਦੀ ਗੱਲ ਕਰਦੇ UAE 'ਚ ਹੁਣ ਕਿੰਨੇ ਮੁਸਲਮਾਨ ਨੇ, ਇੰਡੀਆ ਤੋਂ ਵੀ ਵੱਧ ਆਪਾਂ ਦੇਖਦੇ ਹਾਂ ਹੋਰ ਦੇਸ਼ਾਂ 'ਚ ਕਿੰਨੀ ਮਾਰਕਾਟ ਹੋ ਰਹੀ ਹੈ। ਈਵਨ ਕਿ ਚਾਈਨਾ ਦੇ ਵਿੱਚ ਹੀ ਆ, ਉਹਨਾਂ ਨੂੰ ਕੈਦ ਕਰਕੇ ਵੀ ਰੱਖਿਆ ਹੋਇਆ। ਉੱਥੇ ਇਹ ਮੁਲਕ ਜਮਾ ਹੀ ਨਹੀਂ ਕਰਦੇ ਹੈਗੇ। ਹਾਲਾਂਕਿ ਇਹਨਾਂ ਦੀ ਮੁਸਲਿਮ ਦੇਸ਼ਾਂ ਦਾ UAE ਵਾਲਿਆਂ ਦੇ ਨਾਲ ਸਭ ਤੋਂ ਬੜਾ ਖਦਸ਼ਾ ਹੁੰਦਾ ਵੀ ਉਹ ਅਮਰੀਕਾ ਦਾ ਪਿੱਠੂ ਬਣਿਆ ਹੋਇਆ ਨਾ ਜੀ। ਤੇ ਇਹਦੇ ਤੇ ਵੀ ਜ਼ਰੂਰ ਇੱਕ ਥੋੜਾ ਜਿਹਾ ਤਬਸਰਾ, ਜੇ ਟਾਈਮ ਲੱਗਿਆ ਤਾਂ ਕਰ ਦਿਓ ਵੀ ਇਹ ਕੀ ਚੱਕਰ ਹੈ। ਵੀ ਆਪਾਂ ਨੂੰ ਕਈ ਵਾਰੀ ਨਾ ਲੋਕਾਂ ਨੂੰ ਧਰਮ ਦਾ ਦਿਖਾ ਕੇ ਮਤਲਬ ਸ਼ੀਸ਼ਾ ਇੱਕ ਪਹਿਲਾਂ
ਤੇ ਉਹ ਲੋਕਾਂ ਵਾਸਤੇ ਹੀ ਆ। ਸਰਕਾਰਾਂ ਸਰਕੂਰਾਂ ਮੈਨੂੰ ਲੱਗਦਾ ਇਸ ਤੇ ਉਹ ਇੱਕ ਮਤਲਬ ਉਹਨਾਂ ਨੇ ਵੀ ਪੋਲੀਟੀਕਲ ਸਟੰਟ, ਉਹਨਾਂ ਨੇ ਵੀ ਹੁਣ ਆਪਣੇ ਦੇਸ਼ ਨੂੰ ਖੁਸ਼ ਕਰਨਾ। ਮਤਲਬ ਮੈਂ ਇਹ ਤਾਂ ਮੇਰੇ ਵਿਚਾਰ ਸੀਗੇ ਆਪਣੇ ਬਾਈ। ਧੰਨਵਾਦ ਜੀ। ਜੀ ਢਿੱਲੋਂ ਸਾਹਿਬ। ਬਿਲਕੁਲ ਇਹਨਾਂ ਨੇ ਗੱਲ ਠੀਕ ਹੈ। ਜਿਹੜਾ ਹਾਕਮ ਹੁੰਦਾ ਨਾ, ਹਾਕਮ ਦਾ ਸਭ ਤੋਂ ਵੱਡਾ ਧਰਮ ਜਿਹੜਾ ਹੁੰਦਾ ਉਹ ਸਿਰਫ ਇਹੀ ਹੁੰਦਾ ਕਿ ਉਹਨੇ ਹਕੂਮਤ ਕਰਨੀ ਹੈ ਜੀ। ਲੇਕਿਨ ਸਾਨੂੰ ਇਹ ਗੱਲ ਮੰਨਣੀ ਪੈਣੀ ਹੈ ਵੀ ਜਦੋਂ ਅਸੀਂ ਕਈ ਵਾਰੀ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਜਾਂ ਉਹਦੇ ਧਰਮ ਨੂੰ ਟਾਰਗੇਟ ਕਰਾਂਗੇ, ਅਸੀਂ ਜਿਵੇਂ ਜੇ ਆਪਾਂ ਦੇਸੀ ਸ਼ਬਦਾਂ ਦੀ ਗੱਲ ਕਰੀਏ ਕਿ ਜਦੋਂ ਆਪਾਂ ਕਿਸੇ ਨੂੰ ਆਰ ਲਾਵਾਂਗੇ ਤਾਂ ਬੰਦੇ ਨੂੰ ਫਿਰ ਦਰਦ ਮਹਿਸੂਸ ਹੁੰਦਾ ਹੈ। ਤੁਸੀਂ ਕੈਨੇਡਾ ਬੈਠੇ ਹੋ, ਮੈਂ ਭਾਰਤ ਦੇ ਵਿੱਚ ਬੈਠਾ ਹਾਂ, ਤੁਹਾਨੂੰ ਭਾਰਤ ਦੇ ਲੋਕਾਂ ਦਾ, ਜਿਹੜੇ ਤੁਹਾਡੇ ਪਿੱਛੇ ਦੇ ਲੋਕ ਹੈ, ਤੁਹਾਨੂੰ ਉਹਨਾਂ ਦਾ ਦਰਦ ਆਉਂਦਾ ਹੈ। ਮੈਨੂੰ ਜੇ ਇਸ ਗੱਲ ਦਾ ਉੱਤੇ ਜੇ ਕੈਨੇਡਾ ਦੇ ਵਿੱਚ, ਅਮਰੀਕਾ ਦੇ ਵਿੱਚ ਸਾਡੇ ਭਾਈਚਾਰੇ ਨੂੰ ਕੋਈ ਥੋੜਾ ਬਹੁਤਾ ਕਿਸੇ ਨੂੰ ਜ਼ਰਬ ਆਉਂਦਾ ਹੈ ਤਾਂ ਮੈਨੂੰ ਉਹਦਾ ਇਹ ਮਹਿਸੂਸ ਹੁੰਦਾ ਕਿ ਮੇਰਾ ਭਾਈਚਾਰਾ ਹੈ। ਇਸ ਗੱਲ ਤੋਂ ਅਸੀਂ ਮੁਨਕਰ ਨਹੀਂ ਹੋ ਸਕਦੇ। ਇਹਦੇ ਵਿੱਚ ਬਿਲਕੁਲ ਠੀਕ ਹੈ ਇਹਨਾਂ ਦੀ ਗੱਲ ਕਿ UAE ਜਾਂ ਜਿਹੜਾ ਸਾਊਦੀ ਅਰਬ ਵਗੈਰਾ, ਇਹ ਸਾਰੇ ਦੇ ਸਾਰੇ ਇਹ ਖਿੱਤਾ ਜਿਹੜਾ ਹੈਗਾ ਖਾੜੀ ਦੇ ਦੇਸ਼ਾਂ ਦੇ ਵਿੱਚ, ਇਹਦੇ ਚੋਂ ਜ਼ਿਆਦਾਤਰ ਲੋਕ ਉਹ ਹੈ ਜਿਹੜੇ ਅਮਰੀਕਾ ਦੇ ਪਿਛਲਗੂ ਬਣ ਕੇ ਚੱਲਦੇ ਹੈ। ਲੇਕਿਨ ਜਦੋਂ ਕਈ ਵਾਰੀ ਧਰਮ ਵਿਸ਼ੇਸ਼ ਨੂੰ ਟਾਰਗੇਟ ਕੀਤਾ ਜਾਵੇ, ਇਸਲਾਮ ਦੇ ਨਾਂ ਦੇ ਉੱਤੇ, ਮੁਸਲਮਾਨਾਂ ਦੇ ਨਾਂ ਦੇ ਉੱਤੇ ਉਹਨਾਂ ਨਾਲ ਧੱਕਾ ਕੀਤਾ ਜਾਵੇ, ਉਦੋਂ ਜ਼ਰੂਰ ਉਹਦਾ ਜਿਹੜਾ ਕਰਮ ਦਾ ਪ੍ਰਤੀਕਰਮ ਹੁੰਦਾ ਹੈ। ਹਾਂ, ਜੇ ਸਾਰਿਆਂ ਨੂੰ ਇੱਕੋ ਰਸਤੇ ਤੁਸੀਂ ਲੁੱਟੀ ਜਾਓ, ਤੁਸੀਂ ਗਰੀਬਾਂ ਨੂੰ ਲੁੱਟੀ ਜਾਓ, ਅਮੀਰਾਂ ਨੂੰ ਛਕਾਈ ਜਾਓ, ਉਹਨਾਂ ਨੂੰ ਕੋਈ ਇਸ ਗੱਲ ਦੀ ਨਹੀਂ। ਗਰੀਬ ਮੁਸਲਮਾਨ ਨੂੰ ਲੁੱਟੋ ਕੋਈ ਖਾਸ ਕਰ ਲਈ। ਲੇਕਿਨ ਜਦੋਂ ਵਿਤਕਰਾ ਹੁੰਦਾ ਹੈ ਮੁਸਲਮਾਨ ਦੇ ਨਾਲ, ਮੁਸਲਮਾਨ ਦੇ ਤੌਰ ਦੇ ਉੱਤੇ ਕਰਕੇ, ਜਿਹੜੀ ਆਪਾਂ ਕੱਲ ਵੀ ਗੱਲ ਕੀਤੀ ਸੀਗੀ, ਅਮਰੀਕਾ ਦਾ ਜਿਹੜਾ ਧਾਰਮਿਕ ਘੱਟ ਗਿਣਤੀਆਂ ਵਾਲਾ ਉਹਨਾਂ ਨੇ ਬਣਾਇਆ ਆਪਣਾ ਕਮਿਸ਼ਨ ਬਣਾਇਆ, ਤੇ ਇਹਦਾ ਕਮਿਸ਼ਨ ਕਹਿੰਦਾ ਕਿ ਇੱਥੇ ਬੜਾ ਕੁਛ ਹੋਇਆ ਭਾਰਤ ਦੇ। ਮੈਂ ਇੱਥੇ ਦੱਸ ਰਿਹਾ ਕਿ ਉਸ ਕਮਿਸ਼ਨ ਦੇ ਵਿੱਚ ਇਹ ਜ਼ਿਕਰ ਕੀਤਾ ਗਿਆ ਹੈ ਕਿ ਭਾਰਤ ਦੇ ਗ੍ਰਹਿ ਮੰਤਰੀ ਮਿਸਟਰ ਅਮਿਤ ਸ਼ਾਹ ਨੇ ਪ੍ਰਵਾਸੀਆਂ ਦੇ ਬਾਰੇ ਇਹ ਗੱਲ ਕਹੀ ਸੀਗੀ, ਖਾਸ ਕਰਕੇ ਮੁਸਲਮਾਨਾਂ ਨੂੰ, ਪ੍ਰਵਾਸੀਆਂ ਤੋਂ ਭਾਵ ਉਹਨਾਂ ਦਾ ਮੁਸਲਮਾਨ ਹੈ। ਉਹਦੇ ਵਿੱਚ ਉਹ ਕਹਿੰਦੇ, ਉਹਨਾਂ ਨੇ ਕਿਹਾ ਸੀ ਕਿ ਇਹ ਲੋਕ ਸਿਉਂਕ ਵਰਗੇ ਹੈ, ਜੇ ਇਹਨਾਂ ਦਾ ਸਫਾਇਆ ਨਾ ਕੀਤਾ ਗਿਆ ਤਾਂ ਸਿਉਂਕ ਸਾਰਾ ਕੁਝ ਖਾ ਜਾਊਗੀ। ਇਹਨਾਂ ਦਾ ਸਫਾਇਆ ਕਰਨਾ ਜ਼ਰੂਰੀ ਹੈ। ਔਰ ਉਸ ਕਮਿਸ਼ਨ ਨੇ ਸਿਫਾਰਿਸ਼ ਕੀਤੀ ਹੈ ਕਿ ਜਿਹੜੇ ਬੰਦੇ ਅਜਿਹਾ ਸੋਚਦੇ, ਅਜਿਹਾ ਬੋਲਦੇ ਹੈ, ਉਹਨਾਂ ਦੇ ਉੱਤੇ ਬੈਨ ਕੀਤਾ ਜਾਵੇ, ਉਹਨਾਂ ਨੂੰ ਇਸ ਦੇਸ਼ ਦਾ ਵੀਜ਼ਾ ਜੇ ਦਿੱਤਾ ਹੋਇਆ ਤਾਂ ਉਹਨੂੰ ਰੱਦ ਕੀਤਾ ਜਾਵੇ। ਇਹ ਗੱਲਾਂ ਜਿਹੜੀਆਂ ਹੈਗੀਆਂ ਨਾ, ਜਦੋਂ ਕਈ ਵਾਰੀ ਆਪਾਂ ਇਸ ਹਿਸਾਬ ਨਾਲ ਧਰਮ ਦੇ ਆਧਾਰ ਤੇ ਕੁਝ ਕਰਦੇ ਹਾਂ ਤਾਂ ਫਿਰ ਜਿੰਨਾ ਮਰਜ਼ੀ ਹੈ ਬੰਦਾ ਹੋਵੇ ਕਿ ਉਹਨਾਂ ਨੂੰ ਜੀ ਠੀਕ ਹੈ, ਉਹਨਾਂ ਦਾ ਆਪਦਾ ਇੱਕ, ਅਸੀਂ ਧਰਮ ਤੋਂ ਕੀ ਲੈਣਾ, ਪਰ ਫਿਰ ਵੀ ਕਿਤੇ ਨਾ ਕਿਤੇ ਜਾ ਕੇ ਫਿਰ ਉਹਨਾਂ ਨੂੰ ਧਾਰਮਿਕ ਜਿਹੜੀ ਵਿਤਕਰੇਬਾਜ਼ੀ ਹੈ ਇਹ ਤੰਗ ਕਰਦੀ ਹੈ, ਔਰ ਉਹਦਾ ਕਈ ਵਾਰੀ ਐਕਸ਼ਨ ਹੋ ਜਾਂਦਾ ਹੁੰਦਾ ਜੀ। ਬਿਲਕੁਲ ਜੀ। ਮੈਂ ਨਾਲ ਹੀ ਦੱਸਣਾ ਚਾਹੁੰਦਾ ਜੀ, ਵਨ ਟੱਚ ਕਮਿਊਨੀਕੇਸ਼ਨ ਵੱਲੋਂ ਜੇ ਤੁਸੀਂ ਕੈਨੇਡਾ ਜਾਂ ਅਮਰੀਕਾ ਨੂੰ ਟਰੱਕ ਚਲਾਉਣੇ ਹੋ, ਸਸਤੀਆਂ ਫੋਨ ਡੀਲਾਂ ਜਾਂ ਇੰਟਰਨੈਟ ਡੀਲਾਂ ਲੈਣੀਆਂ ਚਾਹੁੰਦੇ ਹੋ, ਅਨਲਿਮਟਿਡ ਮਿਲਦੀਆਂ ਜੀ ਬਹੁਤ ਸਸਤੀ ਪ੍ਰਾਈਸ ਦੇ ਵਿੱਚ। 905 203 3636 ਤੇ ਤੁਸੀਂ ਸੁਖਦੇਵ ਥਾਪਰ ਉਹਨਾਂ ਨੂੰ ਕਾਲ ਕਰ ਸਕਦੇ ਹੋ। ਟਿਕਟਾਂ ਬਾਰੇ ਕੋਈ ਜਾਣਕਾਰੀ ਲੈਣੀ ਹੈ ਤਾਂ ਆਲ ਲਿੰਕ ਟਰੈਵਲ ਦੇ 416 293 8700। ਟਰੱਕ ਡਰਾਈਵਰੀ ਜਾਂ ਓਨਰ ਆਪਰੇਟਰ ਬਣਨਾ ਚਾਹੁੰਦੇ ਹੋ ਤੇ KGS ਟਰਾਂਸਪੋਰਟ ਦਾ ਨਾਮ ਯਾਦ ਰੱਖੋ। ਇੱਕ GTA ਦੇ ਵਿੱਚ ਉਹਨਾਂ ਦਾ ਟਰਮੀਨਲ ਆ ਤੇ ਇੱਕ ਇੰਡੀਆਨਾ ਪਲੱਸ ਅਮਰੀਕਾ ਦੇ ਵਿੱਚ। ਤੁਸੀਂ ਕਿਸੇ ਬੰਨੇ ਵੀ ਜੋਬ ਲੈ ਸਕਦੇ ਹੋ। 905 799 9500 ਤੇ ਜਿੰਦਰ ਬੁੱਟਰ ਜਾਂ ਕੁਲਵੰਤ ਸਿੰਘ ਨਾਲ ਕਾਲ ਕਰ ਸਕਦੇ ਹੋ। ਏਸ਼ੀਅਨ ਫੂਡ ਦੇ ਸਟੋਰ ਤੋਂ ਤੁਸੀਂ ਗਰੋਸਰੀ ਕਰਨੀ ਹੈ, ਕਿਸੇ ਨੇੜਲੇ ਸਟੋਰ ਤੇ ਜਾ ਸਕਦੇ ਹੋ। ਵਧੇਰੇ ਜਾਣਕਾਰੀ ਲਈ 416 543 7107 ਤੇ ਕਾਲ ਕੀਤੀ ਜਾ ਸਕਦੀ ਹੈ। ਆਪਣੇ ਨਾਲ ਹਰਜਿੰਦਰ ਸਿੰਘ ਧਨੋਆ ਵੀ ਜੁੜ ਚੁੱਕੇ ਆ। ਢਿੱਲੋਂ ਸਾਹਿਬ ਆਪਾਂ ਉਹਨਾਂ ਨੂੰ ਔਨ ਏਅਰ ਕਰ ਲਈਏ ਜੀ। ਹਾਂਜੀ ਵੀਰ ਜੀ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਚੰਦੀ ਸਾਹਿਬ ਤੇ ਢਿੱਲੋਂ ਸਾਹਿਬ ਤੇ PTN 24 ਦੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਚੰਦੀ ਸਾਹਿਬ, ਆਪਾਂ ਜੇ ਗੱਲ ਕੀਤੀ ਜਾਵੇ ਤਾਂ ਫੈਡਰਲ ਗਵਰਨਮੈਂਟ ਨੇ ਜਿਹੜਾ ਸਟੂਡੈਂਟ ਵਾਸਤੇ ਬੈਨੀਫਿਟ ਪੈਕੇਜ ਦੀ ਗੱਲ ਕੀਤੀ ਸੀਗੀ, ਤੇ ਉਹ 9 ਬਿਲੀਅਨ ਦਾ ਜਿਹੜਾ ਬੈਨੀਫਿਟ ਪੈਕੇਜ ਆ ਉਹ ਕੱਲ ਪਾਸ ਹੋ ਗਿਆ। ਤੇ ਉਹਦੇ ਵਿੱਚ ਮੈਂ ਸਾਰਾ ਕੁਛ ਤਾਂ ਜੋ ਆਪਾਂ ਪਹਿਲਾਂ ਕਵਰ ਕੀਤਾ ਸੀ ਉਹ ਸਾਰਾ ਕੁਛ ਸੇਮ ਹੀ ਆ। ਥੋੜਾ ਜਿਹਾ ਵਿੱਚ ਉਹਦੇ ਚੇਂਜ ਆਈ ਆ, ਜਿਸ ਤਰ੍ਹਾਂ ਉਹਨਾਂ ਨੇ ਜਿਹੜੀ ਡਿਸੇਬਲ ਸੀਗੇ ਜੀ ਜਾਂ ਜਿਹੜੇ ਕਿਸੇ ਦੀ ਲੁੱਕ ਆਫਟਰ ਕਰਦੇ ਸੀ, ਜੇ $1750 ਸੀ ਉਹ ਵਧਾ ਕੇ ਉਹਨਾਂ ਨੇ ਹੁਣ $2000 ਉਹ ਕਰ ਦਿੱਤੇ। ਜਿੰਨੇ ਮਤਲਬ ਕਿ ਸਰਬ ਜਿਹੜਾ ਕੋਈ ਕੰਮ ਕਰਕੇ ਬਣਾਉਂਦਾ ਸੀ ਉਹਨੇ $1 ਉਹਨਾਂ ਨੂੰ, $2000 ਉਹਨਾਂ ਨੂੰ ਆ ਗਿਆ ਜੀ। ਤੇ ਬਾਕੀ ਜੇ ਅੰਟੇਰੀਓ ਦੀ ਗੱਲ ਕੀਤੀ ਜਾਵੇ ਤਾਂ 6 ਅਪ੍ਰੈਲ ਤੋਂ ਬਾਅਦ ਇਹ ਪਹਿਲੀ ਵਾਰੀ ਹੋਇਆ ਇੰਨਾ ਲੋ ਨੰਬਰ ਆਇਆ ਜੀ, ਜਿਹੜੇ ਕੇਸ ਆਏ ਆ 347 ਕੇਸ ਆਏ ਆ ਚੰਦੀ ਸਾਹਿਬ ਜੀ। ਬਾਕੀ ਜੌਨ ਟੋਰੀ ਨੇ ਵੀ ਬਹੁਤ ਸਾਰੀਆਂ ਚੀਜ਼ਾਂ ਜਿਸ ਤਰ੍ਹਾਂ ਪਹਿਲਾਂ ਕੈਂਸਲ ਕੀਤੀਆਂ, ਹੁਣ ਉਹਨਾਂ ਨੇ ਕਿਹਾ ਆ ਕਿ ਅਸੀਂ ਕੈਂਸਲ ਕਰਦੇ ਹਾਂ ਜੀ ਕੈਨੇਡਾ ਡੇ ਤੋਂ ਲੈ ਕੇ ਸੈਂਟਾ ਕਲੌਸ ਦੀਆਂ ਜੇ ਪਰੇਡ ਤੱਕ। ਪਰ ਉਹਨਾਂ ਨੇ ਇਹ ਵੀ ਕਿਹਾ ਆ ਸਾਰਾ ਕੁਝ ਟੇਬਲ ਤੇ ਹੈ ਜੀ, ਜਿਸ ਤਰ੍ਹਾਂ ਕੋਈ ਸਥਿਤੀ
ਠੀਕ ਹੋਣ ਦੇ ਚਾਂਸ ਹੋਏ ਤਾਂ ਉਸ ਤੇ ਬਾਅਦ ਸੋਚਿਆ ਜਾ ਸਕਦਾ ਜੀ। ਬਾਕੀ ਜਿਹੜੇ ਐਮਰਜੈਂਸੀ ਚਾਈਲਡ ਬੈਨੀਫਿਟ ਕੇਅਰ ਆ ਜੀ, ਉਹਦੇ ਵਿੱਚ ਇਹਨਾਂ ਨੇ ਕੁਝ ਨਵੇਂ ਜਿਹੜੇ ਲੋਕ ਸਟੋਰਾਂ ਤੇ ਕੰਮ ਕਰਦੇ ਆ ਉਹ ਐਡ ਕੀਤੇ ਆ। ਜਿਵੇਂ ਗਰੋਸਰੀ ਸਟੋਰ ਦੀ ਗੱਲ ਕੀਤੀ ਜਾਵੇ ਤਾਂ ਫਾਰਮੇਸੀ ਵਰਕਰ, ਟਰੱਕਰ, ਰਿਟਾਇਰਮੈਂਟ ਹੋਮ ਜਿਹੜੇ ਡੈਫ ਲੋਕ ਆ ਉਹਨਾਂ ਦੀ ਕੋਈ ਹੈਲਪ ਕਰਦੇ ਆ, ਉਹ ਜਿਹੜੇ ਇਹ ਐਮਰਜੈਂਸੀ ਚਾਈਲਡ ਕੇਅਰ ਬੈਨੀਫਿਟ ਹੈ ਜੀ ਉਹਨਾਂ ਨੂੰ ਐਡ ਕੀਤਾ ਕਿ ਉਹ ਅਪਲਾਈ ਕਰ ਸਕਦੇ ਆ ਜੀ। ਜੀ ਬਾਕੀ ਜਿਸ ਤਰ੍ਹਾਂ ਕਿ ਨਿਆਣੇ ਕਿੰਡਰ ਸਰਪ੍ਰਾਈਜ਼ ਜਿਹੜੇ ਆਪਣੇ ਇਹ ਨਟੇਲਾ, ਫਰੈਰੋ ਚੌਰਚ ਜਿਹੜੇ ਜਾਂ ਟਿਕ ਟੈਕ ਇਹ ਖਾਂਦੇ, ਇਹਨਾਂ ਦੀ ਬਹੁਤ ਸਾਰੀ ਵੱਡੀ ਕੰਪਨੀ ਹੈ ਜੀ। ਬ੍ਰੈਂਟਫੋਰਡ ਦੇ ਵਿੱਚ ਬਹੁਤ ਵੱਡਾ ਪਲਾਂਟ ਆ ਤੇ ਉੱਥੇ ਵੀ 7 ਜਿਹੜੇ ਆ ਪੋਜ਼ਿਟਿਵ ਪਾਏ ਗਏ ਆ। ਤਾਂ ਇਹ ਜਿਹੜੀ ਕੰਪਨੀ ਆ 2 ਵੀਕਾਂ ਲਈ ਇਹਨਾਂ ਨੇ ਬੰਦ ਕਰ ਦਿੱਤੀ ਹੈ। ਇਹ ਜੀ ਅਲਬਾ ਇਟਲੀ ਬੇਸਡ ਕੰਪਨੀ ਆ, 1974 ਦੇ ਵਿੱਚ ਕੈਨੇਡਾ ਚ ਆਈ ਸੀਗੀ ਤੇ ਬ੍ਰੈਂਟਫੋਰਡ ਦੇ ਵਿੱਚ ਇਹਨਾਂ ਨੇ 2006 ਦੇ ਵਿੱਚ ਇਹ ਪਲਾਂਟ ਖੋਲਿਆ ਸੀਗਾ ਜੀ। ਬਾਕੀ ਪਿਕਰਿੰਗ ਦੇ ਵਿੱਚ ਜਿਹੜਾ ਲੌਂਗ ਟਰਮ ਕੇਅਰ ਆ ਉਹ ਚ ਮਰਨ ਵਾਲਿਆਂ ਦੀ ਜਿਹੜੀ ਗਿਣਤੀ ਆ 47 ਹੋ ਗਈ ਆ ਤੇ ਉੱਥੇ ਜਿਹੜੇ ਫੈਮਿਲੀ ਉਹਨਾਂ ਦੀ ਹੈਗੀ ਆ ਤਾਂ ਉਹਨਾਂ ਨੇ ਓਪਨ ਲੈਟਰ ਡਗ ਫੂਡ ਨੂੰ ਲਿਖਿਆ ਆ ਕਿ ਇਹਦੇ ਤੇ ਫੁੱਲ ਇਨਵੈਸਟੀਗੇਸ਼ਨ ਕੀਤੀ ਜਾਵੇ ਕਿ ਇੰਨੀਆਂ ਡੈਥ ਇਸ ਟਰਮ ਕੇਅਰ ਦੇ ਵਿੱਚ ਕਿਉਂ ਹੋ ਰਹੀਆਂ ਜੀ। ਬਾਕੀ ਜੇ ਆਪਾਂ ਇੰਡੀਆ ਦੀ ਗੱਲ ਕੀਤੀ ਜਾਵੇ ਤਾਂ ਉਹ ਪਲਾਨ ਕਰ ਰਿਹਾ ਕਿ ਜਿਹੜੀ ਆਪਾਂ ਐਂਟੀ ਮਲੇਰੀਆ ਦੀ ਹਮੇਸ਼ਾ ਹੀ ਗੱਲ ਕਰਦੇ ਆ ਦਵਾਈ ਆ ਹਾਈਡਰੋਕਸੀ ਕਲੋਰੋਕੁਈਨ, ਉਹ ਮੁੰਬਈ ਦੇ ਵਿੱਚ 1000 ਆਫ ਪੀਪਲ ਜਿਹੜੇ ਆ ਕਰਾਊਡਡ ਏਰੀਆ, ਸਲਮ ਏਰੀਆ, ਉਹਨਾਂ ਤੇ ਟੈਸਟ ਕਰ ਰਹੀ ਆ। ਪਰ ਇੱਥੇ ਸਵਾਲ ਚੰਗੀ ਸਾਹਿਬ ਇਹ ਉੱਠਦਾ ਆ ਕਿ ਇਹ ਜਿਹੜੀ ਦਵਾਈ ਆ ਜਿਸ ਤਰ੍ਹਾਂ ਇੱਥੇ ਅਮਰੀਕਾ ਨੇ ਟਰਾਈ ਕੀਤੀ ਸੀ, ਜਿਨ੍ਹਾਂ ਲੋਕਾਂ ਨੂੰ ਦਿੱਤੀ ਸੀ ਉਹਨਾਂ ਦੀ 28% ਮੌਤ ਹੋਈ, ਜਿਨ੍ਹਾਂ ਨੂੰ ਨਹੀਂ ਦਿੱਤੀ ਸੀ ਉਹਨਾਂ ਦੀ 11% ਮੌਤ ਹੋਈ ਆ। ਤਾਂ ਹੁਣ ਇੰਡੀਆ ਦੇ ਵਿੱਚ ਇਹ ਟੈਸਟ ਕਰ ਰਹੇ ਆ। ਠੀਕ ਹੈ ਜੀ, ਟੈਸਟ ਕਰੋ, ਪਰ ਇਹ ਸਲਮ ਏਰੀਆ ਜਿਹੜਾ ਬਹੁਤ ਪੂਅਰ ਲੋਕ ਆ ਉਹਨਾਂ ਤੇ ਕਿਉਂ ਕਰ ਰਹੇ ਆ? ਇਹ ਅਮੀਰਾਂ ਤੇ ਕਿਉਂ ਨਹੀਂ ਟੈਸਟ ਹੋ ਸਕਦੀ? ਇਹ ਬੜਾ ਇੱਕ ਸਵਾਲ ਬਣਦਾ ਜੀ। ਬਾਕੀ ਇੰਗਲੈਂਡ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੇ ਘਰੇ ਖੁਸ਼ੀ ਆਈ ਹੈ ਜੀ। ਉਹਨਾਂ ਦੀ ਫਿਆਂਸੇ ਕੈਰੀ ਨੇ ਅਨਾਉਂਸ ਕੀਤਾ ਕਿ ਬੁੱਧਵਾਰ ਨੂੰ ਉਹਨਾਂ ਦੇ ਘਰੇ ਮੁੰਡਾ ਹੋਇਆ ਜੀ। ਬਾਕੀ ਐਮਾਜ਼ੋਨ ਨੇ ਜਿਹੜਾ ਦੱਸਿਆ ਕਿ ਮਾਰਚ ਮਹੀਨੇ ਦੇ ਵਿੱਚ ਜਿਹੜੀ ਆਨਲਾਈਨ ਸਰਚ ਕੰਪਨੀ ਵੈਬਸਾਈਟ ਹਿੱਟ ਕੀਤੀ ਆ 2.54 ਬਿਲੀਅਨ। ਜੇ ਕੰਪੇਅਰ ਕਰਦੇ ਆ ਕਿ ਲਾਸਟ ਈਅਰ ਦੇ ਨਾਲ 65% ਇਹ ਜਿਹੜੀ ਚੰਦੀ ਸਾਹਿਬ ਅਪ ਹੋਈ ਹੈ ਜੀ। ਬਾਕੀ ਸਾਊਥ ਕੋਰੀਆ ਦੇ ਵਿੱਚ ਇੱਕ ਕੰਸਟਰਕਸ਼ਨ ਕੰਪਨੀ ਹੈ ਜੀ, ਉੱਥੇ ਉਹਨੂੰ ਅੱਗ ਲੱਗ ਗਈ ਤੇ 36 ਲੋਕਾਂ ਦੀ ਉੱਥੇ ਮੌਤ ਹੋਈ ਹੈ ਜੀ। ਬਾਕੀ GDP ਦੀ ਅਮਰੀਕਾ ਤੋਂ ਰਿਪੋਰਟ ਆ ਰਹੀ ਹੈ ਜੀ, ਉਹ ਸ਼ੋਅ ਕਰ ਰਿਹਾ ਡੈਮੇਜ US ਇਕਨੋਮੀ ਸਲਾਈਡਿੰਗ ਇਨਟੂ ਰਿਸੈਸ਼ਨ ਦੇ ਵਿੱਚ ਜੀ। ਤੇ ਜਿੱਦਾਂ ਕਰੋਨਾ ਵਾਇਰਸ ਆ ਚੱਲ ਰਿਹਾ ਜੀ, ਵੋਕਸਵੈਗਨ ਨੇ ਕਿਹਾ ਆ ਕਿ ਸਾਨੂੰ ਅਸੀਂ ਪ੍ਰੋਫਿਟ ਦੇ ਵਿੱਚ ਗਏ ਆ ਜੀ। ਤੇ ਬਾਕੀ ਜੋ ਬਾਈਡਨ ਆਇਓ ਉਹਨਾਂ ਨੇ ਜਿੱਤ ਲਿਆ ਜਿਹੜੀ ਇਹਨਾਂ ਦੀ ਪ੍ਰੈਜ਼ੀਡੈਂਸ਼ੀਅਲ ਪ੍ਰਾਇਮਰੀ ਇਲੈਕਸ਼ਨ ਜਿਹੜੀ ਉਹ ਚੱਲ ਰਹੀ ਸੀਗੀ। ਤੇ ਬਾਕੀ ਸਿਟੀ ਆਫ ਟੋਰਾਂਟੋ ਇਨਵੈਸਟੀਗੇਸ਼ਨ ਕਰ ਰਿਹਾ ਕਿ ਜਾਰਕਵਿਲ ਏਰੀਆ ਦੇ ਵਿੱਚ ਬੇ ਐਂਡ ਡੈਵਨਪੋਰਟ ਤੇ ਇੱਕ ਚਾਈਲਡ ਕੇਅਰ ਸੈਂਟਰ ਹੈ ਜੀ, ਜਿੱਥੇ 8 ਮਹੀਨਿਆਂ ਦੇ ਬੱਚੇ ਨੂੰ ਵੀ ਕਰੋਨਾ ਵਾਇਰਸ ਹੋਇਆ ਤੇ 4 ਉੱਥੋਂ ਦੇ ਸਟਾਫ ਆ ਇਹੀ ਪਤਾ ਕਰ ਰਿਹਾ ਕਿ ਇਹ ਜਿਹੜਾ ਵਾਇਰਸ ਆ ਵੀ ਕਿੱਥੋਂ ਆਇਆ, ਕਿਵੇਂ ਆਇਆ ਜੀ ਇਹ। ਬਾਕੀ ਸਟੈਟਸ ਕੈਨੇਡਾ ਨੇ ਦੱਸਿਆ ਕਿ 50% ਕੈਨੇਡੀਅਨ ਕੰਪਨੀ ਜਿਹੜਾ ਆ ਆਪਣਾ ਰੈਵਨਿਊ 20% ਉਹ ਲਾਸ ਕਰ ਰਹੀਆਂ ਜੀ। ਬਾਕੀ ਅੰਟੇਰੀਓ ਦੇ ਜਿਹੜੇ ਟੌਪ ਡਾਕਟਰ ਆ ਉਹਨਾਂ ਦੀ ਐਡਵਾਈਸ ਆ ਲੋਕਾਂ ਨੂੰ, ਆ ਜਿਹੜਾ ਵੀਕਐਂਡ ਹੈ ਜੀ ਬੜਾ ਗਰਮ ਆ ਰਿਹਾ ਤੇ ਉਹਨਾਂ ਨੇ ਇਹ ਐਡਵਾਈਸ ਕੀਤੀ ਆ ਵੀ ਘਰਾਂ ਦੇ ਵਿੱਚ ਰਹੋ, ਬਾਹਰ ਨਹੀਂ ਜਾਣਾ। ਤੇ ਇਸੇ ਤਰ੍ਹਾਂ ਜੀ ਆਪਣੇ 51 ਈਅਰ 올ਡ ਬੋਮੈਨ ਹੈ ਜੀ ਪੀਲ ਰੀਜਨ ਤੋਂ, ਇਹ ਸੈਕੰਡ ਕੇਸ ਆਇਆ ਜੀ, ਪਰਸਨਲ ਸਪੋਰਟ ਵਰਕਰ, ਉਹਨਾਂ ਦੀ ਵੀ ਡੈਥ ਹੋਈ ਹੈ ਚੰਦੀ ਸਾਹਿਬ। ਤੇ ਬਾਕੀ ਆਪਣੇ ਫੈਡਰਲ PC ਪਾਰਟੀ ਦੇ ਅੰਟੇਰੀਓ ਤੋਂ ਹੈਗੇ ਜੀ MP ਡੈਰਿਕ ਸਲੋਨ, ਜਿਸ ਤਰ੍ਹਾਂ ਆਪਾਂ ਪਹਿਲਾਂ ਵੀ 2 ਦਿਨ ਪਹਿਲਾਂ ਖਬਰਾਂ 'ਚ ਕਵਰ ਕੀਤਾ ਸੀ, ਉਹਨਾਂ ਨੇ ਬੜੇ ਬੈਡ ਕਮੈਂਟਸ ਅਟੈਕ ਜਿਹੜੇ ਆ ਡਾਕਟਰ ਟਰੀਸਾ ਟੈਮ ਤੇ ਕੀਤੇ ਸੀ। ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਕੰਮ ਜਿਹੜਾ ਇਹ ਕੈਨੇਡਾ ਲਈ ਕਰ ਰਹੇ ਆ ਕਿ ਜਾਂ ਚਾਈਨਾ ਲਈ ਕਰ ਰਹੇ ਆ। ਇਸੇ ਤਰ੍ਹਾਂ ਜਸਟਿਨ ਟਰੂਡੋ ਨੂੰ ਵੀ ਕਿਹਾ ਸੀ ਇਹਨਾਂ ਨੂੰ ਇਹ ਜੌਬ ਤੋਂ ਕੱਢ ਦੇਣਾ ਚਾਹੀਦਾ, ਪਰ ਹੁਣ ਉਹਨਾਂ ਨੇ ਉੱਥੋਂ ਅਪੋਲੋਜਾਈਜ਼ ਕੀਤੀ ਆ। ਅਪੋਲੋਜਾਈਜ਼ ਦਾ ਇਹੀ ਕਾਰਨ ਹੈ ਕਿਉਂਕਿ ਕਾਂ ਜਿਹੜੀ PC ਦੀ ਲੀਡਰਸ਼ਿਪ ਦੀ ਰੇਸ ਆਉਣੀ ਆ, ਇਹ ਜਿਹੜੇ ਡੈਰਿਕ ਸਲੋਨ ਆ ਉਹ ਰੇਸ ਦੇ ਵਿੱਚ ਆ ਜੀ, ਇਸ ਕਰਕੇ ਲੱਗ ਰਿਹਾ ਕਿ ਇਹੀ ਰੀਜ਼ਨ ਹੈ ਕਿ ਅਪੋਲੋਜਾਈਜ਼ ਕਰਨ ਦਾ। ਬਾਕੀ ਆਪਣੇ ਨਿਊ ਮਾਰਕੀਟ ਤੋਂ ਡਾਕਟਰ ਗੌਰਵ ਪੁਰੀ ਆ ਜੀ, ਸਾਊਥ ਲੇਕ ਹਸਪੀਟਲ ਆ, ਉਹਨਾਂ ਨੇ ਕਿਹਾ ਕਿ ਇਹਨਾਂ ਦਾ ਜਿਹੜਾ ਐਮਰਜੈਂਸੀ ਡਿਪਾਰਟਮੈਂਟ ਹੁੰਦਾ ਸੀ ਬਹੁਤ ਜ਼ਿਆਦਾ ਬਿਜੀ ਹੁੰਦਾ ਸੀ। ਜਦੋਂ ਦਾ ਕਰੋਨਾ ਵਾਇਰਸ ਆਇਆ ਜਿਹੜੇ ਇਹਨਾਂ ਦੇ ER ਆ ਪੂਰੇ ਜਿਹੜੇ ਬੈੱਡ ਆ ਸਾਰੇ ਖਾਲੀ ਪਏ ਆ ਜੀ। ਬਾਕੀ ਆਪਣਾ ਕੈਨੇਡੀਅਨ ਮਿਲਟਰੀ ਸ਼ਾਪਰ ਹੈ ਜੀ, ਹੈਲੀਕਾਪਟਰ ਜਿਹੜੀ ਲਾਸਟ ਹੋਏ ਦੀ ਖਬਰ ਆਉਂਦੀ ਸੀ ਤਾਂ ਹੁਣ ਪਤਾ ਲੱਗਾ ਉਹ ਕ੍ਰੈਸ਼ ਹੋਇਆ, ਇੱਕ ਬੋਡੀ ਵੀ ਮਿਲੀ ਹੈ ਜੀ। ਇਹ ਕੋਈ ਮੈਡੀਟੇਰੀਅਨ ਸੀ
ਉੱਥੇ ਹੈ ਜੀ ਆਪਣੇ ਗ੍ਰੀਸ ਦੇ ਵਿੱਚ, ਉੱਥੋਂ ਪਾਰਟੀਸਪੇਟ ਕਰ ਰਿਹਾ ਸੀ, ਉਹਨਾਂ ਦੀ ਐਕਸਰਸਾਈਜ਼ ਜਿਹੜੀ ਹੈਗੀ ਆ, ਤੇ ਉੱਥੋਂ ਪਾਇਆ ਗਿਆ ਜੀ। ਬਾਕੀ ਆਪਣੇ ਵਾਈਟ ਹਾਊਸ ਦੇ ਜਿਹੜੇ ਰਿਪੋਰਟਰ ਆ ਯਾਹੂ ਦੇ ਜੀ, ਉਹ ਡੋਨਾਲਡ ਟਰੰਪ ਦੇ ਨਾਲ ਉਹਨਾਂ ਦੀ ਥੋੜੀ ਜਿਹੀ ਪਿਛਲੇ 2-4 ਦਿਨ ਤੋਂ ਚੱਲ ਰਿਹਾ ਸੀਗਾ। ਇਹਨਾਂ ਦਾ ਟੈਸਟਿੰਗ ਜਿਹੜੇ ਹੈਗੇ ਕਰੋਨਾ ਵਾਇਰਸ ਦੇ ਟੈਸਟਿੰਗ ਨੰਬਰ ਨੂੰ ਥੋੜਾ ਅਪ ਡਾਊਨ ਹੋ ਗਿਆ ਸੀ, ਉਹਦੇ ਕਰਕੇ ਉਹਨਾਂ ਨੇ ਅਪੋਲੋਜਾਈਜ਼ ਕੀਤੀ ਆ ਡੋਨਾਲਡ ਟਰੰਪ ਤੋਂ। ਤੇ ਜਿਸ ਤਰ੍ਹਾਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਡੋਨਾਲਡ ਟਰੰਪ ਯੂ ਟਰਨ ਬਹੁਤ ਵਧੀਆ ਮਾਰਦਾ ਹੈ। ਜਿਸ ਤਰ੍ਹਾਂ ਆਪਾਂ ਕੱਲ ਕਵਰ ਕੀਤਾ ਸੀ ਕਿ ਇਹਨਾਂ ਨੇ ਕਿਹਾ ਕਿ ਵੈਰੀ ਸੂਨ ਜਿਹੜੇ ਆ ਇੱਥੋਂ ਅਮਰੀਕਾ ਦੇ ਵਿੱਚ ਟੈਸਟ ਆ 5 ਮਿਲੀਅਨ ਤੱਕ ਅਸੀਂ ਕਰਾਂਗੇ। ਤਾਂ ਹੁਣ ਉਹਨਾਂ ਨੇ ਜਿਹੜੇ ਕੱਲ ਸ਼ਾਮੀ ਸੁਣ ਰਿਹਾ ਸੀ ਤਾਂ ਉਹਦੇ ਵਿੱਚ ਕਹਿ ਰਿਹਾ ਕਿ ਮੈਂ ਤਾਂ 5 ਮਿਲੀਅਨ ਦੀ ਗੱਲ ਹੀ ਨਹੀਂ ਕੀਤੀ ਜੀ। ਇਹ ਕਿਹਾ ਹੈ ਕਿ ਨੰਬਰ ਨੂੰ ਵਧਾਇਆ ਜਾ ਸਕਦਾ, 5 ਮਿਲੀਅਨ ਦੀ ਮੈਂ ਕੋਈ ਗੱਲ ਨਹੀਂ ਕੀਤੀ ਜੀ। ਇਸੇ ਤਰ੍ਹਾਂ ਆਪਣੇ ਇੰਡੀਆ ਤੋਂ ਖਬਰ ਆ ਰਹੀ ਹੈ ਜੀ, ਜਿਸ ਤਰ੍ਹਾਂ ਕੱਲ ਇਰਫਾਨ ਖਾਨ ਦੀ ਆਈ ਹੈ ਤੇ ਰਿਸ਼ੀ ਕਪੂਰ ਆ ਕਿ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਜੀ। 67 ਸਾਲਾਂ ਦੀ ਉਹਨਾਂ ਦੀ ਉਮਰ ਸੀ। ਜਿਸ ਤਰ੍ਹਾਂ ਕਿ ਬੌਬੀ ਫਿਲਮ 1973 ਚ ਆਈ ਸੀ, ਬੜੀ ਪਪੂਲਰ ਹੋਈ ਸੀ ਚੰਦੀ ਸਾਹਿਬ ਜੀ। ਤੇ ਬਾਕੀ ਜੇ ਮੈਂ ਅੰਟੇਰੀਓ ਦੇ ਕੇਸਾਂ ਦੀ ਗੱਲ ਕੀਤੀ ਜਾਵੇ ਤਾਂ ਚੰਦੀ ਸਾਹਿਬ 15,728 ਕੇਸ ਅੰਟੇਰੀਓ ਦੇ ਵਿੱਚ ਆਏ ਆ ਤੇ 996 ਲੋਕਾਂ ਦੀ ਇੱਥੇ ਮੌਤ ਹੋਈ ਹੈ। ਕਬੈਕ ਦੇ ਵਿੱਚ 26,594 ਤੇ 1,761 ਲੋਕਾਂ ਦੀ ਇੱਥੇ ਮੌਤ ਹੋਈ ਆ। ਚੰਦੀ ਸਾਹਿਬ ਮੈਂ ਥੋੜਾ ਜਿਹਾ ਧਿਆਨ ਦਿਵਾਉਣਾ ਚਾਹੁੰਦਾ ਆਪਣੇ ਸਰੋਤਿਆਂ ਦੇ, ਅੰਟੇਰੀਓ ਤੇ ਕਵੈਕ ਦੀ ਮੈਂ ਗੱਲ ਕਰਾਂ, ਇੱਥੇ ਜਿਹੜੇ ਕੇਸ ਆ 15,728 ਆ, 96,112 ਲੋਕ ਜਿਹੜੇ ਰਿਕਵਰ ਹੋਏ ਆ। ਜੇ ਇਹਨਾਂ ਦੀ ਪਰਸੈਂਟੇਜ ਕੀਤੀ ਜਾਵੇ ਤਾਂ 62% ਜਿਹੜੇ ਆ ਰਿਕਵਰ ਹੋਏ ਆ ਜੀ ਇਹ। ਇਸੇ ਤਰ੍ਹਾਂ ਜੇ ਮੈਂ ਕਵੈਕ ਦੀ ਗੱਲ ਕਰਾਂ 26,594 ਤੇ 6,048 ਲੋਕ ਰਿਕਵਰ ਹੋਇਆ ਤੇ ਇਹਨਾਂ ਦੀ ਰਿਕਵਰੀ ਹੈਗੀ 23%। ਤੇ 62% ਅੰਟੇਰੀਓ ਚ ਰਿਕਵਰੀ ਆ ਤੇ 23% ਜੀ ਕਵੈਕ ਦੇ ਵਿੱਚ ਆ। ਬੜਾ ਫਰਕ ਬਹੁਤ ਵੱਡਾ ਹੈ ਚੰਦੀ ਸਾਹਿਬ ਜੀ। ਤੇ ਇਸੇ ਤਰ੍ਹਾਂ BC ਦੇ ਵਿੱਚ 287 ਕੇਸ ਹੋਏ ਆ, 109 ਦੀ ਉੱਥੇ ਮੌਤ ਹੋਈ ਹੈ। ਅਲਬਰਟਾ ਦੇ ਵਿੱਚ 5165 ਤੇ 87 ਲੋਕਾਂ ਦੀ ਇੱਥੇ ਮੌਤ ਹੋਈ ਹੈ। ਜੇ ਆਪਾਂ ਨਿਊਯਾਰਕ ਦੀ ਗੱਲ ਕਰੀਏ ਤਾਂ ਇਕੱਲੇ ਨਿਊਯਾਰਕ ਦੇ ਵਿੱਚ 3,06,158 ਤੇ 23,475 ਦੀ ਮੌਤ ਹੋਈ ਆ। ਨਿਊ ਜਰਸੀ ਦੇ ਵਿੱਚ ਵੀ 1,16,000 ਨੂੰ ਅੰਕੜਾ ਪਾਰ ਕਰ ਗਿਆ, 6770 ਇੱਥੇ ਲੋਕਾਂ ਦੀ ਮੌਤ ਹੋਈ ਆ। ਮਿਸ਼ੀਗਨ 40,000 ਨੂੰ ਕ੍ਰਾਸ ਕਰ ਗਿਆ, 3670 ਲੋਕਾਂ ਦੀ ਇੱਥੇ ਮੌਤ ਹੋਈ ਹੈ। ਜੇ ਮੈਂ ਟੋਟਲ ਕੇਸਾਂ ਦੀ ਗੱਲ ਕਰਾਂ ਤੇ 32,50,000 ਹੋ ਗਿਆ ਜੀ। ਜੇ ਮਰਨ ਵਾਲਿਆਂ ਦੀ ਗਿਣਤੀ ਜਿਹੜੀ ਆ 2,29,142 ਹੋ ਗਈ ਆ। ਰਿਕਵਰੀ ਜਿਹੜੀ ਆ ਜੀ 9,96,000 ਦੀ ਹੋਈ ਆ। ਤੇ ਜੇ ਇਕੱਲੇ USA ਦੀ ਗੱਲ ਕੀਤੀ ਜਾਵੇ ਤਾਂ ਮਿਲੀਅਨ ਨੂੰ ਕ੍ਰਾਸ ਕਰ ਗਿਆ ਜੀ, 1,65,000 ਹੋ ਗਿਆ ਜੀ, 61,680 ਜੀ। ਇਹਦੇ ਵਿੱਚ ਮੈਂ ਹੁਣ ਤੁਹਾਨੂੰ ਚੰਦੀ ਸਾਹਿਬ ਮੈਂ ਜਦੋਂ ਨਿਊਜ਼ ਦੇਖ ਰਿਹਾ ਸੀਗਾ ਤੇ ਉਹਦੇ ਵਿੱਚ ਉਹ ਦੱਸ ਰਿਹਾ ਸੀ, ਦੇਖੋ ਹੁਣ ਮਰਨ ਵਾਲਿਆਂ ਦੀ ਗਿਣਤੀ 61,680 USA ਦੇ ਵਿੱਚ ਹੋਈ ਆ। ਜਦੋਂ ਕਹਿੰਦੇ ਇਹਨਾਂ ਦੀ ਵੀਅਤਨਾਮ ਦੇ ਨਾਲ ਲੜਾਈ ਹੋਈ ਸੀ ਉਦੋਂ 58,200 ਲੋਕ ਉਦੋਂ ਮਰੇ ਸੀਗੇ। ਉਹ ਜਿਹੜਾ ਪੀਰੀਅਡ ਸੀਗਾ 10 ਸਾਲ ਦਾ ਪੀਰੀਅਡ ਸੀਗਾ ਜੀ, ਜਿੱਥੋਂ ਉੱਥੋਂ ਵੀ ਇਹਨਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ। ਇਹ ਬੈਕ ਆਏ ਸੀ ਤੇ ਉਹਦੇ ਨਾਲੋਂ ਵੀ ਹੁਣ ਅਮਰੀਕਾ ਦੇ ਵਿੱਚ ਜਿਹੜੇ ਲੋਕ ਜ਼ਿਆਦਾ ਮਰ ਗਏ ਜੀ। ਤੇ ਸਪੇਨ ਦੇ ਵਿੱਚ ਜੀ 2,40,000 ਤੇ 24,543 ਲੋਕ ਇੱਥੇ ਮਰ ਗਏ ਜੀ। ਜੇ ਇਟਲੀ ਦੀ ਗੱਲ ਕੀਤੀ ਜਾਵੇ ਤਾਂ 2,03,591 27,682 ਲੋਕਾਂ ਦੀ ਇੱਥੇ ਮੌਤ ਹੋਈ ਆ। ਕੈਨੇਡਾ ਦਾ ਵੀ ਨੰਬਰ ਦਿਨ ਬਰ ਦਿਨ ਉੱਪਰ ਜਾ ਰਿਹਾ ਜੀ, 52,865 3,000 ਦੇ ਕਰੀਬ ਇੱਥੇ ਮਰ ਗਏ ਜੀ, 2,996। ਜੇ ਇੰਡੀਆ ਦੀ ਗੱਲ ਕੀਤੀ ਜਾਵੇ 33,610 ਟੋਟਲ ਕੇਸ ਹੈ ਜੀ ਇੱਥੇ, ਤੇ 1093 ਲੋਕਾਂ ਦੀ ਚੰਦੀ ਸਾਹਿਬ ਇੱਥੇ ਮੌਤ ਹੋਈ ਹੈ ਜੀ। ਧੰਨਵਾਦ ਸਾਹਿਬ। ਇੱਕ ਮੈਂ ਸਵਾਲ ਸੀਗਾ ਮੇਰਾ ਪੁੱਛਣ ਵਾਲਾ ਵੀ, ਇੱਕ ਤਾਂ ਇਹ ਕਿਹਾ ਜਾਂਦਾ ਵੀ ਜਿਹੜੀ ਸਟੂਡੈਂਟਾਂ ਵਾਸਤੇ ਜਿਹੜਾ ਆਇਆ ਵੀ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਆ ਤੇ ਕਹਿੰਦੇ ਉਹਨਾਂ ਨੂੰ 2,000 ਰੁਪਇਆ ਦਿੱਤਾ ਜਾ ਰਿਹਾ, $2,000, ਤੇ ਜਿਹੜੇ ਇੱਥੋਂ ਦੇ ਸਿਟੀਜ਼ਨ ਆ, ਇੱਥੋਂ ਦੇ ਬੋਰਨ ਬਰੋਡ ਆ, ਉਹਨਾਂ ਨੂੰ ਕਹਿੰਦੇ 1,100-1,200 ਦਿੱਤਾ ਜਾ ਰਿਹਾ। ਇੱਕ ਤੇ ਸਵਾਲ ਆ ਤੇ ਦੂਸਰਾ ਇਹ ਵੀ ਕਹਿੰਦੇ ਆਵਾਜ਼ਾਂ ਉੱਠਣ ਲੱਗ ਪਈਆਂ ਵੀ ਸ਼ਾਇਦ ਇਲੈਕਸ਼ਨ ਨੂੰ ਦੇਖਦਿਆਂ ਹੋਇਆਂ ਜਿਹੜੀ ਜਸਟਨ ਟਰੂਡੋ ਆ ਕਹਿੰਦੇ ਇੰਨੇ ਪੈਸੇ ਵੰਡ ਰਹੇ ਆ ਤੇ ਇਲੈਕਸ਼ਨ ਦਾ ਤਾਂ ਨਾਂ ਨਿਸ਼ਾਨ ਵੀ ਹੈ ਨਹੀਂ। ਇਸ ਸਮੇਂ ਤੇ ਜਿਹੜੇ ਲੋਕ ਸਿਆਸਤ ਕਿਉਂ ਕਰ ਰਹੇ ਆ ਜੀ? ਹਾਂਜੀ ਚੰਦੀ ਸਾਹਿਬ, ਜਿਹੜੀ ਤੁਸੀਂ ਸਟੂਡੈਂਟ ਦੀ ਗੱਲ ਕੀਤੀ ਆ, ਤੁਸੀਂ ਸਹੀ ਕਹਿ ਰਹੇ ਆ ਜੀ। ਮੈਨੂੰ ਵੀ ਆਸੇ ਪਾਸੇ ਜਦੋਂ ਕਿਤੇ ਕੋਈ ਵੱਖਰਾ ਚੈਨਲ ਸੁਣਿਆ ਜਾਂਦਾ, ਉੱਥੇ ਮਤਲਬ ਕੋਈ ਆਪਣੇ ਕੈਨੇਡੀਅਨ ਚੈਨਲ ਜਾਂ ਕੋਈ ਅਮਰੀਕਨ ਚੈਨਲ ਜਾਂ ਹੋਰ ਨੇ ਆਪਣੇ ਜਿਹੜੇ ਦੇਸੀ ਚੈਨਲ, ਉਹਨਾਂ ਤੇ ਗੱਲ ਹੁੰਦੀ ਆ ਕਿ ਇੱਥੋਂ ਦੇ ਸਟੂਡੈਂਟ ਨੂੰ 1,250 ਤੇ ਇੰਡੀਆ ਦੇ ਸਟੂਡੈਂਟ ਨੂੰ $2,000। ਤਾਂ ਮੈਨੂੰ ਤਾਂ ਉਹਨਾਂ ਤੇ ਤਰਸ ਆਉਂਦਾ ਕਿ ਜਿਹੜਾ ਮੀਡੀਆ ਇਹੋ ਜਿਹੀਆਂ ਗੱਲਾਂ ਕਰਦਾ। ਇੱਥੇ ਚੰਦੀ ਸਾਹਿਬ ਸਟੂਡੈਂਟ ਦੀ ਤਾਂ ਗੱਲ ਹੀ ਕੋਈ ਨਹੀਂ। ਸਿੱਧੇ ਦੋ ਹੀ ਸਵਾਲ ਆ, ਜਿਸ ਬੰਦੇ ਨੇ ਜਾਂ ਜਿਸ ਨਿਆਣੇ ਨੇ 5,000 ਦਾ ਕੰਮ ਕੀਤਾ ਆ, 15 ਸਾਲ ਉਹਦੀ ਉਮਰ ਆ, ਉਹ ਅਪਲਾਈ ਕਰ ਸਕਦਾ। ਡਜ਼ਨਟ ਮੈਟਰ ਇਹਦੇ ਵਿੱਚ ਕੋਈ ਸਟੂਡੈਂਟ ਹੋਵੇ ਕੋਈ ਹੋਰ ਹੋਵੇ, ਸਟੂਡੈਂਟ ਦਾ ਤਾਂ ਇਹਦੇ ਨਾਲ ਲੈਣਾ ਦੇਣਾ ਹੀ ਨਹੀਂ। ਜਿਹੜਾ 1,250 ਦੀ ਗੱਲ ਆ, ਇਹ ਜਿਹੜੇ ਹੈਗੇ ਆ ਆਪਣੇ ਇੱਥੋਂ ਦੇ
ਜਿਹੜੇ ਕੈਨੇਡੀਅਨ ਸਟੂਡੈਂਟ ਆ ਉਹਨਾਂ ਵਾਸਤੇ ਆ, ਦੂਸਰੇ ਸਟੂਡੈਂਟ ਉਹ ਅਪਲਾਈ ਨਹੀਂ ਕਰ ਸਕਦੇ। ਇਹ 1250 ਉਹਨਾਂ ਸਟੂਡੈਂਟ ਨੂੰ ਆ ਜਿਹੜਿਆਂ ਨੇ ਕੰਮ ਚੰਦੀ ਸਾਹਿਬ ਨਹੀਂ ਕੀਤਾ। ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਇਹ ਗੁਣਾ ਤਕਸੀਮਾਂ ਕਿਵੇਂ ਕਰੀ ਜਾਂਦੇ ਆ ਜੀ। ਉੱਥੋਂ ਦੇ ਸਟੂਡੈਂਟ ਇੱਥੇ, ਉਹ ਜਿਹੜੇ ਸਟੂਡੈਂਟ ਆ ਜਾਂ ਉਹ ਜਿਹੜਾ ਵੀ ਉੱਥੋਂ ਕੋਈ ਆਇਆ ਆ ਜਾਂ ਵਰਕ ਪਰਮਿਟ ਤੇ ਆ, ਉਹਨਾਂ ਨੇ 5000 ਦਾ ਕੰਮ ਕੀਤਾ ਚੰਦੀ ਸਾਹਿਬ ਤਾਂ ਉਹਨਾਂ ਨੂੰ $2000 ਮਿਲਦਾ। ਬਿਲਕੁਲ ਇਹ ਤਾਂ ਟੋਟਲੀ ਜੀ ਮੈਂ ਕਹਿੰਦਾ ਵੀ 1000% ਜਿਹੜਾ ਕੋਈ ਕੰਪੇਅਰ ਕਰਦਾ ਉਹ ਗਲਤ ਆ। ਬਾਕੀ ਤੁਸੀਂ ਗੱਲ ਕੀਤੀ ਆ ਕਿ ਜਸਟਿਨ ਟਰੂਡੋ ਦੀ ਕਿ ਉਹ ਗੱਫੇ ਇਸ ਕਰਕੇ ਵੰਡ ਰਿਹਾ ਕਿ ਮੂਹਰੇ ਇਲੈਕਸ਼ਨਾਂ ਆ ਰਹੀਆਂ ਜੀ। ਦੇਖੋ ਪਹਿਲੀ ਗੱਲ ਆ ਜੀ, ਇਲੈਕਸ਼ਨਾਂ ਹੋਈਆਂ ਨੂੰ ਅਕਤੂਬਰ 'ਚ ਇਲੈਕਸ਼ਨਾਂ ਹੋਈਆਂ ਸੀ, ਅਜੇ 6 ਮਹੀਨੇ ਹੋਏ ਇਲੈਕਸ਼ਨ ਹੋਈਆਂ ਨੂੰ। ਉਹਦੇ ਵਿੱਚ ਜੇ ਮੈਂ NDP ਦੀ ਪਾਰਟੀ ਦੀ ਗੱਲ ਕਰਦਾ, ਠੀਕ ਹੈ ਜਗਮੀਤ ਸਿੰਘ ਬਹੁਤ ਵਧੀਆ ਕਰ ਰਹੇ ਆ। NDP ਦੇ ਕੋਲ ਤਾਂ ਉਸ ਵੇਲੇ ਫੰਡਿੰਗ ਦੀ ਘਾਟ ਸੀਗੀ, ਉਦੋਂ ਲੱਗ ਰਿਹਾ ਸੀ ਇਲੈਕਸ਼ਨ ਕਿੱਦਾਂ ਲੜਨਗੇ, ਉਹਨਾਂ ਦੇ ਕੋਲ ਪੈਸੇ ਹੀ ਹੈ ਨਹੀਂ ਜੀ NDP ਦੇ ਕੋਲ। ਜੇ ਦੂਸਰੀ ਗੱਲ ਮੈਂ PC ਪਾਰਟੀ ਦੀ ਕਰਾਂ, ਉਹਨਾਂ ਦੇ ਕੋਲ ਲੀਡਰ ਹੈ ਨਹੀਂ ਜੀ। ਜਿਸ ਤਰ੍ਹਾਂ ਇਹਨਾਂ ਦੀ ਮਈ ਜਾਂ ਜੂਨ ਦੇ ਵਿੱਚ ਹੋਣੀ ਸੀ, ਉਹਨਾਂ ਨੇ ਪੋਸਟਪੋਨ ਕਰਕੇ ਅੱਗੇ ਕਰਤੀ। ਮੈਂ ਥੋੜਾ ਜਿਹਾ ਚੰਦੀ ਸਾਹਿਬ ਤੁਹਾਨੂੰ ਪ੍ਰੋਸੈਸ ਵੀ ਦੱਸ ਦਿੰਦਾ ਕਿਵੇਂ ਵਰਕ ਕਰਦਾ। ਹੁਣ ਜੇ ਆਪਾਂ ਦੇਖਿਆ ਜਾਵੇ ਕਰੋਨਾ ਵਾਇਰਸ ਦੇ ਵਿੱਚ ਕੋਈ ਉੱਤੇ ਥੱਲੇ ਕੋਈ ਹੁੰਦਾ ਹੈ, ਕਿਉਂਕਿ ਉਸ ਪਾਰਟੀ ਨੂੰ ਵੋਟਾਂ ਵਾਲੀਆਂ ਨਹੀਂ ਪੈਣਗੀਆਂ, ਉਹਨਾਂ ਨੂੰ ਕਹਿਣਗੇ ਕਿ ਵੀ ਦੇਖ ਲਓ ਕਿੰਨਾ ਸੰਕਟ ਆਇਆ, ਉਹਦੇ ਵਿੱਚ ਤੁਸੀਂ ਕਰ ਰਹੇ ਆ। ਜਿਸ ਤਰ੍ਹਾਂ ਮੈਂ ਕਵਰ ਕੀਤਾ ਹੈ ਕਿ NDP ਤੋਂ ਤਾਂ ਪੈਸੇ ਹੈ ਨਹੀਂ, ਉਹ ਤਾਂ ਅਜੇ ਕੁਛ ਨਹੀਂ ਕਰਨਗੇ। ਤੇ ਦੂਸਰੇ PC ਪਾਰਟੀ ਦੇ ਕੋਲ ਆ ਅਜੇ ਕੋਈ ਲੀਡਰ ਹੀ ਹੈ ਨਹੀਂ। ਲੀਡਰ ਜਿਹੜਾ ਆ ਗਾਂ ਕਦੋਂ ਜਿਹੜੇ ਦਿਨ ਸਖਾਫੇ ਆਉਂਦੇ ਆ ਸਹੀ ਹੁੰਦੇ ਆ, ਉਦੋਂ ਲੀਡਰ ਦੀ ਭਾਲ ਹੁੰਦੀ ਆ। ਜੇ ਲੀਡਰ ਦੀ ਭਾਲ ਮੰਨ ਲਓ ਕਿ ਚੰਦੀ ਸਾਹਿਬ ਜੇ ਅੱਜ ਵੀ ਕਰਨੀ ਸ਼ੁਰੂ ਕਰ ਦਿੰਦੇ ਆ, ਫਿਰ ਇਹਨਾਂ ਨੇ ਆਪਣੀਆਂ ਕਾਨਫਰੰਸ ਵਗੈਰਾ ਕਰਨੇ, 5 ਤੋਂ 6 ਮਹੀਨੇ ਇਹਨਾਂ ਨੂੰ ਲੱਗ ਜਾਂਦੇ ਆ ਜੀ ਇਹ। ਬਿਲਕੁਲ। ਫਿਰ ਉਹ ਜਿਹੜਾ ਲੀਡਰ ਦੇਖਿਆ ਜਾਊਗਾ ਕਿ ਉਹ ਲੋਕਾਂ ਨੂੰ ਜਾਣਕਾਰੀ ਹੈ ਵੀ ਉਹ ਲੀਡਰ ਬਾਰੇ ਲੋਕ ਉਹਨਾਂ ਨੂੰ ਜਾਣਦੇ ਆ ਕਿ ਨਹੀਂ ਜਾਣਦੇ। ਫਿਰ ਦੇਖਣਾ ਪਊਗਾ ਕਿ ਜਿਹੜਾ ਲੀਡਰ ਚੁਣਿਆ ਗਿਆ ਆ ਉਹ ਮੈਂਬਰ ਆਫ ਪਾਰਲੀਮੈਂਟ ਹੈਗਾ ਜਾਂ ਨਹੀਂ ਹੈਗਾ। ਜੇ ਤਾਂ ਮੈਂਬਰ ਆਫ ਪਾਰਲੀਮੈਂਟ ਹੈਗਾ ਦੈਟਸ ਫਾਈਨ, ਜੇ ਨਹੀਂ ਫਿਰ ਉਹਨੂੰ ਇਹ ਦੇਖੀ ਜਾਊਗੀ ਵੀ ਕਿਸੇ ਨਾ ਕਿਸੇ ਜਿਹੜਾ ਉਹਦਾ ਪਾਰਟੀ ਦਾ MP ਆ ਉਹਨੂੰ ਥੱਲੇ ਬਿਠਾਇਆ ਜਾਵੇ। ਉਹਨੂੰ ਇਸ ਲਾਲਚ ਦੇ ਵਿੱਚ ਬਿਠਾਇਆ ਜਾਂਦਾ ਕਿ ਜਦੋਂ ਗਾਂ ਮੰਨ ਲਓ ਕਿ ਆਪਾਂ ਹੁਣ PC ਦੀ ਲੀਡਰਸ਼ਿਪ ਦੀ ਗੱਲ ਕਰਦੇ ਆ ਕਿ ਉਹਨੂੰ ਕੋਈ ਚੰਗਾ ਅਹੁਦਾ ਦਿੱਤਾ ਜਾਂਦਾ, ਉਹ ਬੰਦਾ ਕੋਈ ਬਹਿੰਦਾ ਜਾਂ ਨਹੀਂ ਉਹ ਉਸ MP ਦੇ ਉੱਤੇ ਆ ਜੀ। ਚਲੋ ਜੀ ਉੱਥੋਂ ਉਹ ਬਹਿੰਦਾ, ਫਿਰ ਉੱਥੋਂ ਉਹਦੀ ਇਲੈਕਸ਼ਨ ਕਰਾਈ ਜਾਊਗੀ। ਉਹ ਇਲੈਕਸ਼ਨ ਤੋਂ ਬਾਅਦ ਜਾ ਕੇ ਪਾਰਲੀਮੈਂਟ ਦੇ ਵਿੱਚ ਜਾ ਕੇ ਆਪਣੇ ਆਪ ਨੂੰ ਸ਼ੋ ਅਪ ਕਰੂਗਾ ਵੀ ਮੈਂ ਕੌਣ ਆ, ਮੈਂ ਕਿੱਥੋਂ, ਮੈਂ ਕਿਵੇਂ ਆ। ਉਸ ਤਰ੍ਹਾਂ ਫਿਰ ਲੋਕ ਉਹਦੀ ਪਰਫਾਰਮੈਂਸ ਦੇਖ ਕੇ ਉਹਨੂੰ ਵੋਟਿੰਗ ਕਰਨਗੇ। ਇਹ ਬੜਾ ਲੰਮਾ ਚੌੜਾ ਚੰਦੀ ਸਾਹਿਬ ਪ੍ਰੋਸੈਸ ਹੈ। ਜੇ ਆਪਾਂ ਦੇਖਿਆ ਜਾਵੇ 1.5 ਤੋਂ 2 ਸਾਲ ਤਾਂ ਤੁਸੀਂ ਭੁੱਲ ਜਾਓ ਜੀ ਹੁਣ ਇਲੈਕਸ਼ਨਾਂ ਜਿਹੜੀਆਂ। ਤੇ ਇਹ ਜਿਹੜੇ ਲੋਕ ਗੁਣਾ ਤਕਸੀਮ ਕਰਦੇ ਆ ਤੇ ਮੈਨੂੰ ਤਾਂ ਪਤਾ ਨਹੀਂ ਕਿਸ ਹਿਸਾਬ ਨਾਲ ਕਰਦੇ ਆ ਵੀ ਚਲੋ ਜਿਹੜੇ ਤਾਂ ਲੋਕ ਇੰਗਲਿਸ਼ ਨਿਊਜ਼ ਸੁਣਦੇ ਆ, ਜਿਨ੍ਹਾਂ ਨੂੰ ਨੌਲੇਜ ਪੋਲੀਟਿਕਸ ਬਾਰੇ ਹੈਗੀ ਆ, ਉਹਨਾਂ ਨੂੰ ਤਾਂ ਪਤਾ ਹੀ ਹੈ ਜੀ ਇਹ ਜੱਬੜੀਆਂ ਮਾਰਦੇ ਆ। ਜਿਨ੍ਹਾਂ ਲੋਕਾਂ ਨੂੰ ਨਹੀਂ ਪਤਾ ਉਹ ਸੋਚਦੇ ਆ ਵੀ ਇਹ ਸਾਰਾ ਕੁਝ ਇਹ ਜੋ ਕਰ ਰਿਹਾ ਸਹੀ ਕਰ ਰਿਹਾ। ਜੇ ਇਹਦੇ ਵਿੱਚ ਦੇਖੀ ਜਾਵਾਂ, ਜਦੋਂ ਆਪਣੇ ਇੰਟੀਰੀਅਰ ਦੇ ਵਿੱਚ ਇਲੈਕਸ਼ਨ ਚੰਦੀ ਸਾਹਿਬ ਹੋਈ ਸੀ, ਮੈਨੂੰ ਕਈ ਫੋਨ ਆਏ ਆ, ਕਿਉਂਕਿ ਚਲੋ ਉਹਨਾਂ ਨੂੰ ਨਹੀਂ ਨੌਲੇਜ ਸੀ। ਜਦੋਂ ਡਗ ਫੋਰਡ ਸੀਗੇ ਤੇ ਮੈਨੂੰ ਫੋਨ ਆਇਆ ਵੀ ਡਗ ਫੋਰਡ ਪ੍ਰਾਈਮ ਮਿਨਿਸਟਰ ਬਣ ਜਾਣਗੇ, ਤਾਂ ਮੇਰਾ ਮੂਹਰੇ ਹਾਸਾ ਨਿਕਲਿਆ। ਮੈਂ ਕਿਹਾ ਡਗ ਫੋਰਡ ਤਾਂ ਪ੍ਰੋਵਿੰਸ ਦੇ ਵਿੱਚ ਹੈ, ਇਹੋ ਜਿਹੇ ਲੋਕ ਨੌਲੇਜ ਰੱਖਦੇ ਆ। ਇਹਦੇ ਵਿੱਚ ਮੈਂ ਚੰਦੀ ਸਾਹਿਬ ਹੋਰ ਐਡ ਕਰਨਾ ਚਾਹੁੰਦਾ ਆ ਕਿ ਹੁਣ ਕਰੋਨਾ ਵਾਇਰਸ ਕਿਤੇ ਜਸਟਿਨ ਟਰੂਡੋ ਆਪ ਲੈ ਕੇ ਆਇਆ ਜੀ। ਇਹ ਤਾਂ ਹੁਣ ਪੂਰੇ ਵਰਲਡ ਦੇ ਵਿੱਚ ਹੋਇਆ ਪਿਆ ਜੀ ਇਹ, ਹਨਾ। ਇਹਦੇ ਵਿੱਚ ਹੈ ਨਹੀਂ, ਮੈਂ ਇਹਦੇ ਵਿੱਚ ਥੋੜਾ ਜਿਹਾ ਐਡ ਅਪ ਕਰਦਾ। ਉਸ ਵੇਲੇ ਵੀ ਜਦੋਂ NDP ਦਾ ਲੀਡਰ ਜਗਮੀਤ ਸਿੰਘ ਚੁਣਿਆ ਗਿਆ ਸੀਗਾ, ਉਸ ਵੇਲੇ ਵੀ ਲੋਕੀ ਬੜੀਆਂ ਗੱਲਾਂ ਕਰਦੇ ਸੀਗੇ ਬਈ ਇਹਨੂੰ ਇਲੈਕਸ਼ਨ ਕਿਤੇ ਲੜਨੀ ਚਾਹੀਦੀ ਹੈ। ਚਲੋ ਠੀਕ ਹੈ ਜੀ, ਇੱਥੇ ਇੰਟੀਰੀਅਰ ਨਾਰਥ ਦੇ ਵਿੱਚੋਂ ਸੀਟ ਖਾਲੀ ਹੋਈ ਸੀਗੀ, ਉੱਥੋਂ ਫਿਰ ਲੋਕ ਉਦੋਂ ਸਵਾਲ ਕਰੀ ਜਾਂਦੇ ਸੀਗੇ ਕਿ ਇਹ ਜਗਮੀਤ ਸਿੰਘ ਇੱਥੋਂ ਕਿਉਂ ਨਹੀਂ ਲੜਦਾ। ਬਹੁਤ ਸਾਰੀਆਂ ਰਾਈਡਿੰਗਾਂ ਚੰਦੀ ਸਾਹਿਬ ਇਸ ਤਰ੍ਹਾਂ ਦੀਆਂ, ਜਿੱਦਾਂ ਕਿ ਆਹ ਕੋਈ ਰਾਈਡਿੰਗ ਲਾ ਲਓ ਕਿ ਆਹ NDP ਦੀ ਆਲਵੇਜ਼ ਉੱਥੋਂ ਜਿੱਤਦਾ, ਆਹ ਲਿਬਰਲ ਦਾ ਜਿੱਤਦਾ। ਉਹ ਨਾਰਥ ਵਾਲੀ ਜਿਹੜੀ ਸੀਟ ਸੀਗੀ ਹਮੇਸ਼ਾ ਜਿਹੜੀ ਆ ਉਹ PC ਪਾਰਟੀ ਦੀ ਆ। ਉੱਥੋਂ ਭਾਵੇਂ ਕੋਈ ਵੀ ਹੋਵੇ, ਭਾਵੇਂ ਕੋਈ ਬੰਦਾ ਉਹਨੂੰ ਜਾਣਦਾ ਨਹੀਂ ਜਾਣਦਾ, ਕਿਸੇ ਨੂੰ ਵੀ ਖੜਾ ਕਰ ਦੋ, ਉਹ PC ਪਾਰਟੀ ਦਾ ਜਾ ਕੇ ਉੱਥੋਂ ਬੰਦਾ ਜਿੱਤ ਜਾਂਦਾ। ਜਗਮੀਤ ਸਿੰਘ ਉੱਥੋਂ ਆਪਣਾ ਕਿਉਂ ਉੱਥੋਂ ਚਾਂਸ ਲੈਂਦਾ? ਬਿਲਕੁਲ। ਜੇ ਉੱਥੋਂ ਜਾ ਕੇ ਲੜਦਾ, ਉੱਥੋਂ ਹਾਰਦਾ, ਫਿਰ ਜਿਹੜੇ ਉਹਨਾਂ ਦੇ ਵਿਰੋਧੀ ਆ ਉਹ ਸਵਾਲ ਜਵਾਬ ਕਰਦੇ। ਇਸ ਕਰਕੇ ਇਹਨਾਂ ਨੇ ਉੱਥੇ ਬਰਨਲੀ ਸਾਊਥ ਵਿੱਚ ਕਿਉਂ ਗਏ ਸੀ, ਉੱਥੋਂ ਦਾ ਜਿਹੜਾ MP ਸੀਗਾ ਉਹਨੇ ਆਪਣੀਆਂ ਮੇਅਰ ਦੀਆਂ ਇਲੈਕਸ਼ਨਾਂ ਉੱਥੇ ਵੈਨਕੂਵਰ ਦੇ ਵਿੱਚ ਲੜੀਆਂ ਸੀ। ਇਸ ਕਰਕੇ ਉਹ ਸੀਟ ਖਾਲੀ ਹੋਈ ਆ, ਉਹ ਸੀਟ NDP ਦੀ ਸੀ। ਇਸ ਕਰਕੇ ਉੱਥੋਂ ਉਹਨਾਂ ਨੇ ਫਾਈਟ ਕਰਕੇ, ਜੇ ਉਸ ਵੇਲੇ ਆਪਾਂ ਜਗਮੀਤ ਸਿੰਘ ਦੀ ਗੱਲ ਕਰਦੇ ਹਾਂ, ਇਹੀ PC ਪਾਰਟੀ ਦੇ ਨਾਲ ਮੈਂ ਕੰਪੇਅਰ ਵੀ ਕਰ ਰਿਹਾ ਇਹ, ਕਿਉਂਕਿ ਜਗਮੀਤ ਸਿੰਘ ਨੂੰ ਠੀਕ ਆ ਕਿ ਜਿਹੜੇ ਤਾਂ ਪੋਲੀਟਿਕਸ ਨਾਲ ਜੁੜੇ ਆ ਉਹ ਲੋਕ ਉਹਨਾਂ ਨੂੰ ਜਾਣਦੇ ਸੀਗੇ, ਜਿਹੜੇ ਪੋਲੀਟਿਕਸ ਨਾਲ ਨਹੀਂ ਸੀ ਜੁੜੇ ਜਗਮੀਤ ਸਿੰਘ ਨੂੰ ਕੋਈ ਨਹੀਂ ਸੀ ਜਾਣਦਾ। ਜਦੋਂ ਉਹ ਸੀਟ ਜਿੱਤ ਕੇ ਆ ਕੇ ਪਾਰਲੀਮੈਂਟ ਦੇ ਵਿੱਚ ਆ ਕੇ ਬੋਲਣ ਲੱਗਾ, ਉਸ ਵੇਲੇ ਲੋਕਾਂ ਨੂੰ ਪਤਾ ਲੱਗਾ ਕਿ ਜਗਮੀਤ ਸਿੰਘ ਕੌਣ ਆ। ਮੇਰਾ ਵੀ ਚੰਦੀ ਸਾਹਿਬ ਜਿਹੜਾ ਬਾਹ ਆ ਮੋਸਟਲੀ 80-90% ਗੋਰਿਆਂ ਨਾਲ ਪੈਂਦਾ। ਜਦੋਂ ਦਾ ਉਹ ਪਾਰਲੀਮੈਂਟ ਚ ਆ ਕੇ ਬੋਲਣ ਲੱਗਿਆ, ਲੋਕਾਂ ਨੂੰ ਉਹਦੇ ਬਾਰੇ ਪਤਾ ਲੱਗਿਆ ਤੇ 99
0.9% ਲੋਕਾਂ ਨੇ ਉਹਨਾਂ ਨੂੰ ਚੰਗਾ ਕਿਹਾ, ਕਿਸੇ ਨੇ ਵੀ 0.1% ਕਿਸੇ ਨੇ ਕਿਹਾ ਹੋਊਗਾ। ਉਹ ਵੀ ਉਹ ਪੁਰਾਣੀਆਂ ਗੱਲਾਂ ਲੈ ਕੇ, ਆਪਣੇ ਬਾਬਰੇ NDP ਉਹ ਜਿਹੜੀਆਂ ਗੱਲਾਂ ਲੈ ਕੇ ਉਹਨਾਂ ਨੇ ਇਦਾਂ ਕਰਤਾ, ਟੇਰੀ ਨੂੰ ਐਂ ਕਰਤਾ, ਪਰ ਉਹ ਲੈ ਕੇ 0.1% ਕਿਸੇ ਨੇ ਮਾੜਾ ਕਿਹਾ ਸੀ। ਅਦਰਵਾਈਜ਼ ਕਿਸੇ ਨੇ ਵੀ ਉਹਨਾਂ ਨੂੰ ਕੁਛ ਨਹੀਂ ਸੀ ਕਿਹਾ। ਬਾਕੀ ਮੈਂ ਆਪਣੇ ਜਿੰਨੇ ਵੀ ਸਰੋਤੇ ਸੁਣਦੇ ਆ ਉਹਨਾਂ ਨੂੰ ਇਹ ਕਹਿਣਾ ਵੀ ਭਾਈ ਸਾਡਾ ਕਿਸੇ ਪਾਰਟੀ ਨਾਲ ਕੋਈ ਲੈਣਾ ਦੇਣਾ ਨਹੀਂ। ਜਿਹੜਾ ਸੱਚ ਆ ਵੀ ਸੱਚ ਦੇ ਨਾਲ ਖੜਨਾ ਚਾਹੀਦਾ, ਸੱਚ ਬੋਲਣਾ ਚਾਹੀਦਾ ਕਿ ਜਸਟਿਨ ਟਰੂਡੋ ਕਦੇ ਖੁਦ ਆਪ ਕਰੋਨਾ ਵਾਇਰਸ ਨਹੀਂ ਲੈ ਕੇ ਆਏ, ਉਹ ਤਾਂ ਲੋਕਾਂ ਦੀ ਹੈਲਪ ਕਰਦੇ ਆ। ਮੰਨ ਲਓ ਕਿ ਉਹ ਲੋਕਾਂ ਨੂੰ ਪੈਸਾ ਨਹੀਂ ਦਿੰਦੇ ਜੀ, ਫਿਰ ਕਹਿਣਾ ਵੀ ਸਰਕਾਰਾਂ ਦਾ ਫਾਇਦਾ ਕੀ ਆ ਵੀ ਹੁਣ ਲੋਕ ਘਰਾਂ 'ਚ ਬੈਠੇ ਆ। ਜੇ ਚੰਦੀ ਸਾਹਿਬ $2000 ਦਾ ਪੈਕੇਜ ਜੇ ਨਾ ਦਿੱਤਾ ਜਾਂਦਾ ਤੇ ਲੋਕਾਂ ਨੂੰ ਘਰਾਂ 'ਚ ਬਹਿ ਕੇ, ਇੱਕ ਤਾਂ ਵੈਸੇ ਲਾਕਡਾਊਨ ਹੋਏ ਆ, ਘਰਾਂ ਦੇ ਵਿੱਚ ਬੈਠੇ, ਬਾਹਰ ਨਹੀਂ ਜਾਣਾ, ਦੂਸਰਾ ਤਾਂ ਹਾਰਟ ਅਟੈਕ ਹੀ ਆਉਣਾ ਜੀ। ਉਹ ਬਿਲਕੁਲ ਇਹ ਸਾਰਿਆਂ ਸਰੋਤਿਆਂ ਨੂੰ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਵੀ ਇਸ ਤਰ੍ਹਾਂ ਦੀ ਕੋਈ ਵੀ ਗੱਲਬਾਤ ਜਿਹੜੀ ਹੈ ਨਹੀਂ ਕਿ ਇਹ ਜਿਹੜੀਆਂ ਸਰਕਾਰਾਂ ਆ। ਬਾਕੀ ਇਹ ਕਰੋਨਾ ਵਾਇਰਸ ਸਾਡੀ ਜ਼ਿੰਦਗੀ 'ਚ ਤਾਂ ਆਇਆ ਨਹੀਂ, ਜਾਂ ਹੁਣ ਆਪਾਂ ਕਿਤੇ ਬਜ਼ੁਰਗਾਂ ਤੋਂ ਵੀ ਗੱਲ ਕਰਦੇ ਆ 100 ਸਾਲ ਜਾਂ ਕਿ ਇਸ ਤਰ੍ਹਾਂ ਦਾ ਕਦੀ ਨਹੀਂ ਆਇਆ। ਇਹ ਜਿਹੜੇ ਪੈਕੇਜ ਵੀ ਚੰਦੀ ਸਾਹਿਬ ਬਣਦੇ ਆ ਨਾ, ਇਹ ਕਿਉਂਕਿ ਜਦੋਂ ਤੱਕ ਕੋਈ ਲੰਮਾ ਕੋਈ ਪ੍ਰੋਸੈਸ ਹੋਵੇ ਉਹ ਚੀਜ਼ ਤੇ ਸੋਚ ਵਿਚਾਰ 2 ਮਹੀਨੇ 3 ਮਹੀਨੇ ਇਹਨਾਂ ਦੇ ਕੋਲ ਟਾਈਮ ਨਹੀਂ। ਕੋਈ ਵੀ ਪੈਕੇਜ ਲਿਆਉਣਾ ਉਹਨੂੰ ਵਿਦਨ 5, 7, 10 ਡੇ ਦੇ ਵਿੱਚ ਉਹਦਾ ਕੁਛ ਨਾ ਕੁਛ ਕਰਕੇ ਲੋਕਾਂ ਨੂੰ ਉਹਨਾਂ ਦੀ ਰਾਹਤ ਦਿੱਤੀ ਹੋਣੀ ਇਹ ਚਾਹੀਦੀ ਹੈ ਜੀ। ਇਹ ਨਾ ਇਹੀ ਤੁਹਾਡੇ ਸਵਾਲ ਦਾ ਜਵਾਬ ਸੀ। ਇਹ ਤਾਂ ਐਵੇਂ ਲੋਕ ਤੁੱਕਾ ਹੀ ਲਾਉਂਦੇ ਆ। ਮੈਂ ਇਹੀ ਕਹੂੰਗਾ ਜੀ, ਲਾੜਾ ਹੈ ਨਹੀਂ ਤੇ ਉੱਥੇ ਵਿਆਹੁਣ ਚੱਲੇ ਆ ਜੀ। ਕਹਿਣ ਦਾ ਮਤਲਬ ਹੈ ਕਿ PC ਪਾਰਟੀ ਤੋਂ ਜੇ ਲੀਡਰ ਹੈ ਨਹੀਂ ਤਾਂ ਇਹ ਇਲੈਕਸ਼ਨ ਦੀਆਂ ਗੱਲਾਂ ਕਰਦੇ ਆ ਜੀ। ਜੀ ਧੰਨਵਾਦ ਚੰਦੀ ਸਾਹਿਬ, ਮੇਰੀਆਂ ਗੱਲਾਂ ਦਾ ਕਿਸੇ ਨੂੰ ਥੋੜਾ ਗੁੱਸਾ ਗਲਾ ਲੱਗਾ ਹੋਊਗਾ ਜਾਂ ਕਿਵੇਂ ਵੀ, ਮੈਂ ਮਾਫੀ ਮੰਗਦਾ ਤੇ ਦੋਵੇਂ ਹੱਥ ਜੋੜ ਕੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ, ਬਹੁਤ ਬਹੁਤ ਇੰਨੀ ਭਰਪੂਰ ਜਾਣਕਾਰੀ ਦੇਣ ਵਾਸਤੇ। ਆਪਾਂ ਕਾਲਾਂ ਵੀ ਲੈਣੇ ਜੀ ਸਾਰੀਆਂ, ਤੇ ਨਾਲ ਹੀ ਮੈਂ ਦੱਸਣਾ ਚਾਹਾਂਗੇ ਜੀ, ਜੇ ਤੁਸੀਂ ਜੋਬ ਦੀ ਭਾਲ ਦੇ ਵਿੱਚ ਹੋ ਤਾਂ JB ਟਰਾਂਸਪੋਰਟ ਨੂੰ ਕਾਲ ਕਰ ਸਕਦੇ 905 792 5100। ਬੈਸਟ ਕੈਨੇਡੀਅਨ ਟਰੱਕ ਡਰਾਈਵਿੰਗ ਸਕੂਲ, ਜੇ ਤੁਸੀਂ ਟਰੱਕ ਦਾ ਲਾਇਸੈਂਸ ਲੈਣਾ ਜੀ 416 670 3173। ਕੋਈ ਟਰੱਕ ਟ੍ਰੇਲਰ ਟੋ ਕਰਾਉਣਾ ਨਾਰਥ ਅਮਰੀਕਾ ਚੋਂ ਕਿੰਗ ਟੋਇੰਗ 416 670 2222 ਸੁੱਖਾ ਢੇਸੀ। ਤੇ ਅਕਾਲ ਸਟੀਲ, ਜੇ ਤੁਸੀਂ ਕੋਈ ਗਰਾਜ ਜਾਂ ਕੋਈ ਬਿਲਡਿੰਗ ਬਣਾਉਣੀ ਚਾਹੁੰਦੇ ਵੱਡੀ 416 816 9333 ਤੇ ਤੁਸੀਂ ਸਟੀਲ ਦਾ ਸਟਰਕਚਰ ਬਣਵਾ ਸਕਦੇ ਹੋ। ਮੌਂਟਰੀਅਲ ਗਏ ਤੁਹਾਡੇ ਟਰੱਕ ਟ੍ਰੇਲਰ ਨੂੰ ਕੋਈ ਪ੍ਰੋਬਲਮ ਆ ਗਈ ਹੈ, ਡੈਮੇਜ ਟਰੱਕ ਐਂਡ ਰਿਪੇਅਰ 450 934 29 57। ਤੇ ਨਾਲ ਹੀ ਜੇ ਤੁਸੀਂ ਟੋਰਾਂਟੋ ਦੇ ਵਿੱਚ ਤੁਹਾਡੀ ਕਾਰ ਦਾ ਐਕਸੀਡੈਂਟ ਹੋ ਜਾਂਦਾ, ਹਰੇਕ ਇੰਸ਼ੋਰੈਂਸ ਕੰਪਨੀ ਨਾਲ ਕਲੇਮ ਕਰਦੇ ਪ੍ਰੋਜਨ ਆਟੋ ਕੋਲੀਜਨ 416 857 5700 ਤੇ। ਚੱਲਦੇ ਹਾਂ ਜੀ ਆਪਾਂ ਨੈਕਸਟ ਕਾਲ ਤੇ। ਹਾਂਜੀ ਵੀਰ ਜੀ, ਸਵਾਗਤ ਹੈ ਤੁਹਾਡਾ 2156 ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਕਈ ਦਫਾ ਨਾ ਜੀ ਅਸੀਂ ਗੱਲ ਹੋਰ ਕਰਨੀ ਹੁੰਦੀ, ਪਰ ਤੁਹਾਡੀਆਂ ਗੱਲਾਂ ਵਿੱਚੋਂ ਗੱਲ ਹੋਰ ਨਿਕਲ ਆਉਂਦੀ ਆ। ਮੈਂ ਪਹਿਲਾਂ ਉਹਦੇ ਜੁਗਰ ਕਰ ਦੇਣਾ ਭਾਈ ਸਾਹਿਬ ਜਿਹੜੇ ਕਹਿ ਗਏ ਆ ਨਾ, ਟਰੂਡੋ ਸਾਹਿਬ ਕਰੋਨਾ ਵਾਇਰਸ ਆਪ ਲੈ ਕੇ ਨਹੀਂ ਆਏ, ਮੈਂ ਮੰਨਦਾ ਨਹੀਂ ਲੈ ਕੇ ਆਏ, ਪਰ ਰੋਕਣ ਵਿੱਚ ਇਹਨਾਂ ਦਾ ਯੋਗਦਾਨ 0 ਆ। ਉਹਨੂੰ ਇਹ ਡਿਨਾਈ ਨਹੀਂ ਕਰ ਸਕਦੇ, ਇੱਕ ਦਿਨ ਮੰਨਣਾ ਹੀ ਪਊਗਾ, ਜੋ ਮਰਜ਼ੀ ਕਰ ਲੈਣ। ਉਹ ਜਿਹੜਾ ਘਾਟਾ ਇਹਨਾਂ ਨੇ ਪਾਤਾ ਨਾ, ਸ਼ੁਰੂ ਚੋਂ ਰੋਕਿਆ ਨਹੀਂ, ਬੰਦਿਆਂ ਨੂੰ ਕੁਆਰੰਟੀਨ ਚ ਨਹੀਂ ਰੱਖਿਆ, ਘਰ ਜਾ ਕੇ ਕੁਆਰੰਟੀਨ ਕਰ ਲਿਓ। 100 ਚੋਂ 50 ਬੰਦੇ ਹੁੰਦੇ ਜਿਹੜੇ ਘਰ ਜਾ ਕੇ ਸਭ ਕੁਝ ਭੁੱਲ ਜਾਂਦੇ ਆ, ਉਹ ਫੈਲਾਉਂਦੇ ਆ। ਉਹ ਜਿਹੜੀ ਇਹਨਾਂ ਨੇ ਗਲਤੀ ਕੀਤੀ ਆ, ਜਿੰਨੇ ਮਰਜ਼ੀ ਪੈਸੇ ਬਣ ਲੈਣ, ਉਹ ਪੂਰਤੀ ਕਦੇ ਨਹੀਂ ਹੋ ਸਕਦੀ। ਜੋ ਉਸ ਗਲਤੀ ਦੇ ਨਾਲ ਸਾਨੂੰ ਘਾਟੇ ਪਏ ਆ, ਕੰਮ ਦੇ ਵੀ ਲੋਕ ਵੀ ਮਰੇ ਆ ਨਾ, ਉਹ ਸਿਰਫ ਇਹਨਾਂ ਦੀ ਨਾਕਾਮਯਾਬੀ ਆ। ਇਹਨਾਂ ਨੇ ਸੱਦਿਆ ਨਹੀਂ ਤਾਂ ਰੋਕਿਆ ਵੀ ਨਹੀਂ। ਤੇ ਦੂਸਰੀ ਗੱਲ ਢਿੱਲੋਂ ਸਾਹਿਬ ਕਹਿੰਦੇ ਆ ਉੱਥੇ 2 ਦਫਾ ਨੈਗੇਟਿਵ ਆ ਕੇ ਫਿਰ ਪੋਜ਼ਿਟਿਵ ਆਉਂਦਾ। ਦੇਖੋ ਸ਼ੁਰੂਆਤ ਦੇ ਵਿੱਚ ਇਹ ਖਬਰ ਆਈ ਸੀ ਇਹ 2 ਵੀਕ ਤੋਂ 4 ਵੀਕ ਤੱਕ ਲੈਂਦਾ ਸ਼ੋ ਅਪ ਕਰਨੇ ਚ ਕਰੋਨਾ ਵਾਇਰਸ, ਪਰ ਅਸੀਂ 4 ਵੀਕ ਤਾਂ ਭੁੱਲ ਗਏ ਆ। 2 ਵੀਕ ਵੀ ਅਸੀਂ ਹਾਰਡਲੀ ਕਰਦੇ ਆ। ਉਹ ਜਿਹਨਾਂ ਦੀ ਅੰਦਰੋਂ ਸਿਸਟਮ ਸਟਰੋਂਗ ਹੁੰਦਾ ਉਹ 3 ਵੀਕ ਵੀ ਲੈ ਜਾਂਦੇ, 4 ਵੀ ਲੈ ਜਾਂਦੇ। ਇਸ ਕਰਕੇ 1-2 ਦਫਾ ਨੈਗੇਟਿਵ ਆ ਕੇ ਫਿਰ ਪੋਜ਼ਿਟਿਵ ਆ ਗਿਆ। ਉਹਦਾ ਕਾਰਨ ਇਹ ਆ, ਜਾਂ ਕਿਤੇ ਸਾਡੀ ਜਿਹੜੀ ਆ ਚੈੱਕ ਕਰਨ ਦੇ ਵਿੱਚ ਵੀ ਸਾਡੀ ਜੋ ਸਿਸਟਮ ਹੈਗਾ ਉਹ ਵੀ ਖਰਾਬ ਹੋ ਸਕਦਾ। ਇਹ 2 ਕਾਰਨ ਉਹਦੇ ਹੈਗੇ ਆ। ਤੇ ਬਾਕੀ ਹੁਣ ਇਹ ਆ ਵੀ ਅਸੀਂ ਇਹ ਕਰ ਸਕਦੇ ਆ, ਆਪਣਾ ਧਿਆਨ ਰੱਖੋ, ਸਾਫ਼ ਸਫਾਈ ਰੱਖੋ। ਜਿਹੜਾ ਤੁਹਾਨੂੰ ਪਤਾ ਲੱਗਦਾ ਇੱਦਾਂ ਦੇ ਏਰੀਆ ਬੰਦਾ ਆਇਆ ਉਹ ਤੋਂ ਦੂਰ ਰਹੋ। ਤੇ ਮੈਂ ਤਾਂ ਇਹ ਰਿਕੁਐਸਟ ਕਰਦਾ ਅਜੇ ਵੀ ਜਿਹੜੇ ਬੰਦੇ ਆਉਂਦੇ ਆ ਉਹਨਾਂ ਨੂੰ ਆਪਣੇ ਤੌਰ ਤੇ ਵੱਖਰਾ ਰੱਖਣ, ਇਹ ਨਾ ਕਹਿਣ ਘਰ ਜਾ ਕੇ ਵੱਖਰਾ ਰਹੋ। ਜੇ ਕੋਈ ਵੀ ਬੰਦਾ ਗਲਤੀ ਕਰਦਾ ਸਾਰਿਆਂ ਨੂੰ ਭੁਗਤਣੀ ਪੈਂਦੀ ਹੈ। ਮੈਂ ਤਾਂ ਇਹੀ ਕਹਿਣਾ। ਓਕੇ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, WhatsApp ਤੇ ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਸਵਾਗਤ ਹੈ ਜੀ। ਕੀ ਹਾਲ ਚਾਲ ਮਹਾਰਾਜ? ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਤੁਸੀਂ ਔਨ 에ਅਰ ਹੋ ਜੀ? ਯਾਰ ਸਾਨੂੰ ਵੀ ਦੱਸ ਮਾੜੇ ਜਿਹਾ, ਤੂੰ ਅਸੀਂ ਬੁੱਢੇ ਹੋਈ ਜਾਂਦੇ ਆ, ਤੂੰ ਕਾਲਾ ਹੋਈ ਜਾਂਦਾ। ਹਾਂਜੀ, ਤੁਸੀਂ ਔਨ 에ਅਰ ਹੋ ਜੀ। ਹਾਂਜੀ, ਕੀ ਕਹਿਣਾ ਚਾਹੋਗੇ? ਹਾਂਜੀ, ਔਨ 에ਅਰ ਤਾਂ ਇਹ ਆ ਵੀ ਜਿੱਦਾਂ ਹੁਣ ਆਦੇ ਆ ਵੀ ਹੁਣ ਵੀ ਪੰਜਾਬ ਦੀ ਹਾਲਾਤ ਮਾੜੀ ਆ, ਸੈਂਟਰ ਵਾਲੇ ਦਿੰਦੇ ਕੁਝ ਨਹੀਂ ਜੀ,
ਤੇ 30% ਵੀ ਉਹਦੀ ਕਟੌਤੀ ਕਰ ਲਓ। ਤੇ ਉਹਦੀ ਜੋ ਕਟੌਤੀ ਕਰਨੀ ਆ ਤੇ ਜਿਹੜੀਆਂ ਆਪਦੀਆਂ ਜਿਹੜੀਆਂ ਪੈਨਸ਼ਨਾਂ ਤੇ ਇਲਾਜ ਤੇ ਕੋਈ 3 ਕਰੋੜ, ਕੋਈ 61 ਲੱਖ, ਕੋਈ ਕਿੰਨੇ ਲੱਖ, ਤੇ ਉਹ ਆਪੇ ਛੱਡ ਦੇਣਾ ਜੀ। ਉਹ ਛੱਡ ਕੇ ਖਜ਼ਾਨੇ ਚ ਪਾ ਲੈਣਾ। ਤੇ ਉਹ ਵੀ ਤਾਂ ਹੋ ਹੀ ਸਕਦੇ ਆਪਦੀਆਂ 5 ਪੈਨਸ਼ਨਾਂ, ਕੋਈ 3 ਪੈਨਸ਼ਨਾਂ, ਕੋਈ 2 ਪੈਨਸ਼ਨਾਂ, ਕੋਈ 1 ਪੈਨਸ਼ਨ ਲੈਣ ਡਿਆ। ਬਿਲਕੁਲ ਜੀ, ਬਿਲਕੁਲ। ਉਹ ਜਿਹੜਾ ਬੰਦਾ 3000 ਲੈਦਾ ਉਹਦਾ 30% ਕੱਟ ਲਓ ਤੇ ਆਪਦੀਆਂ ਨਾ ਛੱਡਿਓ। ਆਪਦੀਆਂ ਗੱਡੀਆਂ ਵੀ ਸਰਕਾਰੀ, ਤੇਲ ਵੀ ਸਰਕਾਰੀ, ਕੋਠੀਆਂ ਵੀ ਸਰਕਾਰੀ, ਪੈਨਸ਼ਨਾਂ ਵੀ ਤੇ ਤਨਖਾਹਾਂ ਵੀ। ਇਹ ਕਿਸੇ ਬੰਨੇ ਛੱਡਣਗੇ ਤੇ ਪੰਜਾਬ ਨੂੰ ਚੱਟ ਕੇ ਖਾ ਕੇ ਤੇ ਪੀ ਜਾਣਗੇ ਕਿਸੇ ਪਾਸੇ ਜੀ। ਹਾਂ, ਧੰਨਵਾਦ ਜੀ। ਆਪਾਂ ਲੈਨੇ ਆ ਢਿੱਲੋਂ ਸਾਹਿਬ ਕੋਲੋਂ ਸਵਾਲ। ਧੰਨਵਾਦ ਤੁਹਾਡਾ। ਹਾਂਜੀ ਵੀਰ ਜੀ, ਤੁਸੀਂ ਆਨ 에ਅਰ ਹੋ। ਹਾਂਜੀ, WhatsApp ਤੇ। ਹੈਲੋ। ਸਤਿ ਸ਼੍ਰੀ ਅਕਾਲ ਜੀ ਢਿੱਲੋਂ ਸਾਹਿਬ। ਸਤਿ ਸ਼੍ਰੀ ਅਕਾਲ ਜੀ ਜਨੀ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਇੰਦਰਮੋਹਨ ਸਿੰਘ ਬੋਲਦਾ ਜੀ ਲੁਧਿਆਣੇ ਤੋਂ। ਇੱਕ ਤਾਂ ਇਹ ਹੈ ਜੀ ਬੈਡ ਨਿਊਜ਼ ਵੀ ਲੁਧਿਆਣੇ ਦੇ ਵਿੱਚ ਅੱਜ ਹੀ 34 ਨਵੇਂ ਕੇਸ ਆ ਗਏ ਜੀ। ਕੱਲ 11 ਕੇਸ ਆ ਗਏ ਸੀਗੇ ਜੀ। ਹੁਣ ਮਸਲਾ ਇਹ ਹੈ ਜੀ ਵੀ ਕੇਸ ਤਾਂ ਇਹ ਵਧ ਰਹੇ ਆ ਤੇ ਪਰ ਇਹ ਕਿੰਨਾ ਲੀਡਰਾਂ ਦੀਆਂ ਗਲਤੀਆਂ ਕਰਕੇ ਵਧੇ ਆ। ਤੁਸੀਂ ਦੇਖ ਲਓ ਜੀ ਵੀ ਪਹਿਲਾਂ, ਸਭ ਤੋਂ ਪਹਿਲਾਂ ਤਾਂ ਦੇਸ਼ ਭਰ ਦੇ ਵਿੱਚ ਦੇਖ ਲਓ ਵੀ ਆਗਰੇ ਦੇ ਵਿੱਚ ਕੇਸ ਬਹੁਤ ਜ਼ਿਆਦਾ ਹੈ। ਟਰੰਪ ਦਾ ਦੌਰਾ ਸੀ ਜੀ ਉੱਥੇ। ਗੁਜਰਾਤ ਦੇ ਵਿੱਚ ਬਹੁਤ ਜ਼ਿਆਦਾ ਜੀ। ਟਰੰਪ ਸਾਹਿਬ ਉੱਥੇ ਪਹੁੰਚੇ ਸੀ, ਨਮਸਤੇ ਟਰੰਪ ਕਰਾਈ। ਤੇ ਦਿੱਲੀ ਦੇ ਵਿੱਚ ਵੀ ਕੇਸ ਬਹੁਤ ਜ਼ਿਆਦਾ ਜੀ ਤੇ ਉੱਥੇ ਵੀ ਟਰੰਪ ਸਾਹਿਬ ਪਹੁੰਚੇ ਸੀ ਜੀ। 6000 ਬੰਦਾ ਉਹਨਾਂ ਦੇ ਨਾਲ ਆਪਦਾ ਸੀ ਜੀ। ਤੇ ਬਾਕੀ ਜਿਹੜੇ ਇੱਧਰੋਂ ਉੱਧਰੋਂ ਇਕੱਠੇ ਕੀਤੇ ਸੀ ਉਹ ਤੁਹਾਨੂੰ ਪਤਾ ਹੀ ਹੈ ਜੀ। ਤੇ ਦੂਸਰਾ ਫਿਰ ਜਿਹੜਾ ਆਪਣਾ ਹਜੂਰ ਸਾਹਿਬ ਵਾਲਾ ਮਸਲਾ ਜੀ, ਤੁਸੀਂ ਦੇਖ ਵੈਸ਼ਨੂ ਦੇਵੀ ਦੇ ਵਿੱਚੋਂ ਤਾਂ ਲਗਜ਼ਰੀ ਬੱਸਾਂ ਨਾਲ ਬੰਦੇ ਉਸੇ ਟਾਈਮ ਕੱਢ ਲਏ। ਹੋਰ ਵੀ ਕਈ ਮੰਦਰਾਂ ਦੇ ਵਿੱਚੋਂ ਬੰਦੇ ਕੱਢੇ ਗਏ ਜੀ। ਤਬਲੀਗੀ ਜਮਾਤ ਵਾਲੇ ਬੇਨਤੀਆਂ ਕਰਦੇ ਰਹਿ ਗਏ ਜੀ, ਸਾਡੇ ਕੋਲੇ 1500 2000 ਬੰਦਾ ਅੰਦਰ ਹੈ ਜੀ, ਇਹਨਾਂ ਨੂੰ ਕੱਢ ਦਿਓ, ਸਾਨੂੰ ਕੋਈ ਮਨਜ਼ੂਰੀ ਦਿਓ। ਉਹਨਾਂ ਨੂੰ ਲੇਟ ਕੀਤਾ ਗਿਆ ਜੀ। ਤੇ ਹਜੂਰ ਸਾਹਿਬ ਵਾਲਿਆਂ ਵਾਸਤੇ ਤਾਂ ਇਹਨਾਂ ਨੇ ਮਹੀਨੇ ਤੋਂ ਉੱਤੇ ਹੀ ਟਪਾਤਾ ਜੀ। ਮਹੀਨੇ ਤੋਂ ਬਾਅਦ ਹੀ ਸੁਰਤ ਆਈ ਹੈ ਜੀ। ਤੇ ਪੰਜਾਬ ਦੇ ਜਿਹੜੇ ਲੀਡਰ ਹੈ ਜੀ ਉਹਨਾਂ ਦੀ ਵੀ ਨਾਕਾਮੀ ਹੈ। ਕਿਉਂਕਿ ਦੇਖੋ ਯੂਪੀ ਵਾਲਿਆਂ ਨੇ ਵੀ ਬੱਸਾਂ ਭੇਜ ਕੇ ਆਪਦੇ ਬੰਦੇ ਮੰਗਾ ਲਏ, ਬਿਹਾਰ ਵਾਲਿਆਂ ਨੇ ਵੀ ਮੰਗਾ ਲਏ ਜੀ। ਤੇ ਪੰਜਾਬ ਵਾਲੇ ਕੋਟੇ ਤੋਂ ਕੋਈ ਰਾਹ 'ਚ ਤੁਰਿਆ ਆਉਂਦਾ ਸੀ ਜੀ, ਕੋਈ ਹੋਰ ਮਹੀਨੇ ਬਾਅਦ ਉਹ ਬੰਦੇ ਜਾ ਕੇ ਲਿਆਂਦੇ ਆ ਜੀ। ਤੇ ਉਹ ਹੁਣ ਦੇਖੋ ਜਿਹੜੇ ਪੋਜ਼ਿਟਿਵ ਆ ਰਹੇ ਆ ਤਾਂ ਤੁਸੀਂ ਦੇਖ ਲਓ ਵੀ ਹੁਣ ਦੋਸ਼ ਫਿਰ ਘੱਟ ਗਿਣਤੀਆਂ ਤੇ। ਹਾਂ ਬਿਲਕੁਲ ਜੀ, ਆਪਾਂ ਪੁੱਛਦੇ ਢਿੱਲੋਂ ਸਾਹਿਬ ਨੂੰ ਜੀ। ਢਿੱਲੋਂ ਸਾਹਿਬ ਧੰਨਵਾਦ ਜੀ। ਧੰਨਵਾਦ ਜੀ। ਹਾਂਜੀ ਢਿੱਲੋਂ ਸਾਹਿਬ। ਬਿਲਕੁਲ, ਜਿਹੜੀ ਟਰੰਪ ਸਾਹਿਬ ਦੇ ਦੌਰੇ ਵਾਲੀ ਗੱਲ ਇੰਦਰਮੋਹਨ ਜੀ ਨੇ ਉਠਾਈ ਹੈ, ਬਿਲਕੁਲ ਦਰੁਸਤ ਹੈ ਕਿ ਟਰੰਪ ਸਾਹਿਬ ਦੇ ਨਾਲ ਜਿਹੜੇ ਬੰਦੇ ਆਏ ਸੀ ਜਿਨ੍ਹਾਂ ਦੀ ਗਿਣਤੀ ਕਾਫੀ ਜ਼ਿਆਦਾ ਸੀ ਜੀ, ਉਹਨਾਂ ਦੇ ਵਿੱਚੋਂ ਵੀ ਕਿਸੇ ਨੂੰ ਲਾਗ ਹੋ ਸਕਦੀ ਹੈ ਕਿ ਉਹ ਲਾਗ ਅਹਿਮਦਾਬਾਦ ਤੋਂ ਲੈ ਕੇ ਤੁਹਾਡਾ ਆਗਰਾ ਤੇ ਫਿਰ ਦਿੱਲੀ ਜਿੱਥੇ ਤੱਕ ਹੋ ਸਕਦੀ। ਇੱਕ ਦੂਸਰਾ ਹੈ ਕਿ ਟਰੰਪ ਸਾਹਿਬ ਦੀ ਆਓ ਭਗਤ ਵਾਸਤੇ ਸਾਰਾ ਦੇਸ਼, ਸਾਰੀ ਸਰਕਾਰ ਜਿਹੜੀ ਹੈਗੀ ਹੈ ਪੱਬਾਂ ਭਾਰ ਖੜੀ ਕਰਤੀ ਸੀ। ਬਿਲਕੁਲ ਜੀ। ਅਹਿਮਦਾਬਾਦ ਦੇ ਵਿੱਚ ਐਡਾ ਵੱਡਾ ਇਕੱਠ ਕੀਤਾ ਕਿ ਟਰੰਪ ਸਾਹਿਬ ਨੂੰ ਪਹਿਲਾਂ ਤਾਂ ਕਈ ਮਿਲੀਅਨ ਕਹਿਤਾ ਆਉਣਗੇ ਤੇ ਬੰਦਾ ਤਾਂ ਚਲੋ ਜੋ ਹੋਇਆ ਸੋ ਹੋਇਆ ਜੀ। ਉੱਥੇ ਨਰਿੰਦਰ ਮੋਦੀ ਸਾਹਿਬ ਇਸ ਗੱਲ ਦੇ ਵਿੱਚ ਨਹੀਂ, ਉਹਨਾਂ ਨੇ ਦੇਖਿਆ ਕਿ ਟਰੰਪ ਸਾਹਿਬ ਨੇ ਭਾਰਤ ਦੇ ਦੌਰੇ ਦੇ ਉੱਤੇ ਆਏ ਆ, ਸਾਨੂੰ ਦੇ ਕੇ ਕੀ ਗਏ ਆ। ਦੇਣ ਵਾਸਤੇ ਉਹਨਾਂ ਨੇ ਕੱਖ ਨਹੀਂ ਕੀਤਾ ਕਰਾਇਆ। ਹਾਂ, ਇੱਕ ਕੋਈ ਅੰਦਰ ਖਾਤੇ ਜਾ ਕੇ ਜਿਹੜੀ ਕੋਈ ਗੱਲਬਾਤ ਕੀਤੀ ਸੀ ਉੱਤੇ ਐਲਾਨ ਕਰਤਾ ਕਿ ਜੀ ਆਹ ਹਥਿਆਰ ਵੇਚਾਂਗੇ ਜੀ, ਹਥਿਆਰ ਵੇਚਣ ਵਾਲਾ ਹਿਸਾਬ ਕਿਤਾਬ ਜ਼ਰੂਰ ਕਰ ਦਿੱਤਾ। ਲੇਕਿਨ ਜਿਹੜੇ ਅਸੀਂ ਆਪਣੇ ਲੋਕ ਵੀ ਇੰਨੇ ਇਕੱਠੇ ਕੀਤੇ ਆ, ਉਹਨਾਂ ਲੋਕਾਂ ਦੇ ਵਿੱਚ ਜਿਹੜੀ ਕਿਉਂਕਿ ਉਹਨਾਂ ਦੀ ਸਿਕਿਉਰਿਟੀ ਵੀ ਹੈ, ਉਹਨਾਂ ਦੇ ਏਜੰਟ ਵੀ ਹੈ, ਜਿਹੜੇ ਖੁਫੀਆ ਮਹਿਕਮੇ ਦੇ ਵਿੱਚ ਫਿਰਦੇ ਆ, ਕਿਤੋਂ ਵੀ ਇਹ ਗੱਲ ਹੋ ਸਕਦੀ ਹੈ ਜੀ। ਬਾਕੀ ਜਿਵੇਂ ਭਾਜੀ ਨੇ ਕਿਹਾ ਇੰਦਰਮੋਹਨ ਹੋਰਾਂ ਨੇ ਕਿ ਸਾਰੀਆਂ ਧਿਰਾਂ ਨੇ ਆਪੋ ਆਪਣੇ ਬੰਦੇ ਕੱਢ ਲਏ ਤੇ ਸਾਨੂੰ ਕੀ, ਸਾਡੀ ਤਾਂ ਸਮੱਸਿਆ ਹੀ ਇਹੀ ਨਾ, ਆਹੀ ਤਾਂ ਸਾਡੀ ਬਦਕਿਸਮਤੀ ਹੈ। ਤਬਲੀਗੀਆਂ ਦੀ ਵੀ ਇਹੀ ਬਦਕਿਸਮਤੀ ਹੈ ਵੀ ਕਿਉਂਕਿ ਉਹ ਘੱਟ ਗਿਣਤੀ ਵਾਲੇ ਪਾਸੇ ਵੀ ਮੰਗਣ ਦੇ ਬਾਵਜੂਦ ਉਹਨਾਂ ਨੂੰ ਬੱਸਾਂ ਨਹੀਂ ਦਿੱਤੀਆਂ। ਜਿਹੜੀਆਂ ਉਹਨਾਂ ਦੀਆਂ ਆਪਦੀਆਂ ਬੱਸਾਂ ਸੀ ਉਹਨਾਂ ਨੇ ਤਾਂ ਆਪਣੇ ਤੁਹਾਡੇ ਕੰਡਕਟਰਾਂ ਦੇ, ਡਰਾਈਵਰਾਂ ਦੇ ਟੈਲੀਫੋਨ ਨੰਬਰ, ਉਹਨਾਂ ਦੇ ਘਰਾਂ ਦੇ ਐਡਰੈਸ, ਉਹਨਾਂ ਦੇ ਆਧਾਰ ਕਾਰਡ, ਗੱਡੀਆਂ ਦੇ ਨੰਬਰ ਸਭ ਕੁਛ ਭੇਜਤਾ ਸੀ ਕਿ ਸਾਨੂੰ ਇਜਾਜ਼ਤ ਦੇ ਦਿਓ। ਇਜਾਜ਼ਤ ਉੱਥੇ ਨਹੀਂ ਦਿੱਤੀ ਤੇ ਜੇ ਉੱਥੇ ਫਿਰ ਉਹ ਲਾਗ ਦੀ ਬਿਮਾਰੀ ਫੈਲ ਗਈ ਨਾ, ਵਿਚਾਰਿਆਂ ਦਾ ਕਸੂਰ ਕੀ, ਪਰ ਸਾਰੀ ਦੁਨੀਆ ਦੇ ਵਿੱਚ ਸਾਜ਼ਿਸ਼ ਪਾ ਕੇ ਉਹਨਾਂ ਨੂੰ ਛੱਡਤਾ। ਪੰਜਾਬ ਦੀ ਅਸੀਂ ਸਥਿਤੀ ਦੀ ਗੱਲ ਕਰੀਏ ਤਾਂ ਪੰਜਾਬ ਦੇ ਵੀ ਡੇ 1 ਤੋਂ ਜਦੋਂ ਦੇ ਲੋਕ ਹਜੂਰ ਸਾਹਿਬ ਦੇ ਵਿੱਚ ਫਸੇ ਹੋਏ ਹੈ ਉਦੋਂ ਤੋਂ ਉਹਨਾਂ ਤੱਕ ਅਪਰੋਚ ਕੀਤਾ ਜਾ ਰਿਹਾ ਸੀ, ਮਨਜ਼ੂਰੀ ਦੇ ਦਿਓ, ਮਨਜ਼ੂਰੀ ਦੇ ਦਿਓ। ਮਨਜ਼ੂਰੀ ਤਾਂ ਸਾਰੀ ਸੈਂਟਰ ਚੋਂ ਮਿਲਦੀ ਹੈ, ਉਹ ਮਨਜ਼ੂਰੀ ਨਹੀਂ ਮਿਲੀ।
ਜੇ ਕੋਟਾ ਵਾਲਿਆਂ ਦੀ ਗੱਲ ਕਰੀਏ, ਚਲੋ ਕੋਟਾ ਵਾਲੇ ਸਟੂਡੈਂਟਸ ਜਿੰਨੇ ਬਠਿੰਡੇ ਆਏ ਆ, ਮੈਂ ਤੁਹਾਨੂੰ ਖੁਸ਼ਖਬਰੀ ਦੱਸ ਦਿਆਂ, ਜਿੰਨੇ ਬੱਚੇ ਬਠਿੰਡੇ ਆਏ ਆ, ਕੁੜੀਆਂ ਮੁੰਡੇ, ਉਹਨਾਂ ਦਾ ਜਿਹੜਾ ਹੈਗਾ ਨੈਗੇਟਿਵ ਆ ਗਿਆ। ਉਹਨਾਂ ਨੂੰ ਕੁਆਰੰਟੀਨ ਕੀਤਾ ਹੋਇਆ ਸੀ, ਉਹਨਾਂ ਦੇ ਸੈਂਪਲ ਲੈ ਗਏ, ਨੈਗੇਟਿਵ ਆ ਗਿਆ। ਇੱਕ ਸਾਡੇ ਕਾਲਰ ਸਾਹਿਬ ਹਮੇਸ਼ਾ ਹੀ ਸਾਡੇ ਨਾਲ ਜੁੜਦੇ ਆ, ਉਹਨਾਂ ਨੇ ਵੀ ਪਹਿਲਾਂ ਇਹ ਗੱਲ ਕਹੀ ਸੀਗੀ ਕਿ ਜਿਹੜਾ ਹੈਗਾ ਕੁਆਰੰਟੀਨ ਜਿਹੜਾ ਹੈਗਾ ਵੀ ਇਹ 1 ਹਫ਼ਤੇ ਨਹੀਂ, 2 ਹਫ਼ਤੇ, 3 ਹਫ਼ਤੇ, 4 ਹਫ਼ਤਿਆਂ ਤੱਕ ਵੀ ਗੱਲ ਬਣ ਜਾਂਦੀ ਹੈ। ਮੇਰਾ ਖਿਆਲ ਹੈ ਪੰਜਾਬ ਸਰਕਾਰ ਨੇ ਇਹਦੇ ਵਿੱਚ ਵੀ ਇਹ ਸਭ ਸਿੱਖਿਆ। ਹੁਣ ਉਹਨਾਂ ਨੇ ਜਿਹੜੇ ਬੰਦੇ ਹਜੂਰ ਸਾਹਿਬ ਤੋਂ ਆਏ ਹੈ, ਇਹਨਾਂ ਨੂੰ ਕੁਆਰੰਟੀਨ 3 ਹਫ਼ਤਿਆਂ ਵਾਸਤੇ ਕੀਤਾ ਕਿ ਘੱਟੋ ਘੱਟ 21 ਦਿਨ ਇਹ ਰਹਿਣਗੇ। 21 ਦਿਨਾਂ ਦੇ ਵਿੱਚ ਜੇ ਕਈ ਵਾਰੀ ਦੁਬਾਰਾ ਵੀ ਅਟੈਕ ਹੋ ਜਾਂਦਾ ਹੈ, ਅੱਜ ਨੈਗੇਟਿਵ ਆ ਗਿਆ, ਕੱਲ ਨੂੰ ਪੋਜ਼ਿਟਿਵ ਆ ਜਾਵੇ, 21 ਦਿਨ ਇਹਨਾਂ ਨੂੰ ਰੱਖੋ, 21 ਦਿਨਾਂ ਤੋਂ ਬਾਅਦ ਫਿਰ ਘਰੋਂ ਘਰੀ ਜਾਣ ਦਿੱਤਾ ਜਾਊਗਾ। ਜੀ ਹਾਂਜੀ ਵੀਰ ਜੀ, ਸਵਾਗਤ ਹੈ ਤੁਹਾਡਾ 0033। ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਆਲਮੋਸਟ ਤਾਂ ਬਾਈ ਜੀ ਸਾਰੀਆਂ ਖਬਰਾਂ ਕਵਰੇਜ ਹੋ ਗਈਆਂ, ਪਰ ਮੈਂ ਥੋੜਾ ਆਪਣੇ ਵੱਖਰੇ ਵਿਚਾਰ ਹੈ ਮੇਰੇ ਹਨਾ, ਜਿਵੇਂ ਆਪਣੇ ਹਜ਼ੂਰ ਸਾਹਿਬ ਦੇ ਸਿਧਾਂਤਾਂ ਦੀ ਗੱਲ ਕਰ ਰਹੀ ਸੀ। ਜਿਵੇਂ ਹੁਣ ਤਾਂ ਪਹਿਲਾਂ ਤਾਂ ਪੰਜਾਬ ਸਰਕਾਰ ਦੀ ਹੈਗੀ ਜੀ ਗਲਤੀ ਸਭ ਤੋਂ ਵੱਡੀ। ਪਹਿਲੇ ਨੰਬਰ ਤੇ ਪੰਜਾਬ, ਦੂਜੇ ਨੰਬਰ ਤੇ ਆਉਂਦਾ ਸੈਂਟਰ। ਉਹਨੇ ਪਰਮਿਸ਼ਨ ਕਿਉਂ ਨਹੀਂ ਦਿੱਤੀ, ਜਦ ਕਿ ਆਪਣੇ ਬਾਈ ਜੀ 3500 ਤੋਂ 4000 ਬੰਦਾ ਉੱਥੇ ਬੈਠਾ ਹੈ ਨਾ। ਉਹਦਾ ਚਲੋ ਆਪਾਂ ਉਸ ਸੇਵਾਦਾਰਾਂ ਦਾ ਐਪਰੀਸ਼ੀਏਟ ਕਰਨੀ ਬਣਦੀ ਹੈ ਵੀ ਜਿਨ੍ਹਾਂ ਨੇ ਪੂਰੇ ਸਾਹਮਣੇ ਉੱਤੇ ਰੱਖਿਆ, ਖਾਣ ਪੀਣ ਦਾ ਸਮਾਨ ਦਿੱਤਾ, ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਣ ਦਿੱਤੀ। ਤੁਸੀਂ ਦੇਖੋ ਆਪਣੇ ਬਾਈ ਜੀ ਪੰਜਾਬ ਸਰਕਾਰ ਦੀ ਕਿੱਡੀ ਵੱਡੀ ਗਲਤ ਹੈ ਜੀ। ਮਾੜਾ ਵਿਚਾਰਦੇ ਨੇ ਢਿੱਲੋਂ ਸਾਹਿਬ, ਬੱਸਾਂ ਜ਼ਿਆਦਾ ਸੇਵ ਗਿਣੀ ਜਾਂਦੀ ਕਿ ਟ੍ਰੇਨ 'ਚ ਉਹਨਾਂ ਨੂੰ ਬੁਲਾਇਆ ਜਾਂਦਾ। ਘੱਟੋ ਘੱਟ ਜੇ ਆਪਾਂ ਐਵਰੇਜ ਦੇਖੀਏ 70 ਤੋਂ 80 ਬੱਸਾਂ ਆਉਣਗੀਆਂ। ਜੇ ਇੱਕ ਬੱਸ 'ਚ 50 ਬੰਦੇ ਆਉਂਦੇ ਆ ਨਾ, ਤਾਂ ਇੱਕ ਬੱਸ 'ਤੇ 2 ਡਰਾਈਵਰ ਗਏ ਹੋਣੇ, ਕਿਉਂਕਿ ਉਹਨਾਂ ਨੂੰ ਵੀ ਆਪਣੀ ਜਾਨ ਤੇ ਖਤਰਾ ਪਿਆ। ਉਹ ਘੱਟੋ ਘੱਟ 100 ਤਾਂ ਡਰਾਈਵਰ ਬਣ ਕੇ ਆਉਣੇ। ਜੇ ਆਪਾਂ ਮੋਟਾ ਜਿਹਾ ਹਿਸਾਬ ਰੱਖੀਏ ਇੱਕ ਰਫਲੀ ਜਾ 100 ਤੋਂ 150 ਡਰਾਈਵਰ ਹੈ ਨਾ। ਜੇ ਇੱਕ ਬੱਸ 'ਤੇ 2 ਦਿਨ ਰਾਤ ਚਲਾਈ ਹੋਣੀ ਬੱਸ, ਤਾਂ ਇੱਥੇ ਆਏ ਆ। ਤੇ ਨਾਲ ਇੱਕ ਡਰਾਈਵਰ ਵੀ ਪਿੱਛੇ ਆਪਣੇ ਕਹਿ ਲਓ ਹਾਰਟ ਅਟੈਕ ਨਾਲ ਡੈਥ ਹੋ ਗਈ ਹੈ ਨਾ। ਕੀ ਪੰਜਾਬ ਸਰਕਾਰ ਨੂੰ ਮੁਆਵਜ਼ਾ ਦਊਗੀ? ਕਿਉਂਕਿ ਜੇ ਇਹਦੇ ਬੈਟਰ ਸੀ ਤੁਸੀਂ ਟ੍ਰੇਨ ਰਾਹੀਂ ਬੁਲਾ ਲੈਂਦੇ, ਨਾਲੇ ਉਹ 'ਚ ਜ਼ਿਆਦਾ ਸੇਫਟੀ ਵਰਤੀ ਜਾਣੀ ਸੀ, ਥੋੜਾ ਗੈਪ ਆ ਕੇ ਬੰਦੇ ਬਿਠਾਏ ਜਾਣੇ ਸੀ। ਕਿਉਂ ਉੱਥੋਂ ਜਦੇ ਕੱਢ ਲੈਂਦੇ ਵੀ 3000 4000 ਬੰਦਾ ਬੈਠਾ ਵੀ ਇਹਨੂੰ ਆਪਾਂ ਕੱਢੀਏ ਆ। ਕਿਉਂ ਉੱਥੇ ਜਦ ਕਿ ਆਪਣੇ ਮਹਾਰਾਸ਼ਟਰ 'ਚ ਇਹਨਾਂ ਦੀ ਆਪਣਾ ਕਾਂਗਰਸ ਦਾ ਸਾਥ ਹੈਗਾ ਨਾ, ਦੂਜਿਆਂ ਨਾਲ ਆਪਣੇ ਸ਼ਿਵ ਸੈਨਾ ਨਾਲ, ਤੇ ਦੂਜੇ ਆਪਣੇ ਇੱਕ ਤੀਜੇ ਸ਼ਰਦ ਪਵਾਰ ਨਾਲ ਉੱਥੇ ਨਿਕਲ ਸਕਦੇ ਸੀ। ਇਹ ਤਾਂ ਬਿਲਕੁਲ ਸਰਾਸਰ ਆਪਣੇ ਕਹਾਂਗੇ ਆਪਾਂ ਪੰਜਾਬ ਸਰਕਾਰ ਦੀ ਬਹੁਤ ਵੱਡੀ ਗਲਤੀ ਹੈ ਨਾ। ਇੱਕ ਜਾਂ 2 ਟ੍ਰੇਨਾਂ ਦੇ ਵਿੱਚ ਹੀ ਆ ਸਕਦੇ ਸੀ ਸਾਰੇ ਬੰਦੇ ਜੀ। ਕਿਉਂ ਭਾਜੀ ਇੱਕ 20-25 ਡੱਬੇ ਐਕਸਟਰਾ ਜੋੜ ਲੈਂਦੇ ਇੱਕ ਟ੍ਰੇਨ ਬਣਾ ਲੈਂਦੇ ਵੀ ਚਲੋ ਆਪਾਂ 2 ਵੀ ਕਾਹਨੂੰ ਜੋੜਨੀਆਂ ਨਾ। ਕਿਉਂਕਿ ਹੁਣ 70-80 ਬੱਸਾਂ ਗਈਆਂ, ਉਹਨੇ 70-80 ਦੀ ਐਵਰੇਜ ਕੱਢ ਲਓ, 2 ਹਰ ਇੱਕ ਪਾਸੇ 2 ਡਰਾਈਵਰ, 150 ਤਾਂ ਉਹੀ ਹੋ ਗਏ। ਇੱਕ ਪਾਸੇ ਕਹਿੰਦੇ ਆਪਾਂ ਸੇਫਟੀ ਰੱਖੋ, ਘੱਟੋ ਘੱਟ 150 ਬੰਦੀ ਜਾਨ ਨੂੰ ਖਤਰਾ ਪਾਇਆ। ਤੇ ਨੰਬਰ ਦੂਜਾ ਆਪਣਾ ਇਹ ਦੱਸਿਓ ਵੀ ਕੋਈ ਪੈਕੇਜ ਵਗੈਰਾ ਮਿਲਿਆ ਆਪਣੇ ਪੰਜਾਬ ਵੱਲੋਂ ਜਾਂ ਸੈਂਟਰ ਵੱਲੋਂ, ਕਿਉਂਕਿ ਉੱਥੇ ਘੱਟੋ ਘੱਟ ਜੇ ਆਪਾਂ 2 ਬਿੱਲਾਂ ਦੀ ਵਰਤੋਂ ਕਰ ਲਈ, ਜਿਵੇਂ ਬਿਜਲੀ ਦੀ ਵਰਤੋਂ ਹੁੰਦੀ ਆ, ਜਾਂ ਉਹ ਮਾਫ ਕਰ ਦਿਓ, ਜਾਂ ਰਸੋਈ ਸਿਲੰਡਰਾਂ 'ਚ ਨਾ ਲੋਕਾਂ ਦਾ ਹੁਣ ਖਾਣਾ ਬਣਾਉਣੀ ਆ, ਕਿਉਂਕਿ ਉਹ 'ਚ ਵੀ ਜਾਂ ਉਹ ਮਾਫ ਕਰ ਦੇਵੇ ਘੱਟੋ ਘੱਟ ਇਹ ਜੇ ਕੋਈ, ਜਾਂ ਜਿਵੇਂ ਆਪਣੇ ਟਰਾਂਸਪੋਰਟ ਆ ਤਾਂ ਉਹਨਾਂ ਨੂੰ ਟੋਲ ਮਾਫ ਕਰ ਦੇਣ 2-3 ਮਹੀਨਿਆਂ ਲਈ ਵੀ ਤੁਸੀਂ ਮਾਲ ਇੱਧਰ ਉੱਧਰ ਢਾਉਂਦੇ ਆ ਨਾ, ਵੀ ਉਹ 'ਚ ਥੋੜੀ ਉਹਨਾਂ ਨੂੰ ਵਰਤੋਂ ਕੀਤੀ ਜਾਵੇ ਤਾਂ ਉਹਨੂੰ ਮਾਫ ਕਰਦੇ ਆ ਹਨਾ ਜੀ। ਇਹਨਾਂ ਬਾਰੇ ਜ਼ਰੂਰ ਵਿਚਾਰ ਕਰਨਾ। ਓਕੇ ਜੀ। ਜੀ ਢਿੱਲੋਂ ਸਾਹਿਬ ਬਿਲਕੁਲ ਜੀ, ਮੈਂ ਥੋੜਾ ਜਿਹਾ ਇਹਨਾਂ ਦੀ ਗੱਲ 'ਚ ਵਾਧਾ ਕਰਦੇ ਆ। ਬੱਸਾਂ ਜਿਹੜੀਆਂ 80 ਤੱਕ ਗਈਆਂ ਬਠਿੰਡੇ 'ਚੋਂ ਗਈਆਂ ਜੀ। ਸਾਰੇ ਪੰਜਾਬ ਦੇ ਵਿੱਚ ਜੇ ਦੇਖੀਏ ਤਾਂ ਲਗਭਗ 150 ਬੱਸ ਗਈ ਹੈ ਜੀ। ਔਰ ਇੱਕ ਬੱਸ ਦੇ ਨਾਲ 3 ਡਰਾਈਵਰ ਗਏ ਹੈ ਜੀ। 3 ਡਰਾਈਵਰਾਂ ਤੋਂ ਘੱਟ ਬੱਸ ਚੱਲ ਨਹੀਂ ਸਕਦੀ ਸੀ, ਕਿਉਂਕਿ 12 ਘੰਟੇ ਦੀ ਲਗਾਤਾਰ ਵੀ ਚਲਾਉਂਦੇ ਆ। ਬੰਦੇ ਨੇ ਮਾੜਾ ਮੋਟਾ ਕਿਤੇ ਅੱਖ ਵੀ ਲੱਗਦੀ ਹੈ, ਐਕਸੀਡੈਂਟ ਹੋ ਸਕਦੇ ਜੀ। ਹੁਣ ਤੱਕ ਜਿੰਨੇ ਵੀ ਸਾਡੇ ਕੋਲੇ ਮਤਲਬ ਸਾਡੇ ਸ਼ਰਧਾਲੂ ਪਹੁੰਚੇ, ਬੱਸਾਂ ਪਹੁੰਚੀਆਂ, ਸ਼ੁਕਰ ਹੈ ਕਿ ਕੋਈ ਹਾਦਸਾ ਵਗੈਰਾ ਨਹੀਂ ਹੋਇਆ ਜੀ। ਜਿਹੜਾ ਮੁੰਡੇ ਦੀ ਇੱਕ ਡਰਾਈਵਰ ਦੀ ਇਹਨਾਂ ਨੇ ਗੱਲ ਕੀਤੀ ਹੈ, ਉਹ ਡਰਾਈਵਰ ਜਿਹੜਾ ਧਨੌਲੇ ਤੋਂ ਜਿਹੜੀ PRTC ਨੇ ਕਿਲੋਮੀਟਰ ਸਕੀਮ ਦੇ ਉੱਤੇ ਪ੍ਰਾਈਵੇਟ ਬੱਸਾਂ ਲਗੇ ਜੀ, ਉਸ ਬੱਸ ਦਾ ਡਰਾਈਵਰ ਸੀ। ਉਹ ਤਾਂ ਵਿਚਾਰਾ ਅਜੇ ਇੱਥੋਂ ਨਿਕਲੇ ਹੀ ਸੀ ਆਪਣੇ ਬੱਸ ਲੈ ਕੇ, ਉਹ ਰਸਤੇ ਵਿੱਚ ਦੌਰਾ ਪੈ ਗਿਆ ਸੀ। ਉਹ ਪੰਜਾਬ 'ਚ ਹੀ ਸੀ ਜੀ, ਉਹ ਤਾਂ ਦੌਰੇ ਨਾਲ ਜਾਣਵੇ ਹੋਇਆ ਸੀ। ਪਰ ਇਹ 3 ਡਰਾਈਵਰ ਗਏ ਹੈ ਜੀ। ਅਗਲੀ ਗੱਲ ਮੈਂ ਦੱਸਾਂ ਥੋੜਾ ਜਿਹਾ ਕਿ ਇਹ ਜਿਹੜਾ ਸਾਡਾ ਭਾਰਤ ਦਾ ਸਟਰਕਚਰ ਹੈ, ਇੱਥੇ 3 ਕਿਸਮ ਦੇ ਸਿਸਟਮ ਚੱਲਦਾ ਹੈ ਜੀ। ਇੱਕ ਹੈਗਾ ਸਟੇਟ ਸਬਜੈਕਟ, ਉਸ ਦਾ ਮਾਮਲੇ ਉਹ ਹੈ ਜਿਹਦੇ ਸਟੇਟ ਗਵਰਨਮੈਂਟ ਦੇ ਅਖਤਿਆਰ 'ਚ ਹੈ, ਜਿਵੇਂ ਬੱਸਾਂ ਭੇਜਣੀਆਂ ਵਗੈਰਾ ਵਗੈਰਾ। ਪਰ ਬੱਸਾਂ ਜਿਵੇਂ ਦੂਜੇ ਰਾਜ ਦੇ ਵਿੱਚ ਭੇਜਣੀਆਂ, ਜਿੰਨਾ ਰਾਹਾਂ ਵਿੱਚ ਦੀ ਲਾਕਡਾਊਨ ਦੇ ਵਿੱਚ ਟੱਪਣੀਆਂ ਪ੍ਰਵਾਨਗੀ ਉਹਨਾਂ ਦੀ ਵੀ ਲੈਣੀ ਪਈ ਹੈ ਜਾਂ ਸੈਂਟਰ ਦੀ ਪ੍ਰਵਾਨਗੀ ਲੈਣੀ ਪਈ ਜੀ। ਜਿੱਥੋਂ ਤੱਕ ਜਿਹੜੀ ਹੈਗੀ ਹੈ ਰੇਲਵੇ ਟੋਟਲ ਦੀ ਟੋਟਲ ਕੇਂਦਰ ਸਰਕਾਰ ਦੇ ਮੁਤਹਿਤ ਹੈ ਜੀ। ਮੈਂ ਸਾਡੇ ਦੋਸਤ ਨੂੰ ਦੱਸ ਦੇਵਾਂ ਕਿ ਸਭ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਚਿੱਠੀ ਇੱਕ ਨਹੀਂ 3-4 ਚਿੱਠੀਆਂ ਲਿਖੀਆਂ ਸੀ ਜੀ।
ਰੇਲਵੇ ਮੰਤਰੀ ਨੂੰ ਲਿਖੀ ਸੀ, ਗ੍ਰਹਿ ਮੰਤਰੀ ਨੂੰ ਲਿਖੀ ਸੀ, ਪ੍ਰਧਾਨ ਮੰਤਰੀ ਨੂੰ ਲਿਖਿਆ ਸੀ ਕਿ ਸਾਨੂੰ ਰੇਲ ਦੇ ਦਿਓ, ਅਸੀਂ ਰੇਲ ਦਾ ਖਰਚਾ ਚੱਕਣ ਨੂੰ ਤਿਆਰ ਹਾਂ ਸਾਰੇ, ਅਸੀਂ ਆਪਣੇ ਬੰਦਿਆਂ ਨੂੰ ਰੇਲ ਰਾਹੀਂ ਲੈ ਆਈਏ। ਲੇਕਿਨ ਭਾਰਤ ਸਰਕਾਰ ਨੇ ਰੇਲ ਨਹੀਂ ਪ੍ਰੋਵਾਈਡ ਕੀਤੀ। ਉਹਨਾਂ ਨੇ ਕਹਿਤਾ ਜੀ ਬਿਲਕੁਲ ਆਵਾਜਾਈ ਬੰਦ ਆ, ਅਸੀਂ ਨਹੀਂ ਦੇਵਾਂਗੇ ਰੇਲ, ਸਿਰਫ ਤੇ ਸਿਰਫ ਗੁਰਸ ਟ੍ਰੇਨ ਦੀ ਚੱਲਣਗੀਆਂ, ਹੋਰ ਕੋਈ ਟ੍ਰੇਨ ਮੁਸਾਫਰਾਂ ਵਾਲੀ ਤਾਂ ਚੱਲੂਗੀ ਨਹੀਂ। ਇਸ ਕਰਕੇ ਸਮੱਸਿਆ ਬਹੁਤ ਵੱਡੀ ਆਈ ਵੀ ਹੈ। ਬਿਲਕੁਲ ਤੁਹਾਡੀ ਗੱਲ ਠੀਕ ਆ, ਖਰਚਾ ਵੀ ਘੱਟ ਆਉਣਾ ਸੀ, ਰਿਸਕ ਵੀ ਕਵਰ ਹੋਣਾ ਸੀ, ਔਰ ਨਾਲ ਜਿਹੜਾ ਹੈਗਾ ਜੇ ਇੱਕ ਟ੍ਰੇਨ ਦੀ ਬਜਾਏ 2 ਟ੍ਰੇਨਾਂ ਹੋਣੀਆਂ ਸੀ, ਸੋਸ਼ਲ ਡਿਸਟੈਂਸ ਵਾਲੀ ਗੱਲ ਵੀ ਹੋਣੀ ਸੀ, ਦੂਰ ਦੂਰ ਰੱਖੇ ਜਾਣੇ ਸੀਗੇ। ਪਰ ਇੱਥੇ ਵੀ ਸੋਸ਼ਲ ਡਿਸਟੈਂਸ ਵਾਲੀ ਗੱਲ ਕੀਤੀ ਕਰਾਈ ਹੈ, ਪਰ ਉਹ ਸੋਸ਼ਲ ਡਿਸਟੈਂਸ ਨਹੀਂ ਹੋ ਸਕਦਾ ਬੱਸਾਂ 'ਚ ਜਿਹੜਾ ਸੋਸ਼ਲ ਡਿਸਟੈਂਸ ਟ੍ਰੇਨ 'ਚ ਹੋ ਸਕਦਾ। ਜੀ ਆਪਾਂ ਕਾਲ ਲੈ ਲਈਏ ਜੀ। ਹਾਂਜੀ ਵੀਰ ਜੀ, ਸਵਾਗਤ ਹੈ ਤੁਹਾਡਾ, ਤੁਸੀਂ ਆਉਣੇ ਰਹੋ। ਸਤਿ ਸ਼੍ਰੀ ਅਕਾਲ ਸੁਖਵਿੰਦਰ ਸਿੰਘ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਵੀਰ ਜੀ। ਕੀ ਹਾਲ ਚਾਲ ਨੇ? ਚੜ੍ਹਦੀ ਕਲਾ, ਤੁਸੀਂ ਸੁਣਾਓ? ਬਹੁਤ ਵਧੀਆ ਪ੍ਰੋਗਰਾਮ ਜੀ, ਮੈਂ ਸੁਣ ਰਿਹਾ ਸੀਗਾ, ਬਹੁਤ ਵਧੀਆ ਪ੍ਰੋਗਰਾਮ ਜੀ। ਮੈਂ ਸੁਖਵਿੰਦਰ ਸਿੰਘ ਕਹਿਣਾ ਚਾਹੁੰਦਾ, ਇੱਕ ਤਾਂ ਜਿਹੜਾ ਕਹਿੰਦੇ ਆ ਵੀ ਟਰੂਡੋ ਨੇ ਬਹੁਤ ਵਧੀਆ ਕੀਤਾ, ਕੋਈ ਸ਼ੱਕ ਨਹੀਂ ਹੈ। ਇਸ ਵੇਲੇ ਜੇ ਆਪਾਂ ਕੰਪੇਅਰ ਕਰੀਏ ਸਾਰੇ ਵਰਲਡ ਨੂੰ, ਤੇ ਜਿਹੜਾ ਬੈਸਟ ਪ੍ਰਧਾਨ ਮੰਤਰੀ ਇਸ ਵੇਲੇ ਜਿਹੜਾ ਇਹਨਾਂ ਹਾਲਾਤਾਂ ਵਿੱਚ, ਐਮਰਜੈਂਸੀ ਹਾਲਾਤਾਂ 'ਚ, ਕਿਉਂਕਿ ਸਾਡੀ ਲਾਈਫ ਦੇ ਵਿੱਚ ਅਸੀਂ ਜਿਹੜੀ ਮਹਾਂਮਾਰੀ ਆ ਪਹਿਲੀ ਵਾਰੀ ਦੇਖੀ, ਬਜ਼ੁਰਗਾਂ ਤੋਂ ਸੁਣਦੇ ਹੁੰਦੇ ਸੀ ਪਲੇਗ ਪੈ ਗਈ, 3 ਲੋਕ ਮਰ ਗਏ, ਇੱਦਾਂ ਹੋ ਗਿਆ ਹਨਾ ਜੀ। ਤੇ ਹਾਂ, ਇੱਕ ਜ਼ਰੂਰ ਗਲਤੀ ਹੋਈ ਹੈ, ਮਿਸਟੇਕ ਮੰਨਦੇ ਅਸੀਂ। ਉਹਨਾਂ ਨੇ ਸੋਚਿਆ ਸੀ ਸ਼ਾਇਦ ਇੰਨਾ ਨਹੀਂ ਹੋਣਾ, ਜਦੋਂ ਚਾਈਨਾ ਜਾਂ ਇਰਾਨ ਦੇ ਵਿੱਚ ਸੀ ਜਾਂ ਇਟਲੀ 'ਚ ਸੀ, ਕਿਉਂਕਿ ਸਾਡੇ ਕੰਟਰੀ 'ਚ ਬਾਹਰੋਂ ਆਇਆ ਇਹ ਵਾਰ। ਬਿਲਕੁਲ। ਤੇ ਉਹ ਜ਼ਰੂਰ ਕਮਜ਼ੋਰੀ ਹੈ ਜੀ। ਜਦੋਂ 에ਅਰਪੋਰਟ ਤੇ ਲੋਕ ਆਏ ਆ ਤਾਂ ਉਹਨਾਂ ਨੂੰ ਕੋਈ ਪੁੱਛਿਆ ਗਿਆ ਨਹੀਂ ਗਿਆ, ਉਹਦੀ ਕੋਈ ਸਕਰੀਨਿੰਗ ਨਹੀਂ ਹੋਈ ਤੇ ਤਾਂ ਹੀ ਸਪੈਡ ਹੋਇਆ। ਹਾਂ, ਇਹ ਮਿਸਟੇਕ ਹੈਗੀ ਆ ਪਹਿਲਾਂ ਬਿਗਨਿੰਗ ਦੇ ਵਿੱਚ, ਪਰ ਉਹ ਪ੍ਰਧਾਨ ਮੰਤਰੀ ਨਹੀਂ ਕਹਿ ਸਕਦੇ। ਉਹ ਜਿਹੜੀ ਮੈਡੀਕਲ ਜਾਂ ਹੈਲਥ ਮਿਨਿਸਟਰ ਆ, ਜਿਹੜੀ ਟੀਮ ਹੁੰਦੀ ਆ, ਜਿਹੜੀ ਜ਼ਿੰਮੇਵਾਰੀ ਹੁੰਦੀ ਆ ਜੀ, ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਐਡਵਾਈਸ ਕਰਨਾ ਹੁੰਦਾ। ਉਹਨਾਂ ਦੀ ਮਿਸਟੇਕ ਹੈ ਉਸ ਟੀਮ ਦੀ ਕਿ ਉਹਨਾਂ ਨੇ ਇਸ ਨੂੰ ਲਾਈਟਲੀ ਲਿਆ ਜੀ। ਤੇ ਮੈਂ 에ਅਰਪੋਰਟ ਤੇ ਜਾਂਦਾ ਰਿਹਾ ਕਲਾਇੰਟਾਂ ਨੂੰ ਲੈਣ, ਉੱਥੇ ਕੋਈ ਸਕਰੀਨਿੰਗ ਨਹੀਂ ਸੀ, ਸਿਰਫ 1-2 ਸਾਲ ਪਿੱਛੇ ਜਾਂਦੇ, ਤੂੰ ਚਾਈਨਾ ਕਦੋਂ ਗਿਆ ਆ, ਚਾਈਨਾ ਤੋਂ ਤਾਂ ਨਹੀਂ ਆਇਆ, 2-3 ਗੱਲਾਂ ਪੁੱਛ ਕੇ ਤਾਂ ਬਸ ਉਹਨੂੰ ਕਰ ਦਿੱਤਾ। ਈਵਨ ਮਾਰਚ 20 ਤੱਕ ਇਹ ਗੱਲ ਹੁੰਦੀ ਰਹੀ ਹੈ ਜੀ। ਬਸ ਲੋਕਡਾਊਨ ਕਰਨ ਦੇ ਵਿੱਚ ਜਿਹੜੇ ਲੇਟ ਹੋਏ ਆ, ਜਿਹੜਾ ਅਵੇਅਰਨੈਸ ਪਹਿਲਾਂ ਕਰਨੀ ਚਾਹੀਦੀ ਸੀ ਬਿਗਨਿੰਗ 'ਚ ਮਾਰਚ ਦੇ, ਉਹ ਮਿਸਟੇਕ ਜ਼ਰੂਰ ਹੋਈ ਆ। ਪਰ ਉਦੋਂ ਬਾਅਦ 'ਚ ਜਦੋਂ ਬਿਮਾਰੀ ਫੈਲੀ ਆ, ਉਦੋਂ ਬਾਅਦ 'ਚ ਬਹੁਤ ਵਧੀਆ ਕੰਮ ਕੀਤਾ ਐਜ਼ ਏ ਪ੍ਰਧਾਨ ਮੰਤਰੀ ਕੰਟਰੀ ਦਾ। ਦੇਖੋ ਜੀ, ਅਸੀਂ ਟੈਕਸ ਪੇ ਰਹੇ ਹਾਂ, ਅਸੀਂ ਹਾਊਸ ਵਾਈਫ ਨੇ ਉੱਤੇ ਵੀ ਟੈਕਸ ਦਿੰਦੇ ਹਾਂ, ਅਸੀਂ ਜੌਬ ਕਰਦੇ ਹਾਂ ਉੱਥੇ 30 ਤੋਂ 35% ਟੈਕਸ ਸਾਡਾ ਕੱਟਿਆ ਜਾਂਦਾ, ਫਿਰ ਅਸੀਂ ਕੋਈ ਚੀਜ਼ ਵਾਈ ਕਰਦੇ ਹਾਂ ਤਾਂ ਟੈਕਸ ਕਟਾ ਕੇ ਫਿਰ ਤੇ ਟੈਕਸ 15% ਅਸੀਂ ਦਿੰਦੇ ਹਾਂ। ਤੋ ਸਾਡੀ ਟੈਕਸ ਦਿੱਤਾ ਹੋਇਆ, ਜੇ ਸਾਨੂੰ ਪ੍ਰਧਾਨ ਮੰਤਰੀ ਦੇ ਰਿਹਾ, ਅਸੀਂ ਟੈਕਸ ਪੇਅਰ ਟੈਕਸ ਦਿੱਤਾ ਹੋਇਆ ਤੇ ਉਹ ਸਾਨੂੰ ਰਿਟਰਨ ਕਰ ਰਿਹਾ ਤੇ ਬੈਸਟ ਆ। ਕੋਈ ਵੀ ਕਿਸੇ ਵੀ ਕੰਟਰੀ 'ਚ ਇਦਾਂ ਦੇ ਬੈਨੀਫਿਟ ਨਹੀਂ ਮਿਲੇ ਜਿੱਦਾਂ ਦੇ ਕੈਨੇਡਾ ਦੇ ਵਿੱਚ ਲੋਕਾਂ ਨੂੰ ਇਸ ਟਾਈਮ ਤੇ ਗੌਰਮੈਂਟ ਨੇ ਦਿੱਤੇ। ਡਜ਼ਨਟ ਮੈਟਰ ਕਿਹੜੀ ਪਾਰਟੀ ਨਾਲ ਬਿਲੋਂਗ ਕਰਦਾ ਜੀ। ਹਾਂਜੀ, ਦੂਜੀ ਗੱਲ ਮੈਂ ਸਿਰਫ ਇੱਕ ਲਾਈਟਲੀ ਜੀ ਨਿਊਜ਼ ਢਿੱਲੋਂ ਵੀਰ ਤੋਂ ਪੁੱਛਣਾ, ਕੱਲ ਸੋਸ਼ਲ ਮੀਡੀਆ ਤੇ ਬੜੀ ਵਾਇਰਲ ਹੋਈ ਇੱਕ ਨਿਊਜ਼, ਇਹਨਾਂ ਦੇ ਜ਼ਿਲ੍ਹੇ ਨਾਲ ਤੇ ਇਹਨਾਂ ਦੇ ਸ਼ਹਿਰ ਨਾਲ ਬਿਲੋਂਗ ਹੈ। ਬਾਦਲ ਰੋਡ ਆ ਜੀ, ਉੱਥੇ ਚੌਕ ਆ, ਉਹਦੇ ਵਿੱਚ 4-4, 5-5 ਫੁੱਟ ਦੇ ਖੱਡੇ ਦੇਖੇ ਗਏ। ਇੱਕ ਟਰੱਕ ਮੈਂ ਦੇਖਿਆ ਉੱਥੇ ਉਲਟ ਚੱਲਿਆ ਸੀਗਾ ਤੇ ਬਹੁਤ ਮੰਦੀ ਹਾਲਤ ਹੈ। ਤੇ ਮੈਂ ਹੈਰਾਨ ਆ ਜੀ, 10 ਸਾਲ ਬਾਦਲਾਂ ਦਾ ਰਾਜ ਉੱਥੇ ਰਿਹਾ ਤੇ ਇਸ ਵੇਲੇ ਵੀ ਜਿਹੜਾ ਫਾਈਨੈਂਸ ਮਿਨਿਸਟਰ ਆ ਉਹ ਵੀ ਉੱਥੇ ਦਾ ਬਠਿੰਡੇ ਦਾ ਜੀ, ਮਨਪ੍ਰੀਤ ਸਿੰਘ ਬਾਦਲ। ਤੇ ਉਹ ਰੋਡ ਦਾ, ਚੌਂਕ ਦਾ ਇੰਨਾ ਮੰਦਾ ਹਾਲ ਆ। ਬਾਕੀ ਢਿੱਲੋਂ ਵੀਰ ਜੀ ਉੱਥੇ ਗਰਾਊਂਡ ਫਲੋਰ ਤੇ ਨੇ, ਇਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਉਹ ਕੀ ਚੱਕਰ ਆ, ਉਹ ਬੜੀ ਮੰਦੀ ਖਾਸੀ ਹਾਲਤ ਹੈ ਜੀ ਉਸ ਚੌਂਕ ਦੀ, ਬਾਦਲ ਰੋਡ ਉਹਨੂੰ ਕਹਿੰਦੇ ਜੀ। ਜੀ ਢਿੱਲੋਂ ਸਾਹਿਬ। ਬਿਲਕੁਲ ਜੀ, ਜਦੋਂ ਡੱਬ ਵਾਲੀ ਰੋਡ ਚੋਂ ਬਾਦਲ ਰੋਡ ਨਿਕਲਦੀ ਹੈ ਤੇ ਉਹ ਤੋਂ ਅੱਗੇ ਜਾ ਕੇ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਆਉਂਦੀ ਹੈ ਜੀ, ਨਾਲ ਹੀ ਇੱਕ ਬ੍ਰਿਜ ਸ਼ੁਰੂ ਹੋ ਜਾਂਦਾ ਹੈ। ਉਹ ਬ੍ਰਿਜ ਜਿਹੜਾ ਹੈਗਾ ਜੀ, ਉਹ ਬ੍ਰਿਜ ਪੰਜਾਬ ਸਰਕਾਰ ਨੇ ਬਣਾਇਆ ਸੀ ਉਸ ਵੇਲੇ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਹੁੰਦੇ ਸੀ। ਇਹਨਾਂ ਦੀ 10 ਸਾਲ ਸਰਕਾਰ ਚੱਲੀ ਸੀ ਜੀ। ਕਾਰਨ ਇਹ ਸੀਗਾ ਕਿ ਸਾਰੇ ਬ੍ਰਿਜ ਜਿਹੜੇ ਹੈਗੇ ਓਵਰ ਬ੍ਰਿਜ ਬਣਾ ਦਿੱਤੇ ਸੀ ਰੇਲਵੇ ਵਾਲਿਆਂ ਨੇ, ਇਹਦੀ ਪ੍ਰਵਾਨਗੀ ਨਹੀਂ ਮਿਲੀ ਸੀ। ਇਹਨਾਂ ਨੇ PWD ਦੇ ਰਾਹੀਂ ਕਿਹਾ ਜੀ ਅਸੀਂ ਤਾਂ ਆਪ ਹੀ ਬਣਾ ਲਾਂਗੇ ਕਿਉਂਕਿ ਸਾਡੇ ਪਿੰਡ ਨੂੰ ਰਸਤਾ ਚਾਹੀਦਾ ਹੈ। ਜਿੱਥੇ ਪੁਲ ਲਹਿੰਦਾ ਹੈ ਉੱਥੇ ਇੱਕ ਸੜਕ ਜਿਹੜੀ ਹੈਗੀ ਹੈ ਜਿਹਨੂੰ ਅਸੀਂ ਰਿੰਗ ਰੋਡ 2 ਕਹਿ ਦਿੰਦੇ ਆ, ਉਹ ਸੜਕ ਐਡੀ ਗੈਰ ਵਿਗਿਆਨਕ ਢੰਗ ਦੇ ਨਾਲ ਟੇਢੀ ਸੜਕ ਲਿਆ ਕੇ ਉੱਥੋਂ ਉਹਦੇ ਕੱਟ ਦਿੱਤੀ ਹੋਈ ਹੈ। ਪਹਿਲਾਂ ਦੂਜੇ ਪਾਸਿਓਂ ਆਉਂਦੀ ਹੈ ਗੱਡੀ, ਟਰੱਕ ਆਉਂਦਾ, ਲੋਡਡ ਟਰੱਕ ਹੁੰਦਾ ਹੈ, ਟਰੱਕ ਉਹ ਮੋੜ ਕੇ ਆਉਂਦਾ। ਅਗਰ ਜਿਹੜੀ ਉਹ ਤੋਂ ਪਹਿਲਾਂ ਪਿਛਾਂਹ ਇੱਕ ਹੋਰ ਸੀਗੀ ਉੱਥੇ ਉਹ ਬਣ ਸਕਦੀ ਸੀ, ਬਾਦਲ ਵਾਲੇ ਪਾਸੇ ਨੂੰ ਨਰੂਆਣੇ ਕੋਲੇ ਸੜਕ ਆਉਂਦੀ ਹੈ ਉਹਦੇ ਨਾਲ ਰਲ ਸਕਦੀ ਸੀ।
ਲੇਕਿਨ ਕਿਉਂਕਿ ਆਪਣੇ ਮਿੱਤਰਾਂ ਦੀਆਂ ਜ਼ਮੀਨਾਂ ਨੂੰ ਬਚਾਉਣ ਵਾਸਤੇ, ਕੁਛ ਨੂੰ ਵੱਧ ਮੁਆਵਜ਼ਾ ਦੇਣ ਵਾਸਤੇ ਜਿਹੜੀ ਬੇਈਮਾਨੀ ਹੈ ਇਹ ਉਸ ਵੇਲੇ ਆਈ ਸੀ। ਉਦੋਂ ਵੀ ਅਸੀਂ ਲੋਕਾਂ ਨੇ ਜਿਹੜੇ ਅਖਬਾਰਾਂ 'ਚ ਕੰਮ ਕਰਦੇ ਆ, ਅਸੀਂ ਇਹ ਮਾਮਲਾ ਉਠਾਇਆ ਸੀ ਕਿ ਇਹਦੇ ਨਤੀਜੇ ਭੁਗਤਣੇ ਪੈਣਗੇ। ਜਿਵੇਂ ਭਾਈ ਸਾਹਿਬ ਨੇ ਕਹੀ ਹੈ, ਵੀਰ ਜੀ ਨੇ ਗੱਲ ਕਹੀ ਹੈ ਕਿ ਪ੍ਰਕਾਸ਼ ਸਿੰਘ ਬਾਦਲ 10 ਸਾਲ ਮੁੱਖ ਮੰਤਰੀ ਰਹੇ ਜਾਂਦਾ ਹੈ, ਉਹਨਾਂ ਦਾ ਬੇਟਾ ਡਿਪਟੀ ਮੁੱਖ ਮੰਤਰੀ ਸੀ। ਇਹ ਤਾਂ ਭਾਵੇਂ ਸਾਰੀ ਕੰਕਰੀਟ ਦੀ ਸੜਕ ਬਣਾ ਦਿੰਦੇ। ਤੁਸੀਂ ਸੁਖਬੀਰ ਸਿੰਘ ਬਾਦਲ ਦੇ ਭਾਸ਼ਣ ਸੁਣੇ ਹੋਣੇ, ਉਹ ਕਹਿੰਦੇ ਹੁੰਦੇ ਸੀ ਇਹੋ ਜਿਹੀਆਂ ਸੜਕਾਂ ਬਣਾਵਾਂਗੇ ਪੰਜਾਬ ਦੇ ਵਿੱਚ ਵੀ ਭਾਵੇਂ ਬੰਬ ਸਿੱਟ ਦੇ ਸੜਕਾਂ ਨਹੀਂ ਟੁੱਟਣਗੀਆਂ। ਜਾਂ ਜਿਹੜੀ ਲੁਧਿਆਣੇ ਤੋਂ ਫਿਰੋਜ਼ਪੁਰ ਨੂੰ ਸੜਕ ਜਾਂਦੀ ਹੈ, ਉਹਦੇ ਬਾਰੇ ਕਹਿੰਦੇ ਹੁੰਦੇ ਸੀ ਕਿ ਤੁਸੀਂ ਏਦਾਂ ਕਰਿਓ, ਡੈਸ਼ਬੋਰਡ ਦੇ ਉੱਤੇ ਪੈਗ ਧਰ ਦਿਓ, ਤੁਹਾਡਾ ਪੈਗ ਨਹੀਂ ਡੁੱਲੂਗਾ, ਆਰਾਮ ਨਾਲ ਪੀਂਦੇ ਜਾਇਓ, ਸੜਕ ਐਡੀ ਵਧੀਆ ਬਣ ਜੂਗੀ। ਲੇਕਿਨ ਆਪਣੇ ਪਿੰਡ ਨੂੰ ਜਾਣ ਵਾਲੀ ਸੜਕ ਹੈ ਜਿਹੜੀ ਉਹ ਐਡੀ ਨਿਕੰਮੀ ਬਣੀ ਹੈ, ਖਾਸ ਕਰਕੇ ਜਿਹੜਾ ਉਹਨੂੰ ਅਸੀਂ ਦਾਦੀ ਪੋਤੀ ਚੌਕ ਕਹਿੰਦੇ ਆ, ਉਹ ਦਾਦੀ ਪੋਤੀ ਵਾਲਾ ਚੌਕ ਜਿਹੜੀ ਹੈ ਉਹਦਾ ਬਹੁਤ ਬੁਰਾ ਹਾਲ ਹੈ। ਉਹਨਾਂ ਨੇ ਜਿਹੜੀ ਕਚਾਈ ਛੱਡੀ ਸੀ, ਜਿਹੜੀ ਉਹਨਾਂ ਤੋਂ ਕਮੀ ਪੇਸ਼ੀ ਰਹੀ ਸੀ, ਉਹ ਮੌਜੂਦਾ ਵਿੱਤ ਮੰਤਰੀ ਸਰਦਾਰ ਮਨਪ੍ਰੀਤ ਸਿੰਘ ਬਾਦਲ ਕਰ ਸਕਦਾ ਸੀ। ਮਨਪ੍ਰੀਤ ਸਿੰਘ ਬਾਦਲ ਨੁਮਾਇੰਦਾ ਜ਼ਰੂਰ ਬਠਿੰਡੇ ਤੋਂ ਹੈ, ਲੇਕਿਨ ਪਿੰਡ ਤਾਂ ਉਹਦਾ ਵੀ ਬਾਦਲ ਹੀ ਹੈ। ਇਹ ਉਹਨਾਂ ਦਾ ਸਕਾ ਹੀ, ਚਾਚੇ ਤਾਇਆਂ ਦੇ ਪੁੱਤ ਹੈ, ਉਹਨਾਂ ਦਾ ਵੀ ਹੈ। ਮੇਰਾ ਪਿੰਡ ਵੀ ਉਸੇ ਸੜਕ ਤੇ ਪੈਂਦਾ, ਪਰ ਮੈਂ ਤਾਂ ਕੁਛ ਕਰਨ ਜੋਗਰਾ ਨਹੀਂ। ਅਸੀਂ ਤਾਂ ਵੱਧ ਤੋਂ ਵੱਧ ਰੌਲਾ ਪਾ ਸਕਦੇ ਹਾਂ, ਜਿਹੜਾ ਵੀਰ ਜੀ ਨੇ ਕੈਨੇਡਾ ਬੈਠਿਆ ਪਾ ਦਿੱਤਾ ਹੈ, ਉਹਨੂੰ ਮੈਂ ਥੋੜਾ ਜਿਹਾ ਠੁਮਣਾ ਗਾਹ ਲਾ ਦੇਣਾ। ਮਤਲਬ ਕੁੱਲ ਮਿਲਾ ਕੇ ਤੁਸੀਂ ਇਹ ਦੇਖੋ ਕਿ ਸਾਡਾ ਜਦੋਂ ਅਸੀਂ ਕੰਸਟਰਕਸ਼ਨ ਕਰਾਉਣੇ ਆ, ਸੜਕਾਂ ਕਰਾਉਣੇ ਆ, ਚੀਫ ਮਿਨਿਸਟਰ ਦੇ ਪਿੰਡ ਨੂੰ ਬਣਨ ਵਾਲੀਆਂ ਸੜਕਾਂ ਦੇ ਵਿੱਚ ਵੀ ਜੇ ਕਮੀ ਹੈ, ਸਰਕਾਰ ਗਈ ਨੂੰ ਤਾਂ ਹਾਲੇ 3 ਸਾਲ ਹੋਏ, 3 ਸਾਲ ਦੇ ਵਿੱਚ ਸੜਕ ਦਾ ਬੁਰਾ ਹਾਲ ਹੋ ਗਿਆ, ਉੱਥੇ ਐਡੇ ਖੱਡੇ ਹੋ ਗਏ। ਡੇਲੀ ਐਕਸੀਡੈਂਟ ਵਾਲੀ ਗੱਲ ਹੈ, ਬਹੁਤ ਐਕਸੀਡੈਂਟ ਹੁੰਦੇ ਆ, ਬੜੇ ਜਾਨੀ ਨੁਕਸਾਨ ਹੁੰਦੇ ਆ। ਅਜੇ ਵੀ ਮੈਂ ਤਾਂ ਇੰਨੀ ਕੁ ਬੇਨਤੀ ਕਰੂੰਗਾ ਮਨਪ੍ਰੀਤ ਸਿੰਘ ਬਾਦਲ ਨੂੰ ਕਿ ਭਾਈ ਸਾਹਿਬ, ਜੇ ਤੁਹਾਡੇ ਪਰਿਵਾਰ ਤੋਂ ਬਾਕੀ ਜੋ ਕਸਰ ਰਹਿ ਗਈ ਹੈ, ਕਿਰਪਾ ਕਰਕੇ ਤੁਸੀਂ ਇਹਦੀ ਰਿਪੇਅਰ ਕਰਵਾ ਦਿਓ। ਇਹਨੂੰ ਇੰਨਾ ਕੁ ਟੋਟਾ ਜੇ ਕੰਕਰੀਟ ਦਾ ਬਣ ਜੇ, ਘੱਟੋ ਘੱਟ ਜਿੱਥੋਂ ਦੀ ਬਹੁਤ ਹੈਵੀ ਗੱਡੀਆਂ ਟੱਪਦੀਆਂ ਉਹ ਕੰਕਰੀਟ ਦਾ ਹੋ ਜੇ ਤਾਂ ਰੱਪੜੀ ਮੁੱਕ ਜੇ। ਬਿਲਕੁਲ ਜੀ, ਐਸਐਸਏ ਨੂੰ ਸਪਾਂਸਰ ਕੀਤਾ ਵਨ ਟੱਚ ਕਮਿਊਨੀਕੇਸ਼ਨ ਨੇ। ਜੇ ਤੁਸੀਂ ਬਹੁਤ ਵਧੀਆ ਫੋਨ ਦੀਆਂ ਡੀਲਾਂ ਲੈਣੀਆਂ ਚਾਹੁੰਦੇ ਹੋ, ਟਰੱਕ ਚਲਾਉਣੇ ਕੈਨੇਡਾ ਅਮਰੀਕਾ ਨੂੰ, ਸੁਖਦੇਵ ਸਿੰਘ ਥਾਪਰ ਉਹਨਾਂ ਨੂੰ ਕਾਲ ਕਰ ਸਕਦੇ ਹੋ। ਅਨਲਿਮਟਿਡ ਇੰਟਰਨੈਟਾਂ ਦੀਆਂ ਡੀਲਾਂ ਬਹੁਤ ਆਈਆਂ ਉਹਨਾਂ ਕੋਲ, 905 203 3636 ਤੇ ਟਿਕਟਾਂ ਬਾਰੇ ਜਾਣਕਾਰੀ ਲੈਣੀ ਜੇ ਉਹ ਲਿੰਕ ਟਰੈਵਲ ਨੂੰ ਕਾਲ ਕਰ ਸਕਦੇ ਹੋ। 416 293 8700। ਫਸਟ ਜਾਂ ਸੈਕੰਡ ਮੌਰਗੇਜ ਵਾਸਤੇ ਕਿਰਨ ਕੌਰ ਪੱਡਾ ਨੂੰ ਕਾਲ ਕਰ ਸਕਦੇ, 416 710 2020। ਸੋਮਲ ਵਾਚ ਕਲੌਕ ਐਂਡ ਪਾਰਟਸ, ਕਿਸੇ ਵੀ ਤਰ੍ਹਾਂ ਦੀ ਘੜੀ ਲੈਣੀ ਜਾਂ ਠੀਕ ਕਰਾਣੀ, 905 790 88। ਸੋਫਾ ਸਟੂਡੀਓ ਤੋਂ ਸ਼ਗਨਦੀਪ ਹੋਣੀ ਜੀ, ਐਲ ਸ਼ੇਪ ਸੋਫਾ ਕਸਟਮ ਮੇਡ ਬੈਸਟ ਕੁਆਲਿਟੀ 'ਚ ਬਣਾਉਣਾ ਚਾਹੁੰਦੇ ਹੋ ਤੇ 905 799 88 77। ਤੇ ਕੋਈ ਰੈਨੋਵੇਸ਼ਨ ਕਰਾਉਣੀ ਚਾਹੁੰਦੇ ਹੋ, ਬੇਸਮੈਂਟ ਦੀ ਜਾਂ ਲੀਗਲ ਕਰਾਉਣੀ ਚਾਹੁੰਦੇ ਹੋ, ਹਰਦਿਆਲ ਸਿੰਘ ਚੀਤਾ 647 409 99 15 ਤੇ ਕਾਲ ਕੀਤੀ ਜਾ ਸਕਦੀ ਹੈ। ਹਾਂਜੀ ਵੀਰ ਜੀ, ਸਵਾਗਤ ਹੈ ਤੁਹਾਡਾ 4747। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਕਾਫੀ ਪ੍ਰੋਗਰਾਮ ਬਿਜ਼ੀ ਲੱਗਦਾ, ਕਾਫੀ ਟਾਈਮ ਹੋਲਡ ਕਰਨਾ ਪੈਂਦਾ ਅੱਜ ਕੱਲ। ਸੋ ਸਟਾਰਟ ਮੈਂ ਕਰੂੰਗਾ, ਜਿਸ ਤਰ੍ਹਾਂ ਰਿਸ਼ੀ ਕਪੂਰ ਇੱਕ ਐਕਟਰ ਜਿਹਦੀ ਡੈਥ ਹੋਈ ਹੈ, ਸੋ ਉਹਦੇ ਨਾਲ ਰਿਲੇਟਡ ਮੀਡੀਆ ਤੇ ਔਰ ਸੋਸ਼ਲ ਮੀਡੀਆ ਤੇ ਲੋਕਾਂ ਨੇ ਬੜਾ ਕੁਛ, ਨੋ ਡਾਊਟ, ਜਿਸ ਤਰ੍ਹਾਂ ਕਿਹਾ ਜਾਂਦਾ ਕਿ ਦੁਸ਼ਮਣ ਮਰੇ ਤੋਂ ਖੁਸ਼ੀ ਨਾ ਕਰੀਏ, ਸੱਜਣਾ ਵੀ ਤੁਰ ਜਾਣਾ। ਸਾਨੂੰ ਗੱਲ ਵੀ ਕਰਨੀ ਚਾਹੀਦੀ, ਪਰ ਨਾਲ ਦੀ ਨਾਲ ਸਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਅੱਜ ਉਹੀ ਟਵੀਟ ਰਿਸ਼ੀ ਕਪੂਰ ਦਾ ਸੋਸ਼ਲ ਮੀਡੀਆ ਤੇ ਘੁੰਮ ਰਿਹਾ, ਜਿਹੜਾ ਉਹਨੇ ਸਾਡੇ ਕਾਤਲ KP ਗਿੱਲ ਦੇ ਬਾਰੇ ਜੋ ਕੁਛ ਲਿਖਿਆ ਸੀ, ਸਾਨੂੰ ਪਤਾ ਹੋਣਾ ਚਾਹੀਦਾ। ਦੂਸਰੀ ਗੱਲ, ਜਦੋਂ ਅਸੀਂ ਬੈਠ ਕੇ ਕਰਦੇ ਹਾਂ ਕਿ ਟਰੰਪ ਯੂ ਟਰਨ ਮਾਰ ਗਿਆ ਜਾਂ 3 ਟਰਨ ਮਾਰ ਗਿਆ, ਸੋ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ 29 ਅਪ੍ਰੈਲ 1986 ਨੂੰ ਸਰਬੱਤ ਖਾਲਸਾ ਹੁੰਦਾ ਹੈ। ਪੰਜਾਬ ਦੇ ਲੋਕ ਲੱਖਾਂ ਦੀ ਤਾਦਾਦ ਵਿੱਚ ਦਰਬਾਰ ਸਾਹਿਬ ਪਹੁੰਚਦੇ ਨੇ ਔਰ ਖਾਲਿਸਤਾਨ ਦਾ ਐਲਾਨਨਾਮਾ ਹੁੰਦਾ ਹੈ। ਕੋਈ ਉੱਥੇ ਸਟੇਟ ਵੱਲੋਂ ਇਕੱਠ ਨਹੀਂ ਹੈ, ਕੋਈ ਆਰਗੇਨਾਈਜੇਸ਼ਨ ਨਹੀਂ ਹੈ, ਆਮ ਲੋਕ ਹੁੰਦੇ ਨੇ। ਸੋ ਉਹ ਜਿਹੜੀ ਗੱਲ ਹੈ 37 ਮਿਲੀਅਨ ਕੌਮ ਦੀ ਗੱਲ ਹੈ, ਕਿਉਂਕਿ ਆਜ਼ਾਦੀ ਸਾਡਾ ਹੱਕ ਹੈ। ਸੋ ਅਸੀਂ ਕਿੰਨੇ ਕੁ ਜਿਹੜਾ ਭਾਰਤੀ ਮੀਡੀਆ ਔਰ ਦੂਜੇ ਤੀਜੇ ਪੱਤਰਕਾਰ ਉਹਦੇ ਉੱਪਰ ਕਿੰਨੇ ਕੁ ਪ੍ਰੋਗਰਾਮ ਕਰ ਰਹੇ ਆ, ਸਾਡੀ ਟਰਨ ਕਿੱਥੇ? ਅੱਜ ਲੋਕ ਕਿਤੇ ਕੇਜਰੀਵਾਲ ਆ ਗਿਆ, ਕਿਤੇ ਦੂਜਾ ਆ ਗਿਆ, ਕਿਤੇ ਤੀਜਾ ਉੱਠ ਗਿਆ, ਉਹਨੇ ਸੜਕ ਬਣਾਈ ਜਾਂ ਇਹਦੀ ਟੁੱਟ ਗਈ, ਸੋ ਅਸੀਂ ਕਿੱਥੇ ਬੈਠੇ ਹਾਂ? ਸੋ ਇਹ ਸਾਡੇ ਵਾਸਤੇ ਕਿੰਨੀ ਕੁ ਵੱਡੀ ਗੱਲ ਹੈ। ਨਿਊਜ਼ ਤਾਂ ਨਿਊਜ਼ ਹੁੰਦੀ ਹੈ, ਚਾਹੇ ਕੋਈ ਕੁੱਤਾ ਮਰ ਜਾਵੇ ਉਹ ਵੀ ਨਿਊਜ਼ ਹੁੰਦੀ ਹੈ, ਪਰ ਸਰਬੱਤ ਖਾਲਸੇ ਦਾ ਹੋਣਾ, ਲੱਖਾਂ ਲੋਕਾਂ ਦਾ ਇਕੱਠ ਹੋਣਾ, ਕੀ ਅਸੀਂ ਉਹ ਸਾਰਾ ਕੁਛ ਪਾ ਲਿਆ ਕਿ ਜਾਂ ਅਸੀਂ ਯੂ ਟਰਨ ਜਾਂ 3rd ਟਰਨ ਮਾਰ ਕੇ? ਸਾਨੂੰ ਇਹ ਦੇਖਣਾ ਪਊਗਾ। ਤੀਸਰੀ ਗੱਲ ਜਿਹੜੀ ਹੈ, ਟਰੰਪ ਦੇ ਮੁੱਦੇ ਨਜ਼ਰ ਮੈਂ ਦੇਖਦਾ ਹਾਂ, ਖਾਸ ਕਰਕੇ ਉਹ ਦੁਕਾਨਾਂ ਜਿਹੜੀਆਂ ਭਾਰਤ ਦੀਆਂ ਮੀਡੀਆ ਦੇ ਨਾਂ ਥੱਲੇ, ਕੋਈ ਸਾਊਥ ਏਸ਼ੀਅਨ, ਕੋਈ ਦੂਜਾ, ਕੋਈ ਤੀਜਾ, ਜਿਹੜੀਆਂ ਖੁੱਲੀਆਂ ਹੋਈਆਂ ਸੀ, ਪਹਿਲੇ ਦਿਨ ਤੋਂ ਇਹ ਕਹਿ ਰਹੇ ਸੀ ਕਿ ਇਹੀ ਲਾਣਾ ਜਿਹੜਾ ਅੱਜ ਜਦੋਂ ਵੀ ਕੋਈ ਗੱਲ ਹੁੰਦੀ ਹੈ, ਨਹੀਂ ਜੀ ਮੋਦੀ ਤੇ ਟਰੰਪ ਦਾ ਦੋਸਤ ਹੈ ਜੀ, ਅਮਰੀਕਾ ਤਾਂ ਇੰਡੀਆ ਦਾ ਬੜਾ ਵੱਡਾ ਦੋਸਤ ਹੋ ਗਿਆ ਹੈ, ਤਾਂ ਐਂ ਹੋ ਗਿਆ ਜੀ, ਉੱਥੇ ਰੈਲੀ ਕਰ ਲਈ ਜੀ, ਗੱਲ ਹੀ ਕੋਈ ਨਹੀਂ, ਤੁਸੀਂ ਪਟੀਸ਼ਨ ਪਾ ਲਓ ਜੀ, ਤੁਸੀਂ ਐਂ ਕਰ ਲਓ, ਫਲਾਨਾ ਕਰ ਦਿਆਂਗੇ, ਧਮਕਾ ਕਰ ਦਿਆਂਗੇ।
ਵੀ ਜਿੱਦਾਂ ਹੀ ਅਸਲੀਅਤ ਬਾਹਰ ਆਉਣ ਲੱਗੀ, ਜਿਹੜੀ ਅਸਲੀਅਤ ਹੈ ਕਿ ਅਮਰੀਕਾ ਔਰ ਇੰਡੀਆ ਦਾ ਕੋਈ ਵੀ ਮੇਲ ਨਹੀਂ ਹੈ, ਨਾ ਕੋਈ ਇਕਨੋਮਿਕ ਢੰਗ ਨਾਲ, ਨਾ ਉਹਨਾਂ ਦਾ ਜਿਹੜਾ ਸਿਸਟਮ ਹੈ। ਇੱਥੇ ਹਿਊਮਨ ਰਾਈਟਸ ਦੀ ਗੱਲ ਹੁੰਦੀ ਆ, ਉੱਥੇ ਹਿਊਮਨ ਦਾ ਕਤਲ ਹੁੰਦਾ। ਸੋ ਜਦੋਂ ਹੁਣ ਪਿਛਲੇ 2-4 ਦਿਨ ਤੋਂ H1 ਵੀਜ਼ੇ ਵਾਲੇ 2 ਲੱਖ ਨੂੰ ਹਿੰਦੁਸਤਾਨੀਆਂ ਨੂੰ ਕਹਿ ਦਿੱਤਾ ਭਾਈ ਬੰਨ ਲਓ ਆਪਣੀਆਂ ਚੱਪਲਾਂ ਪਾ ਲਓ ਗੱਡੀਆਂ 'ਚ ਤੇ ਚਲੋ ਵਾਪਸ ਨੂੰ, ਔਰ ਦੂਸਰੇ ਪਾਸੇ ਜਿਹੜੀਆਂ ਜਿਹੜਾ ਇਹ ਕਹਿ ਰਹੇ ਸੀ ਜੀ ਦੇਖੋ ਜੀ ਮੋਦੀ ਦੇ ਟਵੀਟ ਨੂੰ ਵਾਈਟ ਹਾਊਸ ਫੋਲੋ ਕਰਦਾ, ਉਹਨੂੰ ਅਨਫੋਲੋ ਕਰਕੇ ਪਰੇ ਮਾਰਿਆ ਇੱਕ ਜਿਵੇਂ ਆਮ ਬੰਦੇ ਦੇ। ਤੀਸਰਾ ਇੱਕ ਜਿਹੜਾ ਹਿੰਦੁਸਤਾਨ ਦਾ ਮੈਂਬਰ ਪਾਰਲੀਮੈਂਟ ਹੈ ਗੁਰਪਤਵੰਤ ਸਿੰਘ ਪੰਨੂ ਸਿੱਖ ਫॉर ਜਸਟਿਸ ਦੀ ਜਿਹੜੀ ਕੰਪਲੇਂਟ ਕਰਦਾ, ਉਲਟਾ ਉਸਦਾ ਹੀ ਟਵੀਟ ਜਿਹੜਾ ਉਹ ਬੰਦ ਕਰ ਦਿੱਤਾ ਗਿਆ। ਔਰ ਉਸ ਤੋਂ ਵੀ ਅੱਗੇ ਜਿਹੜੀ ਸਭ ਤੋਂ ਵੱਡੀ ਗੱਲ ਹੈ ਜਿਹੜੀ ਅਸੀਂ ਬਹੁਤ ਵਾਰ ਕਹਿੰਦੇ ਹੁੰਦੇ ਹਾਂ ਕਿ US ਰਿਲੀਜੀਅਸ ਫਰੀडम ਕਮਿਸ਼ਨ ਜਿਹੜੇ ਕਿ 2004 ਤੱਕ ਬੜਾ ਹੀ ਹਿੰਦੁਸਤਾਨ ਦੇ ਬਾਰੇ ਉਹਨੇ ਬੜੀ ਪਹੁੰਚ ਸੀ, ਕਿਉਂਕਿ ਉਹ ਗਵਰਨਮੈਂਟ US ਗਵਰਨਮੈਂਟ ਫੰਡਿੰਗ ਇੱਕ ਅਦਾਰਾ ਹੈ ਜਿਸ ਦੇ ਕਾਰਨ ਮੋਦੀ ਨੂੰ ਇੱਥੇ ਵੜਨ ਤੋਂ ਰੋਕਿਆ ਗਿਆ। 2004 ਤੋਂ ਬਾਅਦ ਬੜੀ ਸਟਰੋਂਗ ਉਹਨਾਂ ਦੀ ਸਟੇਟਮੈਂਟ ਹੈ, ਉਹਨਾਂ ਦੇ ਉੱਪਰ ਪਈ ਹੈ ਕਿ ਹਿੰਦੁਸਤਾਨ ਨੂੰ ਬਲੈਕ ਲਿਸਟ 'ਚ ਪਾਇਆ ਕਿ ਉੱਥੇ ਭਾਈ ਘੱਟ ਗਿਣਤੀਆਂ ਦਾ ਕਤਲੇਆਮ ਹੋ ਰਿਹਾ। ਸੋ ਇਹ ਸਾਰੀਆਂ ਖਬਰਾਂ ਦਾ ਆਉਣ ਤੋਂ ਬਾਅਦ ਹਿੰਦੁਸਤਾਨ ਦੀਆਂ ਜਿਹੜੀਆਂ ਦੁਕਾਨਾਂ ਹੀ ਮੈਂ ਕਹੂੰਗਾ ਆਪਣੇ ਆਪ ਨੂੰ, ਔਰ ਲੋਕੀ ਜਿਹੜੇ ਉਹਨਾਂ ਨੂੰ ਸੁਣਨ ਵਾਲੇ ਉਹ ਬਿਲਕੁਲ ਐਂਟੀ ਅਮਰੀਕਾ ਔਰ ਐਂਟੀ ਟਰੰਪ ਜਿਹੜੀਆਂ ਇਹ ਗੱਲਾਂ ਬਹੁਤ ਕਰਨਗੇ। ਕਿੱਥੇ ਨਹੀਂ ਯੂ ਟਰਨਾਂ ਬਣਦੀਆਂ, ਕੀ ਨਹੀਂ, ਅਸੀਂ ਆਪਣੀਆਂ ਪਹਿਲਾਂ ਦੇਖੀਏ। ਸੋ ਅੱਜ ਸਾਨੂੰ ਉਹਨਾਂ ਲੋਕਾਂ ਨੂੰ ਵੀ ਜਿਹੜੇ ਐਂਟੀ ਅਮਰੀਕਨ ਔਰ ਜਿਨ੍ਹਾਂ ਨੂੰ ਬੜਾ ਪਿਆਰ ਚਾਈਨਾ ਦਾ ਔਰ ਰਸ਼ੀਆ ਦੂਸਰਾ ਤੀਜਾ ਤੇ ਜਿਹੜਾ ਈਰਾਨ ਤੇ ਇਹ ਤੇ ਉਹ, ਸਾਨੂੰ ਦੇਖਣ ਦੀ ਲੋੜ ਹੈ ਕਿ ਸਾਡੀ ਕੌਮ ਕਿੱਥੇ ਖੜੀ ਹੈ, ਸਾਡੀ ਕੌਮ ਦੇ ਲਈ ਕਿੱਥੋਂ ਕੀ ਹੋ ਰਿਹਾ, ਔਰ ਖਾਸ ਕਰਕੇ ਮੀਡੀਆ ਵਾਲਿਆਂ ਨੂੰ ਵੀ ਘੱਟੋ ਘੱਟ ਤੁਸੀਂ ਅਮਰੀਕਾ ਕੈਨੇਡਾ 'ਚ ਬੈਠੇ ਆ, ਘੱਟੋ ਘੱਟ ਤੁਸੀਂ ਜ਼ਰੂਰ ਫੇਅਰ ਰਹੋ। ਸੋ ਟਾਈਮ ਤੁਹਾਡਾ ਘੱਟ ਹੈ, ਮੈਂ ਬਹੁਤੀ ਕਾਲ ਨੂੰ ਲੰਮੀ ਨਹੀਂ ਕਰਨਾ। ਸੋ ਇਹ ਮੇਰੇ ਆਪਣੇ ਵਿਚਾਰ ਹੈ, ਪਰ ਸਾਡੀ ਕੌਮ ਨੂੰ ਜਿਹੜਾ ਸਾਡੀ ਕੌਮ ਦੇ ਇੱਕ ਨੇਸ਼ਨ ਦੀ ਜਿਹੜੀ ਸੋਚ ਹੈ ਉਹਦੇ ਮੁਤਾਬਕ ਸੋਚਣਾ ਚਾਹੀਦਾ। ਹਿੰਦੁਸਤਾਨ ਕੀ ਕਰਦਾ, ਦੂਜਾ ਕੀ ਕਰਦਾ, ਉਹ ਜਿਨ੍ਹਾਂ ਦੇ ਕੰਟਰੀ ਹੈ ਉਹ ਤੁਹਾਨੂੰ ਵੀ ਪਤਾ ਹੈ ਕਿ ਤੁਹਾਨੂੰ ਉੱਥੋਂ ਆਉਣ ਲਈ ਇੱਕ ਰੇਲਵੇ ਗੱਡੀ ਨਹੀਂ ਦਿੱਤੀ ਜਾ ਰਹੀ। ਸਾਡੀ ਕੌਮ ਈਵਨ ਤੁਹਾਡੀ ਪੰਜਾਬ ਗੌਰਮੈਂਟ ਕਹਿ ਰਹੀ ਹੈ ਜਿਹੜੀ ਕਿ ਤੁਹਾਡੀ ਨਹੀਂ ਹੈ, ਉਹਨਾਂ ਦੀ ਹੈ। ਸੋ ਉਹ ਅੱਜ ਕਿਵੇਂ ਰੋ ਰਹੀ ਹੈ, ਸਾਡੇ ਕੋਲੇ ਪੈਸਾ ਨਹੀਂ, ਸਾਡੇ ਕੋਲੇ ਇਹ ਨਹੀਂ ਉਹ ਨਹੀਂ। ਦੂਸਰੀ ਆ ਜਿਹੜੀ ਕਰੋਨਾ ਦੀ ਆ, ਹੁਣੇ ਵੀਰ ਦੱਸ ਕੇ ਗਿਆ, ਮੈਂ ਵੀ ਹੁਣੇ ਪੜ੍ਹੀ ਹੈ ਕਿ 34 ਬੰਦੇ ਇੱਕੋ ਲੁਧਿਆਣੇ ਦੇ ਵਿੱਚ ਇੱਕੋ ਟਾਈਮ ਆ ਰਹੇ ਨੇ। ਸੋ ਇਹ ਦੇਖਦੇ ਜਾਓ। ਉਹ ਵੱਖਰੀ ਗੱਲ ਹੈ ਕਿ ਉਹ ਦੱਸਣ ਜਾਂ ਨਾ ਦੱਸਣ, ਜਿਨ੍ਹਾਂ ਨੇ 5 ਲੱਖ ਬੰਦਾ ਮਾਰਤਾ ਅੱਜ ਤੱਕ ਨਹੀਂ ਦੱਸਿਆ ਵੀ ਕਿੰਨੇ ਬੰਦੇ ਮਾਰੇ ਆ, ਕਿਹਨੇ ਮਾਰੇ ਆ, ਉਹ ਕਿਵੇਂ ਦੱਸਣਗੇ ਕਿ ਕਰੋਨਾ ਨਾਲ ਕਿੰਨੇ? ਇਹ ਲੱਖਾਂ ਦੀ ਤਾਦਾਦ ਵਿੱਚ ਹਿੰਦੁਸਤਾਨ 'ਚ ਬੰਦੇ ਮਰਨੇ ਆ। ਅਮਰੀਕਾ ਦਾ ਜਿਹੜਾ ਇੰਨਾ ਹੀ ਤੁਸੀਂ ਰੌਲਾ ਪਾਇਆ ਹੁੰਦਾ, ਅਮਰੀਕਾ ਦੇ ਵਿੱਚ ਟੈਸਟ ਕਿੰਨੇ ਹੋਏ ਆ? ਪੂਰੀ ਦੁਨੀਆ ਨੇ ਉਹਨਾਂ ਟੈਸਟ ਨਹੀਂ ਕੀਤਾ ਜਿੰਨਾ ਇਕੱਲੇ ਅਮਰੀਕਾ ਨੇ ਕੀਤਾ। ਟੈਸਟ ਕਰੋਗੇ ਤਾਂ ਪਤਾ ਲੱਗੂਗਾ। ਧੰਨਵਾਦ ਜੀ, ਧੰਨਵਾਦ ਜੀ। ਆਪਣਾ ਪ੍ਰੋਗਰਾਮ ਦਾ ਸਮਾਂ ਸਮਾਪਤ ਹੈ। ਢਿੱਲੋਂ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ। ਆਪਣਾ ਸਮਾਂ ਸਮਾਪਤ ਹੈ ਤੇ ਨੀਰੂ ਜੀ ਹੁਣੀ ਹਲਚਲ ਪ੍ਰੋਗਰਾਮ ਲੈ ਕੇ ਸਟੂਡੀਓ 'ਚ ਆ ਚੁੱਕੇ ਆ। ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।